अस्सलाम वालेकुम, नमस्ते जाम्बो, ਤੁਹਾਡੇ ਸਾਰਿਆਂ ਦਾ ਸਵਾਗਤ ਡਾਕਟਰ ਵਲੀ ਸ਼ੋਅ ਦੇ ਵਿੱਚ। ਫਟਾਫਟ ਟਾਈਮ ਨਾ ਵੇਸਟ ਕਰਦੇ ਹੋ, ਡਾਕਟਰ ਵਲੀ ਨੂੰ ਅਸੀਂ ਸਵਾਗਤ ਕਰਦੇ ਹਾਂ ਤੇ ਗੱਲਾਂ ਬਾਤਾਂ ਸਟਾਰਟ ਕਰਦੇ ਹਾਂ ਕਿ ਬੜੀ ਮੁਸ਼ਕਿਲ ਮੈਂ ਹਮੇਸ਼ਾ ਕਹਿੰਦਾ ਅੱਜ ਹੱਥ ਹੈ ਇਹਨਾਂ ਦਾ ਜ਼ਰਾ ਫਾਇਦਾ ਉਠਾਉਂਦੇ ਹਾਂ। ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸ਼ੋਅ ਦੇ ਵਿੱਚ। ਥੈਂਕ ਯੂ ਵੈਰੀ ਮਚ ਪੌਲ ਜੀ। ਮੇਰੇ ਵੱਲੋਂ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, अस्सलाम वालेकुम, गुड मॉर्निंग, नमस्कार जाम्बो। ਵੈਰੀ ਨਾਈਸ ਭਾਜਨ। ਅੱਜ ਸਭ ਤੋਂ ਪਹਿਲੇ ਪਿਛਲੇ ਵੀਕਐਂਡ ਮੈਨੂੰ ਮੌਕਾ ਲੱਗਿਆ ਸੀ ਸਪੇਨ ਜਾਣਾ, ਉਹਦੇ ਬਾਰੇ ਥੋੜੀ ਬਹੁਤੀ ਗੱਲ ਕਰਾਂਗਾ। ਸਪੇਨ ਦੀ ਗੱਲ ਕਰਨ ਤੋਂ ਪਹਿਲਾਂ ਨਾ ਮੈਂ ਓਨੈਸਟਲੀ ਮੇਰੇ ਦਿਲ ਦੀ ਗਹਿਰਾਈਆਂ ਤੋਂ ਜਿਹੜਾ ਡਾਕਟਰ ਸਾਹਿਬ ਦਾ ਸਟਾਫ ਹੈਗਾ ਨਾ ਹਸਪੀਟਲ ਦੇ ਵਿੱਚ, ਓਨੈਸਟਲੀ ਖੁਦਾ ਉਹਨਾਂ ਨੂੰ ਲੰਮੀ ਉਮਰ ਦੇਵੇ। ਦੇ ਆਰ ਵੰਡਰਫੁਲ ਪੀਪਲ। ਇੰਨਾ ਡਾਕਟਰ ਨੇ ਟ੍ਰੇਨ ਕੀਤਾ ਜਿਹਦਾ ਡਾਕਟਰ ਦਾ ਸੁਭਾਅ ਬਿਲਕੁਲ ਉਹਨਾਂ ਦਾ ਆਪਣਾ ਸਾਜਿਦ ਬਾਈ ਬਹੁਤ ਲੁੱਕ ਆਫਟਰ ਕੀਤਾ, ਆਪਣਾ ਧਰਮ, ਉਹਨਾਂ ਦੀ ਮਿਸਿਸ ਵਗੈਰਾ, ਕਿਚਨ 'ਚ ਸਟਾਫ ਹੈਗਾ ਐਂਡ ਜਿਹੜੇ ਵੀ ਫਾਰਮ 'ਚ ਕੰਮ ਕਰਦੇ ਨੇ ਮੁੰਡੇ ਕਾਫੀ 5-6 ਮੈਨੂੰ ਸਾਰਿਆਂ ਦਾ ਨਾਮ ਨਹੀਂ ਯਾਦ, ਮਾਫੀ ਚਾਹਾਂਗਾ। ਪਲੀਜ਼ ਇਸੇ ਤਰ੍ਹਾਂ ਕੰਮ ਕਰਦੇ ਰਹੋ। ਡਾਕਟਰ ਵਲੀ ਤੁਸੀਂ ਬਹੁਤ ਖੁਸ਼ ਹੋ, ਬੜੇ ਆਪਣਾ ਇਮਾਨਦਾਰੀ ਨਾਲ ਕੰਮ ਕਰਦੇ ਹੋ, ਇਸ ਤਰ੍ਹਾਂ ਕਰੀ ਜੋ ਇੱਕ ਫੈਮਿਲੀ ਦਾ ਮਾਹੌਲ ਹੈ ਭਾਜੀ। ਹਾਂਜੀ ਬਿਲकुल ਅਸਲ ਤੇ ਇਹ ਹੋਣਾ ਚਾਹੀਦਾ। देखो गल ये है कि कम से कम मेरा तो एक कंसैप्ट है और मैं इसी तरीके नाल काम करदा, चाहे मेरा यूके ऑफिस का स्टाफ होए, दुबई ऑफिस का होए, स्पेन का होए, कि वो इंप्लॉय तो नहीं होंगे, तो साढ़े अपने बच्चे ने, सब एक फैमिली की तरह। भाजी मैंने प्यार मोहब्बत हो गया, बड़े अच्छे ने, बहुत नाइस बंदे ने। बाकी जे मैं अच्छे बंदे की गल करा, धर्म स्पैशली इज सीनियर नर्स ਉੱਥੇ ਤੁਹਾਡਾ ਹੈ ਨਾ। ਤੇ ਡਾਕਟਰ ਮੈਨੂੰ ਕਹਿੰਦੇ ਕਿ ਮੈਂ ਤੂੰ ਆਇਆ, ਚੱਲ ਮੈਂ ਤੇਰਾ ਥੋੜਾ ਬਹੁਤਾ ਇਲਾਜ ਕਰਦਾ। ਮੇਰੇ ਯਾਰਾਂ ਦੋਸਤਾਂ ਨੇ ਮੈਂ ਥੋੜੀ ਇੱਕ ਨਾ ਕਲਿੱਪ ਵੀ ਭੇਜੀ ਸੀ ਮੇਰੀ, ਡਾਕਟਰ ਨੇ ਮੈਨੂੰ ਲੰਮੇ ਪਾਇਆ ਬੈੱਡ ਦੇ ਉੱਪਰ ਤੇ ਮੇਰੇ ਖੂਨ ਨਾ ਉਹਦੀ ਬੋਤਲ ਲੱਗੀ ਸੀਗੀ ਤੇ ਮੇਰੇ ਫਰੈਂਡ ਨੇ ਭੇਜੀ। ਸਭ ਵਰੀਡ ਹੋ ਗਏ ਕਿ ਤੂੰ ਸਪੇਨ ਗਿਆ, ਤੈਨੂੰ ਖੂਨ ਦੀ ਕਿਆ ਦੀ ਜ਼ਰੂਰਤ ਪੈ ਗਈ। ਡਾਕਟਰ ਸਾਹਿਬ ਕੀ ਸੀਗਾ ਉਹ? ਹਾਂਜੀ ਉਹ ਅਸੀਂ ਕਰਾਂਗੇ ਐਕਸਪਲੇਨ ਡਿਟੇਲਸ, ਮੇਰੇ ਖਿਆਲ ਸੈਕਿੰਡ ਹਾਫ ਚ ਕਰ ਦਿਆਂਗੇ। ਕਿਉਂਕਿ ਬਾਸ ਕਾ ਤਾਂ ਲੋਕ ਕਹਿੰਦੇ ਨੇ ਕਿ ਕੋਈ ਹੈਲਥ ਦੀ ਗੱਲ ਕਰੋ, ਤੁਸੀਂ ਆਪਣੀਆਂ ਗੱਲਾਂ ਸ਼ੁਰੂ ਕਰ ਦਿਓ ਸੈਕਿੰਡ ਹਾਫ ਵਿੱਚ ਕਰਾਂਗੇ। ਨਹੀਂ ਪਰ ਭਾਜੀ ਇਹ ਵੀ ਤੇ ਹੈਲਥ ਦੀ ਗੱਲ ਹੈ, ਇਹਦੇ ਚ ਮੈਂ ਫੁੱਲ ਐਕਸਪਲੇਨੇਸ਼ਨ ਲਾਜ਼ਮੀ ਦਿਆਂਗਾ। ਅੱਜ ਅਸਲ 'ਚ ਬੜਾ ਦਿਨਾਂ ਦਾ ਮੁਤਾਲਬਾ ਚੱਲ ਰਿਹਾ ਸੀ ਔਰ ਮੇਰੀ ਨਜ਼ਰ 'ਚ ਉਹ ਠੀਕ ਗੱਲ ਹੈ ਕਿ ਲੋਕ ਨਾ ਬਾਰ-ਬਾਰ ਫੋਨ ਕਰਕੇ ਕਹਿ ਰਹੇ ਨੇ ਕਿਡਨੀ ਦੇ ਬਾਰੇ 'ਚ ਸਾਨੂੰ ਇੱਕ ਸ਼ੋਅ ਕਰਨਾ। ਅਸੀਂ ਸਪੈਸੀਫਿਕ ਕਿਡਨੀ ਦੇ ਉੱਤੇ ਅੱਜ ਤੱਕ ਗੱਲ ਨਹੀਂ ਕੀਤੀ। ਅਸੀਂ ਲਿਵਰ ਤੇ ਕੀਤੀ ਹੈ, ਅਸੀਂ ਡਾਈਜੈਸਟਿਵ ਸਿਸਟਮ ਤੇ ਗੱਲ ਕਰ ਚੁੱਕੇ ਹਾਂ, ਹਾਰਟ ਤੇ ਕੀਤੀ ਹੈ, ਬ੍ਰੇਨ ਤੇ ਕੀਤੀ ਹੈ, ਇਵਨ ਕਿ ਬ੍ਰੇਨ, ਲੇਕਿਨ ਕਿਡਨੀ ਤੇ ਅੱਜ ਤੱਕ ਗੱਲ ਨਹੀਂ ਕੀਤੀ। ਔਰ ਉਹ ਮੈਨੂੰ ਬਾਕਾਇਦਾ ਲਾਸਟ ਵੀਕ ਇੱਕ ਸਾਡੇ ਬੜੇ ਅੱਛੇ ਕਲਾਇੰਟ ਨੇ ਹਾਲੈਂਡ ਦੇ, ਉਹਨਾਂ ਨੇ ਮੈਨੂੰ ਕਿਹਾ ਕਿ ਜੀ ਤੁਸੀਂ ਕਿਡਨੀ ਦੇ ਬਾਰੇ 'ਚ ਕਿਉਂ ਨਹੀਂ ਗੱਲ ਕਰਦੇ। ਮੈਂ ਕਿਹਾ ਠੀਕ ਹੈ। ਪਰ ਭਾਜੀ ਨੇ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਤੁਸੀਂ ਵੀ ਜਦੋਂ ਵੀ ਵਾਚ ਕਰਦੇ ਹੋ ਪਲੀਜ਼ ਕੋਈ ਵੀ ਤੁਸੀਂ ਸਬਜੈਕਟ ਚਾਹੁੰਦੇ ਹੋ, ਕੋਈ ਕਿਸੇ ਪਾਰਟਿਕੂਲਰ ਬਿਮਾਰੀ ਬਾਰੇ ਸਾਨੂੰ ਦੱਸਿਆ ਕਰੋ। ਫੀਡਬੈਕ ਬਹੁਤ ਜ਼ਰੂਰੀ ਹੈ, ਫਿਰ ਅਸੀਂ ਉਹਦੇ ਬਾਰੇ ਗੱਲਬਾਤ ਸਕੀਏ, ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਲਾਜ਼ਮੀ, ਬਲਕਿ ਇਹੀ ਮੈਂ ਚਾਹ ਰਿਹਾ ਕਿ ਇਸੀ ਮੌਕੇ ਤੋਂ ਫਾਇਦਾ ਉਠਾ ਕੇ, ਕਿਉਂਕਿ ਅੱਜ ਹੀ ਮੈਂ ਜਦੋਂ ਸਵੇਰ ਆ ਰਿਹਾ ਸੀ ਤੇ ਮੈਨੂੰ ਟੈਕਸਟ ਮੈਸੇਜ ਆਇਆ ਆਫਿਸ ਚੋਂ ਕਿ ਇੱਕ ਬਿਮਾਰੀ ਹੈ ਲੂਪਸ, ਕਿ ਜੀ ਲੂਪਸ ਦੇ ਬਾਰੇ ਸਾਨੂੰ ਜ਼ਰੂਰ ਦੱਸੋ। ਤੇ ਉਹ ਵੀ ਆਪਾਂ ਪ੍ਰੋਮਿਸ ਕਰਦੇ ਹਾਂ ਕਿ ਮੋਸਟ ਪ੍ਰੋਬਬਲੀ ਅਗਰ ਤੁਸੀਂ ਮੈਨੂੰ ਯਾਦ ਕਰਾ ਦਿੱਤਾ ਨੈਕਸਟ ਸ਼ੋ ਅੱਜ ਕਿਡਨੀ ਦੇ ਬਾਰੇ 'ਚ ਐਕਸਪਲੇਨ ਕਰਕੇ ਨੈਕਸਟ ਸ਼ੋ ਲੂਪਸ ਦੇ ਬਾਰੇ 'ਚ ਕਰਾਂਗੇ। ਬਲਕਿ ਕੁਝ ਚੀਜ਼ਾਂ ਜਿਹੜੀਆਂ ਨੇ ਮੇਰਾ ਦਿਲ ਕਰਦਾ ਕਿ ਜਾਂ ਤਾਂ ਉਹਦੇ 'ਤੇ ਪੂਰਾ ਪ੍ਰੋਗਰਾਮ ਕਰੀਏ ਅਸੀਂ। ਲੌਂਜੀਟਿਵਿਟੀ ਯਾਨੀ ਲਾਈਫ ਨੂੰ ਐਕਸਟੈਂਡ ਕਰਨਾ, ਲਾਈਫ ਐਕਸਟੈਂਸ਼ਨ, ਆਪਣੀ ਏਜ ਨੂੰ ਲੰਬਾ ਲੈ ਕੇ ਜਾਣਾ, ਸਿਹਤਮੰਦ, ਉਹਦੇ ਉੱਤੇ ਮੈਂ ਚਾਹੁੰਦਾ ਸੀ ਕਿ ਉਹ ਵੀ ਅਸੀਂ ਐਕਸਪਲੇਨ ਕਰਾਂਗੇ ਕਿ ਸਾਨੂੰ ਇੱਕ ਤੇ ਦਿਮਾਗ 'ਚੋਂ ਇਹ ਸੋਚ ਕੱਢ ਦੇਣੀ ਚਾਹੀਦੀ ਹੈ ਕਿ ਲਾਈਫ ਜਿਹੜੀ ਹੈ 70, 80, 90 ਸਾਲ, 100 ਸਾਲ ਬਸ ਐਂਡ ਫਿਨਿਸ਼। 100 ਤੇ ਜਿਹੜਾ ਪਹੁੰਚ ਗਿਆ ਉਹਨੂੰ ਤੇ ਬਾਕਾਇਦਾ ਹਾਰ ਪਵਾਏ ਜਾਂਦੇ ਨੇ ਜੀ, ਇਹ ਸੈਂਟੇਰੀਅਨ ਨੇ ਤੇ ਇਹਨਾਂ ਨੇ 100 ਸਾਲ ਅਚੀਵ। ਜਦਕਿ ਅਸਲ ਜਿੱਥੇ ਹੁਣ ਮੈਡੀਕਲ ਸਾਇੰਸ, ਨੈਚੁਰਲ ਮੈਡੀਕਲ ਸਾਇੰਸ, ਮੈਂ ਆਪਣੀ ਸਾਇੰਸ ਦੀ ਗੱਲ ਕਰਾਂਗਾ, ਉਹ ਜਿਹੜਾ ਮੈਡੀਕਲ ਸਿਸਟਮ ਹੈ, ਜਿਹੜਾ ਐਲੋਪੈਥਿਕ, ਉਹਦੀ ਗੱਲ ਨਹੀਂ ਕਰਾਂਗਾ। ਅਸੀਂ ਲੋਕ ਜਿੱਥੇ ਰਿਸਰਚ ਨੂੰ ਲੈ ਕੇ ਚਲੇ ਗਏ ਹੋਏ ਆ, ਉੱਥੇ 200 ਤੋਂ 500 ਸਾਲ ਉਮਰ ਜਿਹੜੀ ਹੈ ਨਾ, ਦੈਟ ਇਜ਼ ਕੁਆਇਟ ਪੋਸੀਬਲ ਨਜ਼ਰ ਆ ਰਹੀ ਹੈ, ਬਿਲਕੁਲ ਸਾਹਮਣੇ ਆ ਰਹੀ। ਉਹਦੇ ਬਾਰੇ 'ਚ ਮੈਂ ਜਾਂ ਅਗਰ ਕਿਡਨੀ ਦੀ ਗੱਲ ਅਸੀਂ ਕੰਪਲੀਟ ਕਰ ਲਈ ਤਾਂ ਮੈਂ ਅੱਜ ਤੁਹਾਨੂੰ 3 ਬੜੀਆਂ ਫੈਸੀਨੇਟਿੰਗ ਚੀਜ਼ਾਂ ਦੱਸਾਂਗਾ ਜਿਹੜੀਆਂ ਤੁਹਾਨੂੰ ਸ਼ਾਇਦ ਅੱਜ ਤੋਂ 10 ਸਾਲ ਬਾਅਦ ਪਤਾ ਲੱਗਣੀਆਂ ਸ਼ੁਰੂ ਹੋਣ। ਜਿਵੇਂ ਤੁਹਾਨੂੰ ਯਾਦ ਹੈ ਕਿ ਜਿਹੜੀ ਚੀਜ਼ ਅਸੀਂ ਇੱਥੇ ਸ਼ੇਅਰ ਕਰਦੇ ਹਾਂ ਨਾ ਪੌਲ ਜੀ, ਉਹ ਕਟਿੰਗ ਐਜ ਹੁੰਦੀ ਹੈ। ਸਮਝ ਲਓ ਕਿ ਉਹ ਆਮ ਪਬਲਿਕ ਨੂੰ, ਆਮ ਮੈਡੀਕਲ ਡਾਕਟਰਸ ਨੂੰ ਇਹ ਚੀਜ਼ਾਂ ਦਾ ਪਤਾ ਅੱਜ ਤੋਂ ਕੁਝ
ਸਾਲਾਂ ਬਾਅਦ ਪਤਾ ਲੱਗੇਗਾ। ਲੇਕਿਨ ਸਾਡੇ ਕੋਲ ਕਿਉਂਕਿ ਮੈਂ ਇਨਵੋਲਵ ਹਾਂ ਉਹਨਾਂ ਲੋਕਾਂ ਨਾਲ ਜਿਹੜੇ ਬਿਲਕੁਲ ਟਾਪ ਲੈਵਲ ਤੇ ਜਾ ਕੇ ਰਿਸਰਚ ਵਰਕ ਕਰਦੇ ਨੇ, ਉਹ ਸ਼ੇਅਰ ਕਰਦੇ ਨੇ ਔਰ ਬੜਾ ਅਸੀਂ ਖੁਸ਼ ਹੁੰਦੇ ਤੇ ਉਹ ਵੀ ਕਰਾਂਗੇ। ਲੇਕਿਨ ਸਭ ਤੋਂ ਪਹਿਲੇ ਅੱਜ ਕਿਡਨੀ ਦੀ ਗੱਲ ਕਰਦੇ ਹਾਂ ਕਿ ਕਹਾਣੀ ਕੀ ਹੈ। ਦੇਖੋ ਨਾ, ਜਦੋਂ ਇੱਕ ਬੰਦੇ ਦੀ ਡਾਇਲਿਸਿਸ ਸ਼ੁਰੂ ਹੋ ਜਾਂਦੀ ਹੈ ਪੌਲ ਜੀ, ਮੇਰੀ ਨਜ਼ਰ 'ਚ ਉਹਦੀ ਲਾਈਫ ਖਤਮ ਹੋ ਜਾਂਦੀ, ਉਹਦੀ ਕੋਈ ਲਾਈਫ ਨਹੀਂ ਬਿਲਕੁਲ ਬੰਦਸ਼ ਹੋ ਜਾਂਦੀ ਨਾ, ਖਤਮ। ਤੁਸੀਂ 3 ਦਿਨ ਹਸਪਤਾਲ ਜਾਣਾ ਡਾਇਲਿਸਿਸ ਦੇ ਲਈ, ਸਾਰਾ ਦਿਨ ਤੁਸੀਂ ਉੱਥੇ ਰਹਿਣਾ, ਬੰਨੇ ਰਹਿਣਾ ਤੁਸੀਂ। ਔਰ ਉਸ ਤੋਂ ਬਾਅਦ ਜਦੋਂ ਤੁਸੀਂ ਡਾਇਲਿਸਿਸ ਕਰਾ ਕੇ ਆ ਜਾਂਦੇ ਹੋ 24 ਘੰਟੇ ਲਈ ਤੁਸੀਂ ਹਿਲ ਨਹੀਂ ਸਕਦੇ, ਬਿਲਕੁਲ ਬਾਡੀ 'ਚ ਕੁਝ ਟੋਟਲੀ ਬਾਡੀ ਡਰੇਨ ਆਊਟ ਹੋ ਜਾਂਦੀ ਹੈ। ਬਾਡੀ ਵੀ ਡਰੇਨ, ਉਹ ਵਾਚ ਹਰ ਚੀਜ਼ ਫਰਕ ਪੈ ਜਾਂਦਾ, ਟੋਟਲੀ ਡਰੇਨ ਆਊਟ ਹੋ ਜਾਂਦੀ ਹੈ। ਉਹ ਜਿਹੜੇ ਡਾਇਲਿਸਿਸ ਕਰਾ ਕੇ ਆਉਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਉਹ ਵਿਚਾਰੇ ਆ ਕੇ ਤਾਂ ਬਸ ਪੈ ਜਾਂਦੇ ਨੇ, ਅਗਲੇ ਦਿਨ ਜਾ ਕੇ ਉਹਨਾਂ ਨੂੰ ਥੋੜਾ ਜਿਹਾ ਹੋਸ਼ ਆਂਦਾ ਹੈ ਤੇ ਉਸ ਤੋਂ ਅਗਲੇ ਦਿਨ ਫਿਰ ਉਹਨਾਂ ਨੇ ਜਾਣਾ। ਪੱਕੀ ਗੱਲ, 3 ਟਾਈਮਸ ਅ ਵੀਕ। ਕੋਈ ਲਾਈਫ ਨਹੀਂ ਹੈ, ਕੋਈ ਲਾਈਫ ਹੈ ਹੀ ਨਹੀਂ ਹੈ। ਤੇ ਉਹ ਜਦੋਂ ਅਸੀਂ ਦੇਖਦੇ ਹਾਂ ਫਿਰ ਦੁੱਖ ਹੁੰਦਾ ਹੈ ਕਿ ਇਹ ਕਿਉਂ ਹੋ ਰਿਹਾ, ਜਦਕਿ ਅਸੀਂ ਇੱਥੇ ਬਹੁਤ ਦਫਾ ਇਹ ਐਕਸਪਲੇਨ ਕਰ ਚੁੱਕੇ ਹਾਂ ਔਰ ਹਰ ਬੰਦੇ ਨੂੰ ਪਤਾ ਹੈ। ਦੇਖੋ ਨਾ, ਇਹ ਮੇਰੇ ਹੁਣ 9 ਨੇ, ਹਰ ਵਕਤ ਵੱਧ ਰਹੇ ਨੇ ਨਾ, ਇਹਨਾਂ ਨੂੰ ਮੈਂ ਕੱਟ ਰਿਹਾ। ਇਹਦਾ ਮਤਲਬ ਹੈ ਕਿ ਜਿਹੜੀ 9 ਬਣਾਉਣ ਵਾਲੀ ਫੈਕਟਰੀ ਹੈ ਉਹ ਕੰਮ ਕਰ ਰਹੀ ਹੈ। ਮੇਰੇ ਬਾਲ ਨੇ, ਦਾੜੀ ਦੇ ਬਾਲ ਨੇ, ਮੇਰੀ ਸਕਿਨ ਹੈ, ਹਰ ਚੀਜ਼ ਰਿਪਲੇਸ ਹੋ ਰਹੀ ਹੈ। ਪੁਰਾਣੀ ਜਾ ਰਹੀ ਹੈ, ਨਵੀਂ ਨਿਕਲ ਰਹੀ, ਪੁਰਾਣੀ ਜਾ ਰਹੀ ਹੈ, ਨਵੀਂ ਨਿਕਲ ਰਹੀ। ਇਹ ਇੱਕ ਸਾਡੀ ਬਾਡੀ ਨੂੰ ਰੱਬ ਨੇ ਇਸ ਤਰ੍ਹਾਂ ਡਿਜ਼ਾਈਨ ਕੀਤਾ ਹੈ। ਇਹ ਕੀ ਗੱਲ ਹੈ ਕਿ ਕਿਡਨੀ ਅਗਰ ਡੈਮੇਜ ਹੋ ਜਾਂਦੀ ਹੈ ਤੇ ਸਾਨੂੰ ਇਹ ਸਬਕ ਪੜ੍ਹਾ ਦਿੱਤਾ ਗਿਆ ਹੈ ਕਿ ਬਸ ਕੁਝ ਵੀ ਨਹੀਂ ਹੋ ਸਕਦਾ ਜੀ। ਹੁਣ ਮਸਲਨ ਕਿਡਨੀ ਦਾ ਤੇ ਬਲਕਿ ਬਹੁਤ ਬੜਾ ਐਡਵਾਂਟੇਜ ਇਹ ਹੈ ਕਿ ਜਦੋਂ ਤੁਸੀਂ ਸਟੇਜ 2 ਕਿਡਨੀ ਪ੍ਰੋਬਲਮ ਵਿੱਚ ਆਉਂਦੇ ਹੋ, ਸਟੇਜ 2 ਬੇਸਿਕਲੀ ਹੁੰਦੀ ਹੈ ਕਿ ਜਦੋਂ ਤੁਹਾਡਾ EGFR, ਇਹ ਇੱਕ ਕਿਡਨੀ ਦਾ ਟੈਸਟ ਹੈ, ਉਹਦਾ ਲੈਵਲ 60 ਤੱਕ ਆ ਜਾਏ। ਅਗਰ 90 ਔਰ 90 ਤੋਂ ਅਬਵ ਹੋਏ EGFR ਤੇ ਉਹ ਪਰਫੈਕਟ ਕਿਡਨੀ ਹੈ। ਅਗਰ ਉਸ ਤੋਂ 60 ਔਰ 90 ਦੇ ਦਰਮਿਆਨ ਹੋ ਤਾਂ ਅਸੀਂ ਕਹਿੰਦੇ ਹਾਂ ਸਟੇਜ 1 ਔਰ ਸਟੇਜ 2 ਦੇ ਦਰਮਿਆਨ ਇਹ ਆ ਗਿਆ ਪੇਸ਼ੈਂਟ। 60 ਤੋਂ ਥੱਲੇ ਹੋਏ ਤੇ ਫਿਰ ਸਟੇਜ 3 ਹੁੰਦਾ ਹੈ, ਔਰ ਅਗਰ 20 ਜਾਂ 30 ਤੋਂ ਥੱਲੇ ਆ ਜਾਏ ਤਾਂ ਉਹ ਸਟੇਜ 4 ਕਿਡਨੀ ਫੇਲਿਅਰ ਗਿਣਿਆ ਜਾਂਦਾ ਹੈ ਕਿ ਹੁਣ ਉੱਥੋਂ ਰਿਕਵਰੀ ਪੋਸੀਬਲ ਨਹੀਂ। ਹੁਣ ਦੇਖੋ ਨਾ, ਜਦੋਂ ਕਿਸੇ ਨੂੰ ਪਤਾ ਲੱਗ ਜਾਂਦਾ ਕਿ ਉਹ ਸਟੇਜ 1 ਜਾਂ ਸਟੇਜ 2 ਦੇ ਵਿੱਚ ਆ ਗਏ ਨੇ, ਕਿ ਉਹਨਾਂ ਦੀ ਕਿਡਨੀ ਫਰਜ਼ ਕਰੋ 60% ਚੱਲ ਰਹੀ ਹੈ, 50% ਚੱਲ ਰਹੀ ਹੈ। ਪਰ ਜਿਹਨਾਂ ਦੇ ਨਾਲ ਦੇ ਮੈਨੂੰ ਕੋਚ ਵੀ ਦੱਸੋ ਕਿ ਉਹ ਇਦਾਂ ਹੁੰਦਾ। ਹਾਂਜੀ, ਉਹ ਮੈਂ ਤੁਹਾਨੂੰ ਐਕਸਪਲੇਨ ਕਰਦਾ। ਪਹਿਲੇ ਇਹ ਹੈ ਨਾ ਕਿ ਜਿਹੜੇ ਲੋਕ ਦੇਖਦੇ ਨੇ ਰਿਜ਼ਲਟ ਔਰ ਉਹਨਾਂ ਨੂੰ ਖੌਫ ਫੈਲਾ ਦਿੱਤਾ ਜਾਂਦਾ ਹੈ, ਉਹਨਾਂ ਨੂੰ ਦੱਸਣਾ ਜ਼ਰੂਰੀ ਹੈ ਕਿ 60% ਦਾ ਮਤਲਬ ਇਹ ਹੈ ਕਿ ਤੁਹਾਡੀ ਕਿਡਨੀ ਦਾ ਐਨ ਸਮਝ ਲਓ ਕਿ ਫਿਲਟਰੇਸ਼ਨ ਰੇਟ 60% ਕੰਮ ਕਰ ਰਿਹਾ ਹੈ, ਠੀਕ ਹੈ ਨਾ, 40% ਡੈਮੇਜਡ ਹੈ। ਉਹ ਟਾਈਮ ਹੁੰਦਾ ਹੈ ਕਿ ਅਗਰ ਉੱਥੇ ਹੀ ਉਹ ਲੋਕ ਜਿਨ੍ਹਾਂ ਦੀ ਕਿਡਨੀ ਸਲੋ ਹੋਈ ਹੈ, ਕ੍ਰੀਏਟਿਨ ਥੋੜੀ ਜਿਹੀ ਉੱਪਰ ਜਾ ਰਹੀ ਹੈ, ਬਲੱਡ ਯੂਰੀਆ ਨਾਈਟ੍ਰੋਜਨ ਦਾ ਲੈਵਲ ਜਿਹੜਾ BUN ਉਹ ਉੱਪਰ ਜਾ ਰਿਹਾ, ਤੁਸੀਂ ਉੱਥੇ ਕੰਟਰੋਲ ਕਰ ਲਓ ਔਰ ਤੁਸੀਂ ਉਹਨੂੰ ਬਹੁਤ ਆਸਾਨੀ ਨਾਲ, ਅੱਜ ਅਸੀਂ ਇਹ ਡਿਸਕਸ ਕਰਾਂਗੇ ਕਿ ਕਿਸ ਤਰੀਕੇ ਨਾਲ ਉਹਨੂੰ ਅਸੀਂ ਉੱਪਰ ਲੈ ਕੇ ਜਾ ਸਕਦੇ ਹਾਂ, ਠੀਕ ਹੈ ਨਾ। ਅੱਛਾ, ਹੁਣ ਮੈਂ ਤੁਹਾਨੂੰ ਇੱਕ ਕਿਡਨੀ ਬੇਸਿਕਲੀ ਇਹ ਤੇ ਹਰ ਕਿਸੇ ਨੂੰ ਪਤਾ ਹੈ ਕਿ ਇੱਕ ਤਰ੍ਹਾਂ ਦੀ ਛਾਣਨੀ ਹੈ, ਠੀਕ ਹੈ ਨਾ। ਹੁਣ ਤੁਸੀਂ ਦੇਖੋ ਕਿ ਕਿਤਨੀ ਅਮੇਜ਼ਿੰਗ ਕਿਸਮ ਦੀ ਇੱਕ ਮਸ਼ੀਨ ਹੈ, ਇੰਨੀ ਜੀ ਹੁੰਦੀ ਹੈ, ਇੰਨੀ ਜੀ, ਠੀਕ ਹੈ ਨਾ, ਇੰਨੀ ਜੀ ਹੁੰਦੀ ਹੈ ਕਿਡਨੀ ਸਾਈਜ਼। ਹੁਣ ਇੰਨੀ ਜੀ ਇੱਕ ਫਿਲਟਰੇਸ਼ਨ ਯੂਨਿਟ ਹੈ, ਉਹ 180 ਲੀਟਰ ਬਲੱਡ ਜਿਹੜਾ ਹੈ ਉਹ ਡੇਲੀ ਦਾ, ਤੁਸੀਂ ਮੈਨੂੰ ਦੱਸੋ ਇੰਨੀ ਜੀ ਛਾਣਨੀ ਮੈਂ ਤੁਹਾਨੂੰ ਦੇ ਦਿਆਂ, ਇੰਨੀ ਜੀ, ਉਹਦੇ ਚੋਂ ਮੈਂ ਤੁਹਾਨੂੰ ਕਹਾਂ 180 ਲੀਟਰ ਇਹਦੇ ਚੋਂ ਛਾਣੋ, ਤੁਸੀਂ ਛਾਣ ਸਕਦੇ ਹੋ? ਨਹੀਂ ਛਾਣ ਸਕਦੇ, ਦਿਨ 'ਚ ਮੁਮਕਿਨ ਹੀ ਨਹੀਂ ਹੈ। ਔਰ ਫਿਰ ਹੁੰਦਾ ਇਹ ਹੈ, ਹੁਣ ਤੁਹਾਨੂੰ ਮੈਂ ਇੱਕ ਛਾਣਨੀ ਦਿੰਨਾ ਜਿਹਦੇ 'ਚ ਆਪਾਂ ਚਾਹ ਛਾਣਦੇ ਹਾਂ, ਠੀਕ ਹੈ ਨਾ, ਆਪਾਂ ਇੰਜ ਕਰਦੇ ਹਾਂ, ਇੰਜ ਪੱਤੀ ਪਾਉਂਦੇ, 1 ਮਿੰਟ 'ਚ ਛਾਣੀ ਜਾਂਦੀ ਹੈ, ਠੀਕ ਹੈ ਨਾ। ਅਗਰ ਉਹੀ ਮੈਂ ਤੁਹਾਨੂੰ ਛਾਣਨੀ ਉਹੀ ਹੋਵੇ, ਮੈਂ ਤੁਹਾਨੂੰ ਕਹਾਂ ਇਹ ਮੋਬਾਈਲ ਦਾ ਡੱਬਾ ਹੈ ਪੌਲ ਜੀ, ਇਹਨੂੰ ਛਾਣੋ ਹੈ ਇਹਨੂੰ, ਕਿੰਨਾ ਮੁਸ਼ਕਿਲ ਹੋ ਜਾਏਗਾ ਤੁਹਾਡੇ ਲਈ। ਨਿਕਲੇਗੀ? ਆਪੇ ਨਹੀਂ ਨਿਕਲੇਗੀ, ਤੁਹਾਨੂੰ ਉਂਗਲੀਆਂ ਮਾਰਨੀਆਂ ਪੈਣਗੀਆਂ, ਹਿਲਾਣਾ ਪਏਗਾ, ਜ਼ੋਰ ਦੇਣਾ ਪਏਗਾ ਕਿ ਇਹ ਨਿਕਲੇ, ਠੀਕ ਹੈ ਨਾ। ਹੁਣ ਜਦੋਂ ਸਾਡੀ ਬਾਡੀ 'ਚ ਬਲੱਡ ਥਿਕ ਹੋ ਜਾਂਦਾ ਹੈ, ਠੀਕ ਹੈ ਨਾ, ਜਦੋਂ ਤੱਕ ਬਲੱਡ ਅਸੀਂ ਕਹਿੰਦੇ ਹਾਂ ਕਿ ਬਲੱਡ ਜਿਹੜਾ ਹੈ ਉਹ ਪਤਲਾ ਹੋਣਾ ਚਾਹੀਦਾ, ਰੈੱਡ ਵਾਈਨ ਦੀ ਤਰ੍ਹਾਂ ਬਿਲਕੁਲ ਵਾਟਰੀ ਹੋਣਾ ਚਾਹੀਦਾ ਕਿ ਤਾਂ ਕਿ ਉਹ ਕਿਡਨੀ ਦੇ ਫਿਲਟਰ 'ਚੋਂ ਜਦੋਂ ਗੁਜ਼ਰੇ ਪਤਾ ਵੀ ਨਾ ਲੱਗੇ, ਜਿਵੇਂ ਅਸੀਂ ਚਾਹ ਛਾਣਨੀ ਹੈ ਅਸੀਂ ਛਾਣ ਲਈਏ, ਪਤਾ ਵੀ ਨਾ ਲੱਗੇ, ਕੋਈ ਪ੍ਰੋਬਲਮ ਨਾ ਹੋਏ ਤੁਹਾਡੀ ਜਾਲੀ ਨੂੰ।
ਲੇਕਿਨ ਅਗਰ ਤੁਹਾਡਾ ਬਲੱਡ ਮੋਬਾਈਲ ਦੀ ਤਰ੍ਹਾਂ ਥਿਕ ਹੈ, ਹੁਣ ਉਹਨੂੰ ਛਾਣਨਾ ਤੇ ਹੈ ਨਾ, ਛਾਣੀ ਤੇ ਉਹੀ ਹੈ। ਬਾਡੀ ਕੀ ਕਰੇਗੀ? ਬਾਡੀ ਇਹ ਕਰੇਗੀ ਕਿ ਪ੍ਰੈਸ਼ਰ ਵਧਾ ਦੇਗੀ। ਇੰਜ ਹੀ ਹੋਏਗਾ ਨਾ ਕਿ ਜਦੋਂ ਤੁਸੀਂ ਦੇਖ ਰਹੇ ਹੋ, ਹੁਣ ਤੁਹਾਨੂੰ ਮੈਂ ਦਿੰਨਾ ਕਿ ਇਹਦੇ ਚ ਮੋਬਾਈਲ ਗੁਜ਼ਾਰੋ, ਇਹ ਤੁਹਾਡੀ ਡਿਊਟੀ ਹੈ ਪੌਲ ਜੀ, ਕਿ ਤੁਹਾਨੂੰ ਤਨਖਾਹ ਹੀ ਮੈਂ ਉਦੋਂ ਦਿਆਂਗਾ ਜਦੋਂ 180 ਲੀਟਰ ਇਹਦੇ ਚ ਮੋਬਾਈਲ ਨੂੰ ਤੁਸੀਂ ਫਿਲਟਰ ਕਰਨਾ ਹੈ। ਉੱਥੇ ਚਮਚਾ ਫੇਰੋ ਜਾਂ ਕੁਝ ਕਰੋ, ਤੁਸੀਂ ਪੌਲ ਜੀ ਨੂੰ ਹੁਣ ਮਿਹਨਤ ਹੋਏਗੀ, ਪ੍ਰੈਸ਼ਰ ਪਾਓਗੇ, ਹੱਥਾਂ ਨਾਲ ਦਬਾਓਗੇ, ਚਮਚਾ ਫੇਰੋਗੇ, ਤੁਸੀਂ ਡਿਊਟੀ ਪੂਰੀ ਕਰਨੀ ਹੈ। ਕਿਡਨੀ ਦੀ ਇਹ ਡਿਊਟੀ ਹੈ ਕਿ ਉਹਨੇ 24/7 ਤੁਹਾਡੇ ਬਲੱਡ ਨੂੰ ਹਰ ਵਕਤ ਫਿਲਟਰ। ਔਰ ਮਜ਼ੇਦਾਰੀ ਦੀ ਗੱਲ ਤੁਹਾਨੂੰ ਮੈਂ ਦੱਸਾਂ ਕਿ ਜੋ ਕੁਝ ਇਹਦੇ ਚੋਂ ਗੁਜ਼ਰ ਰਹੀ ਹੈ, ਤੁਸੀਂ ਇਹ ਵੀ ਹਿਸਾਬ ਲਓ, 180 ਲੀਟਰ ਚੋਂ ਕਿਡਨੀ ਫਿਲਟਰ ਕਿੰਨਾ ਕਰਦੀ ਹੈ 24 ਘੰਟੇ 'ਚ? ਮੇਰਾ ਖਿਆਲ ਹੈ ਕਿ ਅਗਰ 24 ਘੰਟੇ ਤੁਸੀਂ ਆਪਣਾ ਯੂਰਿਨ ਕਲੈਕਟ ਕਰੋ ਤੇ ਸ਼ਾਇਦ ਹਾਰਡਲੀ 1 ਲੀਟਰ ਵੀ ਨਹੀਂ ਹੁੰਦਾ ਹੋਏਗਾ। ਬਸ ਹੈ, ਯਾਨੀ 1% ਤੋਂ ਵੀ ਘੱਟ ਤੁਸੀਂ ਰੋਕਣਾ ਹੈ, ਸਿਰਫ ਬਾਕੀ ਨੂੰ ਜਾਣ ਦੇਣਾ ਹੈ। ਹੁਣ ਇਹਦੇ ਲਈ ਕੈਸੇ ਕਮਾਲ ਦੇ ਸੈਂਸਰ ਹੋਣੇ ਚਾਹੀਦੇ ਨੇ ਉੱਥੇ ਉਸ ਸਟਰਕਚਰ ਦੇ ਵਿੱਚ। ਹੁਣ ਜਦੋਂ ਤੁਹਾਡਾ ਬਲੱਡ ਥਿਕ ਹੈ ਔਰ ਤੁਸੀਂ ਜ਼ੋਰ ਲਗਾ ਰਹੇ ਹੋ, ਕੀ ਹੋਏਗਾ? ਤੁਹਾਡੀ ਬਾਡੀ ਬਲੱਡ ਪ੍ਰੈਸ਼ਰ ਵਧਾ ਦੇਗੀ, ਵਧਾਏਗੀ ਨਾ ਬਲੱਡ ਪ੍ਰੈਸ਼ਰ, ਕਿਉਂਕਿ ਉਹਨੂੰ ਜ਼ੋਰ ਲਾ ਕੇ ਤੁਸੀਂ ਜਾਓਗੇ ਡਾਕਟਰ ਕੋਲ, ਡਾਕਟਰ ਕਹੇਗਾ ਓਏ ਹੋਏ ਬਲੱਡ ਪ੍ਰੈਸ਼ਰ ਹਾਈ ਹੈ, ਇਹਨੂੰ ਥੱਲੇ ਸੁੱਟਦੇ ਹਾਂ ਅਸੀਂ। ਉਹ ਕੀ ਕਰੇਗਾ? ਤੁਹਾਨੂੰ ਦੇਗਾ ਬਲੱਡ ਪ੍ਰੈਸ਼ਰ ਘਟਾਉਣ ਦੀ ਗੋਲੀ। ਉਹ ਨਹੀਂ ਜਾਏਗਾ ਇਹ ਦੇਖਣ ਲਈ ਕਿ ਬਲੱਡ ਪ੍ਰੈਸ਼ਰ ਕਿਉਂ ਹਾਈ ਹੈ। ਪਰ ਬਹੁਤ ਸਹੀ ਗੱਲ ਹੈ ਓਨੈਸਟਲੀ, ਠੀਕ ਹੈ ਨਾ, ਕਿਉਂ ਹਾਈ ਹੈ? ਇਹ ਬਾਡੀ ਡਮ ਹੈ, ਇਹ ਬਾਡੀ ਬੇਵਕੂਫ ਹੈ ਜਿਹੜੀ ਹਰ ਚੀਜ਼ ਇਤਨੇ ਵਾਈਜ਼ ਤਰੀਕੇ ਨਾਲ ਕਰ ਰਹੀ ਹੈ। ਉਹਨੇ ਬਲੱਡ ਪ੍ਰੈਸ਼ਰ ਵਧਾ ਦਿੱਤਾ, ਕੋਈ ਲੌਜਿਕ ਹੈ ਉਹਦੇ ਕੋਲ, ਕੋਈ ਉਹਦੀ ਵਜ੍ਹਾ ਹੋਏਗੀ। ਅਸੀਂ ਦੇਖਦੇ ਹਾਂ ਕਿ ਇਹਨਾਂ ਦਾ ਬਲੱਡ ਥਿਕ ਹੈ, ਕਿਆ ਇਹਨਾਂ ਦੀ ਕਿਡਨੀ ਦੇ ਵਿੱਚ ਜਿਹੜੇ ਨੈਫਰੋਨ ਨੇ, ਜਿਹੜੇ ਉਹ ਇੱਕ ਯੂਨਿਟ ਨੇ, ਫਿਲਟਰੇਸ਼ਨ ਯੂਨਿਟ ਨੇ, ਕਿਆ ਉਹ ਹੁਣ ਜਦੋਂ ਤੁਸੀਂ ਗੰਦਾ ਮੰਦਾ ਸਲੱਜ ਵਾਲਾ ਥਿਕ ਕਿਸਮ ਦਾ ਬਲੱਡ ਉਹਦੇ 'ਚ ਫਿਲਟਰ ਕਰੋਗੇ, ਬਾਸ ਜਾਲੀਆਂ ਬੰਦ ਵੀ ਹੋ ਜਾਣਗੀਆਂ ਨਾ। ਤੁਸੀਂ ਬਜਾਏ ਇਹਦੇ ਕਿ ਇਹ ਇਨਵੈਸਟੀਗੇਸ਼ਨ ਕਰੋ ਕਿ ਇਸ ਵਕਤ ਸਿਚੁਏਸ਼ਨ ਕੀ ਹੈ ਕਿਡਨੀ ਦੀ, ਕਿ ਕਿਡਨੀ ਟਰਬਲ ਵਿੱਚ ਤੇ ਨਹੀਂ ਹੈ। ਇਹ ਕਹਿ ਕੇ ਬਲੱਡ ਪ੍ਰੈਸ਼ਰ ਦੀ ਗੋਲੀ ਦਿੱਤੀ ਜਾਂਦੀ ਹੈ ਪੌਲ ਜੀ ਪੇਸ਼ੈਂਟਸ ਨੂੰ ਕਿ ਤੁਹਾਡੀ ਕਿਡਨੀ ਨੂੰ ਸੇਫ ਕਰ ਰਹੇ ਹਾਂ, ਸਾਰੀ ਉਮਰ ਨੂੰ ਲਾਤਾ ਜੀ। ਉਹਨਾਂ ਨੂੰ ਬਲੱਡ ਪ੍ਰੈਸ਼ਰ ਦੀ ਗੋਲੀ ਦਿੱਤੀ ਜਾਂਦੀ ਹੈ ਕਿ ਦਿਸ ਇਜ਼ ਟੂ ਸੇਵ ਯੋਰ ਕਿਡਨੀ, ਜਦਕਿ ਬਾਡੀ ਸਟਰਗਲ ਕਰ ਰਹੀ ਹੈ ਕਿ ਉਹਨੇ ਉਸ ਥਿਕ ਬਲੱਡ ਨੂੰ, ਟੌਕਸਿਕ ਬਲੱਡ ਨੂੰ, ਗਾੜੇ ਬਲੱਡ ਨੂੰ ਉਹਦੇ ਚੋਂ ਛਾਣਨੀ ਚੋਂ ਕੱਢਣਾ ਹੀ ਕੱਢਣਾ ਹੈ। ਉਹਦੀ ਡਿਊਟੀ ਹੈ, ਬਲੱਡ ਨੇ ਗੁਜ਼ਰ ਕੇ ਜਾਣਾ ਹੈ ਤਾਂ ਕਿ ਜਿਹੜੀਆਂ ਚੀਜ਼ਾਂ। ਔਰ ਤੁਹਾਨੂੰ ਮਜ਼ੇਦਾਰੀ ਦੀ ਗੱਲ ਦੱਸਾਂ, ਇਤਨੀ ਸਮਾਰਟ ਹੈ ਕਿਡਨੀ ਔਰ ਇਤਨੀ ਇੰਪੋਰਟੈਂਟ ਹੈ ਕਿਡਨੀ। ਅਸੀਂ ਕੀ ਸਮਝਦੇ ਹਾਂ ਕਿ ਕੋਈ ਨਹੀਂ ਜੀ ਕਿਡਨੀ ਖਤਮ ਵੀ ਹੋ ਗਈ ਤਾਂ ਅਸੀਂ ਤੇ ਡਾਇਲਿਸਿਸ ਕਰਵਾ ਆਉਂਦੇ ਹਾਂ ਨਾ। ਨਹੀਂ, ਕਿਡਨੀ ਦਾ ਸਿਰਫ ਇਹ ਕੰਮ ਨਹੀਂ ਹੈ ਕਿ ਤੁਹਾਡਾ ਉਹ ਸਿਰਫ ਉਹਨੂੰ ਬਲੱਡ ਨੂੰ ਹੀ ਸਾਫ਼ ਕਰ ਰਹੀ। ਕਿਡਨੀ ਇੱਕ ਹੋਰ ਕੈਮੀਕਲ ਬਣਾਉਂਦੀ ਹੈ, ਉਹਨੂੰ ਐਰੀਥਰੋਪੋਇਟਿਨ ਕਹਿੰਦੇ ਆ ਅਸੀਂ। ਅਗਰ ਕਿਡਨੀ ਉਹ ਕੈਮੀਕਲ ਨਹੀਂ ਬਣਾਏਗੀ, ਤੁਹਾਡੀ ਬਾਡੀ ਰੈੱਡ ਬਲੱਡ ਸੈੱਲ ਬਣਾ ਹੀ ਨਹੀਂ ਸਕਦੀ ਹੈ। ਕਿੰਨੀ ਸਮਾਰਟ ਹੈ ਸਾਡੀ ਕਿਡਨੀ। ਉਹ ਬਲੱਡ ਨੂੰ ਦੇਖ ਰਹੀ ਹੁੰਦੀ ਹੈ, ਉਹ ਦੇਖਦੀ ਹੈ ਕਿ ਇਹ ਜਿਹੜਾ ਬਲੱਡ ਮੇਰੇ ਕੋਲ ਆ ਰਿਹਾ ਨਾ, ਇਹਦੇ 'ਚ ਆਕਸੀਜਨ ਦੀ ਬੜੀ ਕਮੀ ਹੈ। ਉਹ ਫੌਰਨ ਇੱਕ ਕੈਮੀਕਲ ਬਣਾ ਕੇ ਮੈਸੇਜ ਭੇਜਦੀ ਹੈ ਤੁਹਾਡੀ ਬੋਨਸ ਨੂੰ ਕਿ ਆਰਬੀਸੀ ਵਧਾ, ਕਿਉਂਕਿ ਆਕਸੀਜਨ ਕਮ ਹੋ ਗਈ ਹੈ ਬਲੱਡ 'ਚ, ਸਾਨੂੰ ਜ਼ਿਆਦਾ ਰੈੱਡ ਬਲੱਡ ਚਾਹੀਦੇ ਨੇ ਤਾਂ ਕਿ ਹੋਰ ਆਕਸੀਜਨ ਦੀ ਸਪਲਾਈ ਹੋਵੇ। ਹੁਣ ਜਦੋਂ ਤੁਸੀਂ ਕਿਡਨੀ ਨੂੰ ਡੈਮੇਜ ਕਰ ਦਿੰਦੇ ਹੋ, ਤੁਸੀਂ ਕਿਡਨੀ ਦਾ ਉਹ ਫੰਕਸ਼ਨ ਵੀ ਕੰਪਰੋਮਾਈਜ਼ ਕਰ ਦਿੰਦੇ ਹੋ। ਠੀਕ ਹੈ ਨਾ, ਤੁਸੀਂ ਸਮਝਦੇ ਹੋ ਕੋਈ ਗੱਲ ਨਹੀਂ ਹੈ, ਮੈਂ ਡਾਇਲਿਸਿਸ ਤੇ ਕਰਾਉਣ ਨਹੀਂ। ਡਾਇਲਿਸਿਸ ਦੇ ਨਾਲ ਤੁਹਾਡੀ ਜਦੋਂ ਤੁਹਾਡੀ ਨੈਚੁਰਲ ਵੇ 'ਚ ਬਾਡੀ ਫੰਕਸ਼ਨ ਨਹੀਂ ਕਰ ਰਹੀ ਹੈ, ਤੁਹਾਨੂੰ ਹੋਰ ਬੜੀਆਂ ਚੀਜ਼ਾਂ ਦੀ ਡੈਫੀਸ਼ੀਐਂਸੀ ਆ ਜਾਏਗੀ, ਇਸ ਲਈ ਵੀਕਨੈਸ ਆ ਜਾਂਦੀ ਹੈ। ਪਰ ਜਿਹੜਾ ਹੁਣ ਤੁਸੀਂ ਦੱਸਿਆ ਕਿ ਕਿਡਨੀ ਵਜ੍ਹਾ ਨਾਲ ਬਲੱਡ ਪ੍ਰੈਸ਼ਰ ਹੁੰਦਾ ਹੈ, ਫਿਰ ਉਹ ਬਲੱਡ ਪ੍ਰੈਸ਼ਰ ਤੇ ਦਵਾ ਦੇ ਦਿੰਦੇ ਨੇ। ਹਾਂਜੀ, ਚਲੋ ਬਲੱਡ ਪ੍ਰੈਸ਼ਰ ਤੇ ਦੱਬਿਆ ਗਿਆ, ਹਾਂਜੀ। ਉਹਦੇ ਹੁਣ ਕਿਡਨੀ ਦਾ ਫਾਇਦਾ ਨੁਕਸਾਨ ਉਹ ਕਿਡਨੀ ਦਾ ਬਹੁਤ ਬੜਾ ਨੁਕਸਾਨ ਇਹ ਹੈ ਕਿ ਉਹ ਉਸ ਬਲੱਡ ਨੂੰ, ਥਿਕ ਬਲੱਡ ਨੂੰ, ਕਿਉਂਕਿ ਹੁਣ ਫੋਰਸ ਨਹੀਂ ਮਿਲ ਰਹੀ ਹੈ ਨਾ, ਉਹ ਬਗੈਰ ਫਿਲਟਰ ਦੇ ਹੀ ਨਿਕਲਣਾ ਸ਼ੁਰੂ ਹੋ ਜਾਏਗਾ। ਓ ਮਾਈ ਗॉड। ਫਿਰ ਉਹ ਜਿੰਨੇ ਟੌਕਸਿਕ ਵੇਸਟ ਨੇ ਤੁਹਾਡੇ, ਉਹ ਘੁੰਮ ਰਹੇ ਨੇ ਤੁਹਾਡੇ, ਡੈਮੇਜ ਕਰ ਰਹੇ ਨੇ, ਜਿਨ੍ਹਾਂ ਨੂੰ ਤੁਹਾਡੀ ਕਿਡਨੀ ਨੂੰ ਪਕੜ ਕੇ ਕੱਢ ਦੇਣਾ ਚਾਹੀਦਾ ਸੀ। ਲੇਕਿਨ ਜਦੋਂ ਤੁਸੀਂ ਬਲੱਡ ਪ੍ਰੈਸ਼ਰ ਰਿਡਿਊਸ ਕਰ ਲਿਆ, ਹੁਣ ਉਹ ਫਿਲਟਰ ਦੇ ਵਿੱਚੋਂ ਪਾਸ ਕਰਨ ਦੀ ਬਾਡੀ ਕੋਲ ਐਬਿਲਿਟੀ ਨਹੀਂ ਹੈ, ਉਹ ਸਲਿਪ ਹੋ ਕੇ ਸਾਈਡ ਤੋਂ ਨਿਕਲ ਜਾਣਗੇ, ਉਹ ਬਲੱਡ ਚੋਂ ਫਿਲਟਰ ਆਊਟ ਨਹੀਂ ਹੋਣਗੇ। ਠੀਕ ਹੈ ਨਾ, ਕਿੰਨੀ ਬੜੀ ਜ਼ਿਆਦਤੀ ਦੀ ਗੱਲ ਹੈ। ਠੀਕ ਹੈ ਨਾ, ਤੁਸੀਂ ਬਗੈਰ ਇਹਦੇ ਕਿ ਇਨਵੈਸਟੀਗੇਸ਼ਨ ਕਰੋ ਔਰ ਚੈੱਕ ਕਰੋ ਕਿ ਬਲੱਡ ਪ੍ਰੈਸ਼ਰ ਕਿਉਂ ਵਧਿਆ, ਤੁਸੀਂ ਬਲੱਡ ਪ੍ਰੈਸ਼ਰ ਨੂੰ ਘਟਾ ਦਿਓਗੇ, ਜਦਕਿ ਬਾਡੀ ਤੇ ਟਰਾਈ ਕਰ ਰਹੀ ਹੈ। ਠੀਕ ਹੈ ਨਾ। ਅੱਛਾ, ਹੁਣ ਕੀ ਕਰਨਾ ਚਾਹੀਦਾ ਜਿਨ੍ਹਾਂ ਲੋਕਾਂ ਦੀ, ਕਿਉਂਕਿ ਕਿਡਨੀ ਨੂੰ ਜਿਹੜੀ ਚੀਜ਼ ਡੈਮੇਜ ਕਰ ਰਹੀ ਹੁੰਦੀ ਹੈ ਨਾ, ਇੱਕ ਤੇ ਉਹ ਟੌਕਸਿਕ ਬਲੱਡ ਹੈ ਜਿਹਦੇ ਵਿੱਚ ਦੁਨੀਆ ਜਹਾਨ ਦਾ, ਪੌਲ ਜੀ ਨੇ ਪਰਫਿਊਮ ਲਾਇਆ ਹੈ ਜ਼ਹਿਰੀਲਾ ਕਿਸਮ ਦਾ, ਉਹ ਸਾਹ ਦੇ ਨਾਲ ਖੂਨ 'ਚ ਚਲਾ ਗਿਆ ਹੈ,
ਡਾਕਟਰ ਵਲੀ ਨੇ ਗੰਦੀ ਜੀ ਕਰੀਮ ਲਈ ਹੈ ਬਾਜ਼ਾਰ ਚੋਂ ਮੋਇਸਚਰਾਈਜ਼ਿੰਗ, ਉਹ ਲਾ ਦਿੱਤੀ ਹੈ, ਕਿਸੇ ਨੇ ਔਰਤਾਂ ਨੇ ਲਿਪਸਟਿਕ ਲਾ ਦਿੱਤੀ। ਉਹ ਜਿਹੜੀਆਂ ਵੀ ਕੈਮੀਕਲ ਨੇ ਬੇਸਿਕਲੀ ਇਹ ਕੈਮੀਕਲ ਨੇ, ਇਹ ਖੌਫਨਾਕ ਕਿਸਮ ਦੇ ਕੈਮੀਕਲ ਨੇ। ਔਰ ਯਾਦ ਰੱਖੋ ਇਹ ਐਕਸਪੈਰੀਮੈਂਟ ਹੋ ਚੁੱਕਿਆ ਕਿ ਜਦੋਂ ਵੀ ਸਾਡੀ ਬਾਡੀ ਦੇ ਵਿੱਚ ਕੋਈ ਫੋਰਨ ਆਬਜੈਕਟ ਜਾਂਦਾ ਹੈ, ਸਾਡੀ ਬਾਡੀ ਕੀ ਕਰਦੀ ਹੈ, ਫੌਰੀ ਤੌਰ ਤੇ ਇੱਕ ਇੰਤਹਾਈ ਕੰਮ ਦੀ ਚੀਜ਼ ਲਏਗੀ, ਜਿਵੇਂ ਮੈਗਨੀਸ਼ੀਅਮ ਹੈ, ਕੈਲਸ਼ੀਅਮ ਹੈ, ਪੋਟਾਸ਼ੀਅਮ ਹੈ, ਮੁxtਲਿਫ ਵਾਈਟਮਿਨਸ ਲੈ ਕੇ ਉਹ ਜਿਹੜਾ ਜ਼ਹਿਰ ਤੁਹਾਡੀ ਬਾਡੀ 'ਚ ਗਿਆ ਨਾ ਉਹਦੇ ਨਾਲ ਉਹਨੂੰ ਚਿਪਕਾ ਦੇਗੀ, ਉਹਦੇ ਨਾਲ ਉਹਨੂੰ ਚਿਪਕਾ ਕੇ ਉਹਦੀ ਸ਼ਕਲ ਬਦਲ ਦੇਗੀ। ਫਿਰ ਬਾਡੀ ਨੂੰ ਪਤਾ ਹੋਏਗਾ ਕਿ ਹੁਣ ਇਹਨੂੰ ਮੈਂ ਜਿਸਮ 'ਚੋਂ ਕੱਢ ਸਕਦੀ ਹਾਂ। ਫਿਰ ਉਹਨੂੰ ਜਿਸਮ 'ਚੋਂ ਐਕਸਪੈਲ ਕਰਨ ਦੀ ਕੋਸ਼ਿਸ਼ ਕਰੇਗੀ। ਕਿੱਥੋਂ ਐਕਸਪੈਲ ਕਰਨ ਦੀ ਕੋਸ਼ਿਸ਼ ਕਰੇਗੀ? ਤੁਹਾਡੀ ਕਿਡਨੀ 'ਚੋਂ। ਹੁਣ ਜਦੋਂ ਤੁਹਾਡੀ ਕਿਡਨੀ ਡੈਮੇਜ ਹੈ, ਉਹ ਪੋਇਜ਼ਨ ਜਿਹਨੂੰ ਤੁਹਾਡੀ ਬਾਡੀ ਨੇ ਘੰਟੇ 2 'ਚ ਕੱਢ ਦੇਣਾ ਚਾਹੀਦਾ ਸੀ, ਉਹ ਹੁਣ ਘੁੰਮ ਰਿਹਾ, ਉਹ ਤੁਹਾਡੇ ਬ੍ਰੇਨ ਨੂੰ ਡੈਮੇਜ ਕਰ ਰਿਹਾ, ਤੁਹਾਡੇ ਲਿਵਰ ਨੂੰ ਡੈਮੇਜ ਕਰ ਰਿਹਾ, ਤੁਹਾਡੇ ਲੰਗਸ ਨੂੰ ਡੈਮੇਜ ਕਰ ਰਿਹਾ। ਉਹ ਨਹੀਂ ਨਿਕਲ ਪਾ ਰਿਹਾ ਕਿਉਂਕਿ ਤੁਹਾਡਾ ਕਿਡਨੀ ਫੰਕਸ਼ਨ ਕੰਪਰੋਮਾਈਜ਼ ਹੋ ਗਿਆ। ਤੁਹਾਡੀ ਉਹ ਜਿਹੜੀ ਛਾਣਨੀ ਹੈ ਉਹ ਬਲੌਕਡ ਹੋ ਗਈ, ਉਹ ਕਲੌਗ ਅਪ ਹੋ ਗਈ ਹੈ। ਠੀਕ ਹੈ ਨਾ? ਅੱਛਾ, ਹੁਣ ਇਹਦੇ ਵਿੱਚ ਇੱਕ ਹੋਰ ਚੀਜ਼ ਦਾ ਬਹੁਤ ਨੁਕਸਾਨ ਜਿਹੜੀ ਚੀਜ਼ ਕਿਡਨੀ ਫੰਕਸ਼ਨ ਨੂੰ ਦਿੰਦੀ ਹੈ ਉਹ ਇਹ ਹੈ ਕਿ ਜਦੋਂ ਤੁਹਾਡਾ ਬਲੱਡ ਐਸਿਡਿਕ ਹੋ ਜਾਏਗਾ, ਠੀਕ ਹੈ ਨਾ, ਕਿਡਨੀ ਦਾ ਇੱਕ ਹੋਰ ਬੜਾ ਮੇਜਰ ਫੰਕਸ਼ਨ ਹੈ। ਸਾਡੀ ਬਾਡੀ ਦੇ ਵਿੱਚ ਪੌਲ ਜੀ ਹਰ ਵਕਤ ਐਕਸ਼ਨ ਔਰ ਰਿਐਕਸ਼ਨ ਹੋ ਰਹੇ ਨੇ, ਮੁxtਲਿਫ ਚੀਜ਼ਾਂ ਬਣ ਰਹੀਆਂ ਨੇ। ਹੁਣ ਇਹ ਮਿਸਾਲ ਹੈ, ਇਹ ਨਾਖੂਨ ਵੀ ਬਣ ਰਹੇ ਨੇ ਨਾ, ਇੱਥੇ ਸੈੱਲਾਂ ਦੇ ਵਿੱਚ ਰਿਐਕਸ਼ਨ ਹੋ ਰਿਹਾ, ਆਖਿਰ ਇੱਕ ਸੋਲਿਡ ਜੀ ਚੀਜ਼ ਤਿਆਰ ਹੋ ਰਹੀ ਹੈ। ਜਦੋਂ ਬਾਡੀ ਦੇ ਵਿੱਚ ਰਿਐਕਸ਼ਨ ਹੁੰਦਾ ਕਿਸੇ ਵੀ ਐਕਸ਼ਨ ਦਾ, ਮਸਲਨ એનર્ਜੀ ਜਦੋਂ ਬਾਡੀ ਪੈਦਾ ਕਰਦੀ ਹੈ ਉਹਦੇ 'ਚ ਵੇਸਟ ਵੀ ਪੈਦਾ ਹੁੰਦਾ। ਜਦੋਂ ਤੁਸੀਂ ਚੁੱਲ੍ਹੇ 'ਚ ਲੱਕੜ ਬਾਲੋਗੇ ਕੇਰੀ ਬਣੇਗੀ, ਕੇਰੀ ਨੂੰ ਸਾਫ਼ ਕਰਨਾ ਹੋਏਗਾ। ਤੁਹਾਨੂੰ ਇਹ ਚੀਜ਼ਾਂ ਨੂੰ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬਾਡੀ ਦਾ ਫੰਕਸ਼ਨ ਪ੍ਰੋਪਰਲੀ ਹੈ ਤੇ ਤੁਹਾਨੂੰ ਫਿਰ ਬਾਡੀ ਨੂੰ ਸਰਟਨ ਨਿਊਟ੍ਰੀਐਂਟਸ ਦੇਣੇ ਪੈਂਦੇ ਨੇ। ਅਗਰ ਤੁਸੀਂ ਉਹ ਨਿਊਟ੍ਰੀਐਂਟ ਨਹੀਂ ਦਿੰਦੇ ਹੋ ਤੇ ਤੁਹਾਡੀ ਬਾਡੀ ਜਿਹੜੀ ਹੈ ਉਹ ਪ੍ਰੋਪਰਲੀ ਕਿਡਨੀ ਕੋਲੋਂ ਵੀ ਕੰਮ ਨਹੀਂ ਲੈ ਸਕਦੀ। ਠੀਕ ਹੈ ਨਾ? ਅੱਛਾ, ਹੁਣ ਤੁਹਾਨੂੰ ਕਰਨਾ ਇਹ ਚਾਹੀਦਾ ਕਿਉਂਕਿ ਤੁਹਾਡੀ ਬਾਡੀ ਮੋਸਟਲੀ ਜਿਹੜਾ ਬਾਈ ਪ੍ਰੋਡਕਟ ਹੁੰਦਾ ਹੈ ਸਾਡੀ ਇੱਕ ਕੈਮੀਕਲ ਰਿਐਕਸ਼ਨਸ ਦਾ, ਉਹ ਐਸਿਡ ਹੁੰਦੇ ਨੇ। ਮਸਲਨ ਤੁਸੀਂ ਫਰਜ਼ ਕਰੋ ਮਿੱਠਾ ਗਲੂਕੋਜ਼ ਤੁਸੀਂ ਖਾਇਆ, ਉਹਨੂੰ ਅਗਰ ਤੁਹਾਡੀ ਬਾਡੀ ਬਰਨ ਕਰੇਗੀ ਥੋੜਾ ਜਿਹਾ ਐਸਿਡ ਬਣੇਗਾ। ਫੈਟ ਨੂੰ ਬਰਨ ਕਰਕੇ એનર્ਜੀ ਬਣਾਏਗੀ, ਐਜ਼ ਅ ਬਾਈ ਪ੍ਰੋਡਕਟ ਐਸਿਡ ਬਣਨਗੇ ਉਹਦੇ। ਸਾਡੀ ਬਾਡੀ ਕੀ ਕਰਦੀ ਹੈ, ਉਹਨਾਂ ਐਸਿਡਸ ਨੂੰ ਕਿਡਨੀ ਕੋਲ ਭੇਜਦੀ ਹੈ, ਕਿਡਨੀ ਉਹਨਾਂ ਨੂੰ ਪਕੜ ਕੇ ਤੇ ਕੱਢ ਦਿੰਦੀ ਹੈ। ਇਸ ਲਈ ਮੋਸਟ ਆਫ ਦਾ ਟਾਈਮ ਯੂਰਿਨ ਜਿਹੜਾ ਹੁੰਦਾ ਹੈ ਸਾਡਾ ਉਹ ਐਸਿਡਿਕ ਹੁੰਦਾ ਹੈ। ਸਾਡੀ ਬਾਡੀ ਕੱਢ ਰਹੀ ਹੁੰਦੀ ਹੈ ਐਸਿਡ। ਹੁਣ ਜਦੋਂ ਸਾਡੀ ਬਾਡੀ ਦੀ ਕਿਡਨੀ ਫੰਕਸ਼ਨ ਕੰਪਰੋਮਾਈਜ਼ ਹੋ ਜਾਏਗਾ, ਉਹ ਐਸਿਡ ਸਰਕੂਲੇਟ ਕਰੇਗਾ। ਜਦੋਂ ਐਸਿਡ ਸਰਕੂਲੇਟ ਕਰੇਗਾ, ਜਦੋਂ ਸਾਡਾ ਬਲੱਡ ਐਸਿਡਿਕ ਹੋਏਗਾ, ਉਹਦੀ ਪੀਐਚ ਪ੍ਰੋਪਰਲੀ ਜਿੰਨੀ ਹੋਣੀ ਚਾਹੀਦੀ ਹੈ ਉਨੀ ਨਹੀਂ ਹੋਏਗੀ। ਠੀਕ ਹੈ ਨਾ? ਉਹਦੀ ਰੇਂਜ 7.35 ਤੋਂ 7.4 ਤੱਕ ਇੱਕ ਰੇਂਜ ਹੈ, ਇਹ ਬਲੱਡ ਦੀ ਰੇਂਜ ਹੈ। ਜਦੋਂ ਉਸ ਤੋਂ ਐਸਿਡਿਕ ਰੇਂਜ ਵਿੱਚ ਬਲੱਡ ਚਲਾ ਜਾਏਗਾ, ਉਹਦੇ 'ਚ ਆਕਸੀਜਨ ਨਹੀਂ ਅਬਜ਼ੌਰਬ ਹੁੰਦੀ। ਐਸਿਡਿਕ ਬਲੱਡ ਜਿਹੜਾ ਹੈ ਨਾ ਉਹ ਆਕਸੀਜਨ ਪਕੜ ਹੀ ਨਹੀਂ ਸਕਦਾ। ਜਿੰਨੀ ਵੀ ਤੁਹਾਨੂੰ ਕੋਈ ਆਕਸੀਜਨ ਚੈਂਬਰ 'ਚ ਮੈਂ ਲਿਟਾ ਦਿਆਂ, ਲੇਕਿਨ ਅਗਰ ਤੁਹਾਡਾ ਬਲੱਡ ਐਸਿਡਿਕ ਹੈ ਤੁਸੀਂ ਆਕਸੀਜਨ ਨੂੰ ਅਬਜ਼ੌਰਬ ਹੀ ਨਹੀਂ ਕਰ ਸਕੋਗੇ। ਜਦੋਂ ਤੁਸੀਂ ਆਕਸੀਜਨ ਨੂੰ ਐਬਜ਼ੌਰਬ ਨਹੀਂ ਕਰੋਗੇ, ਤੁਹਾਡੇ ਜਿਹੜੇ ਰੈੱਡ ਬਲੱਡ ਸੈੱਲ ਨੇ ਉਹਨਾਂ 'ਚ એનર્ਜੀ ਘੱਟ ਹੋਏਗੀ, ਨੇੜੇ ਆਉਣਾ ਸ਼ੁਰੂ ਹੋ ਜਾਣਗੇ, ਉਹਨਾਂ 'ਚ ਚਾਰਜ ਘਟ ਜਾਏਗਾ। ਅਸੀਂ ਬ੍ਰੇਕ ਤੋਂ ਬਾਅਦ ਗੱਲ ਕਰਾਂਗੇ। ਮੈਨੂੰ ਥੋੜੀ ਬਹੁਤੀ ਸਮਝ ਆ ਰਹੀ ਹੈ ਬਲੱਡ ਜਿਹੜੀ ਤੁਸੀਂ ਕੀਤਾ ਸੀ ਨਾ, ਹਾਂਜੀ, ਤੇ ਮੈਨੂੰ ਲੱਗਦਾ ਤੁਸੀਂ ਉਹ ਡਾਇਰੈਕਸ਼ਨ 'ਚ। ਐਨੀਵੇ ਮੈਂ ਇੰਟਰਪਟ ਨਹੀਂ ਕਰਨਾ। ਇੱਕ ਭੈਣ ਸੀਗੀ, ਉਹਨੇ ਸਵਾਲ ਪੁੱਛਿਆ ਸੀ, ਆਈ ਹੋਪ ਤੁਸੀਂ ਵਾਚ ਕਰਦੇ ਹੋ। ਭਾਜੀ ਉਹ ਕਿਡਨੀ ਇਲਾਜ ਵੀ ਹੋ ਜਾਂਦੀ ਹੈ? ਹਾਂਜੀ ਹਾਂਜੀ, ਉਹੀ ਮੈਂ ਤੁਹਾਨੂੰ ਸਮਝਾਉਂਦਾ ਕਿ ਸੁੱਕੜ ਵੀ ਜਾਂਦੀ ਹੈ, ਇਨਲਾਰਜ ਵੀ ਹੋ ਜਾਂਦਾ। ਦੇਖੋ ਨਾ, ਹੁਣ ਇਹ ਕਿਡਨੀ ਹੈ, ਇਹਦੇ 'ਚੋਂ ਫਿਲਟਰ ਬਾਡੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਉਹ ਥਿਕ ਹੈ ਬਲੱਡ, ਉਹਨੂੰ ਜ਼ੋਰ ਲਾ ਰਹੀ ਹੈ ਬਾਡੀ ਪਿੱਛੋਂ ਪ੍ਰੈਸ਼ਰ ਨਾਲ। ਉਹਦੇ ਨਾਲ ਆਹਿਸਤਾ ਆਹਿਸਤਾ ਕਿਡਨੀ ਜਿਹੜੀ ਹੈ ਇਨਲਾਰਜ ਹੋਣੀ ਸ਼ੁਰੂ ਹੋ ਜਾਏਗੀ, ਕਿਉਂਕਿ ਉਹਨੂੰ ਪਿੱਛੋਂ ਪ੍ਰੈਸ਼ਰ ਮਿਲ ਰਿਹਾ, ਜ਼ੋਰ ਮਿਲ ਰਿਹਾ। ਹਾਈ ਬਲੱਡ ਪ੍ਰੈਸ਼ਰ ਦੇ ਨਾਲ ਆਹਿਸਤਾ ਆਹਿਸਤਾ ਉਹਦਾ ਸਾਈਜ਼ ਇਨਲਾਰਜ ਹੋਣਾ ਸ਼ੁਰੂ ਹੋ ਜਾਏਗਾ, ਕਲੌਗਡ ਅਪ ਹੋਣਾ ਸ਼ੁਰੂ ਹੋ ਜਾਏਗਾ, ਇਨਫਲੇਮ ਹੋਣਾ ਸ਼ੁਰੂ ਹੋ ਜਾਏਗੀ, ਸੁੱਜ ਜਾਏਗੀ, ਉਹ ਠੀਕ ਹੋ ਜਾਂਦੀ ਹੁੰਦੀ ਹੈ। ਆਮ ਗਲੈਡ, ਆਈ ਰੀਅਲੀ ਹੋਪ ਜੀ ਤੁਸੀਂ ਸੁਣਦੇ ਹੋਗੇ। ਬੜੀ ਦੇਰ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ, ਲੇਕਿਨ ਮੇਰੇ ਦਿਮਾਗ 'ਚ ਆ ਗਿਆ। ਔਰ ਡਾਕਟਰ ਸਾਹਿਬ ਨੇ ਅੱਜ ਕਿਡਨੀ ਬਾਰੇ ਗੱਲ ਕੀਤੀ, ਬਹੁਤ ਡਾਕਟਰ ਸਾਹਿਬ ਲੋਕ ਬਹੁਤ ਐਪਰੀਸ਼ੀਏਟ ਕਰਦੇ ਨੇ। ਮੇਰੇ ਵਰਗੇ ਜਿਹੜੇ ਸਿੱਧੇ ਬੰਦੇ ਜਿਹਨੂੰ ਮੈਡੀਕਲ ਟਰਮਸ ਨਹੀਂ ਸਮਝ ਪੈਂਦੀ, ਤੁਸੀਂ ਹੁਣ ਪੌੜੀ ਦੇ ਨਾਲ ਦੱਸਿਆ ਆਇਲ ਨੂੰ ਕਿੱਦਾਂ ਕਰਨਾ ਸਾ, ਉਹ ਤੁਸੀਂ ਆਪਣੇ ਦਿਮਾਗ ਦੇ ਸਾਹਮਣੇ ਲੈ ਕੇ ਆਓ ਤੇ ਸਮਝ ਆਉਂਦੀ ਹੈ। ਹਾਂਜੀ ਬਿਲਕੁਲ ਸਾਫ਼ ਗੱਲ ਹੈ। ਦੇਖੋ ਨਾ, ਇੱਕ ਬਿਲਕੁਲ ਦੇਸੀ ਜੀ ਮਿਸਾਲ ਹੈ ਕਿ ਚਾਹ ਵਾਲੀ ਜਿਹੜੀ ਪੌਣੀ ਹੈ ਉਹਦੇ 'ਚ ਜਦੋਂ ਤੁਸੀਂ ਚਾਹ ਕਰੋਗੇ 1 ਸਕਿੰਟ 'ਚ ਥੱਲੇ ਆ ਜਾਏਗੀ, ਉਹਦੇ 'ਚ ਮੋਬਾਈਲ ਕਰਕੇ ਦੇਖੋ ਪਤਾ ਲੱਗ ਜਾਏਗਾ।
ਜਦੋਂ ਤੁਹਾਡਾ ਬਲੱਡ ਥਿਕ ਹੋਏਗਾ, ਜਦੋਂ ਤੁਹਾਡੇ ਬਲੱਡ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ, ਯਾਦ ਰੱਖੋ ਕਿ ਇਹ ਤੇ ਐਗਜ਼ਾਮਪਲ ਦੇ ਤੌਰ ਤੇ ਮੈਂ ਕਿਹਾ ਨਾ ਕਿ ਛਾਣੀ ਲੋਹੇ ਦੀ ਬਣੀ ਹੈ, ਚਾਹ ਵਾਲੀ ਜਿਹੜੀ ਪਾਉਣੀ ਹੈ, ਲੇਕਿਨ ਸਾਡੀ ਕਿਡਨੀ ਲੋਹੇ ਦੀ ਤਾਂ ਨਹੀਂ ਬਣੀ ਹੋਈ। ਬਿਲਕੁਲ, ਇਹ ਤੇ ਇੱਕ ਕਨੈਕਟਿਵ ਟਿਸ਼ੂ ਦਾ, ਪ੍ਰੋਟੀਨ ਦਾ ਇੱਕ ਮਾਸ ਹੈ। ਜਦੋਂ ਉਸ ਮਾਸ ਚੋਂ ਖਤਰਨਾਕ ਕਿਸਮ ਦੇ ਪੋਇਜ਼ਨ ਨਿਕਲਣਗੇ, ਉਹਨੂੰ ਗਲਾਉਂਦੇ ਜਾਣਗੇ, ਉਹ ਜਾਣੀ ਨਹੀਂ, ਉਹ ਤੁਹਾਡੀ ਜਾਲੀ ਗਲਣੀ ਸ਼ੁਰੂ ਹੋ ਜਾਏਗੀ। ਜਦੋਂ ਗਲੇਗੀ ਉਹਦੇ ਤੇ ਸੋਜ ਪੈ ਜਾਏਗੀ, ਜਦੋਂ ਸੋਜ ਪਏਗੀ ਉਹਦਾ ਸਾਈਜ਼ ਇਨਲਾਰਜ ਹੋਣਾ ਸ਼ੁਰੂ ਹੋ ਜਾਏਗਾ। ਅਸੀਂ ਕਹਾਂਗੇ ਜੀ ਇਹਨਾਂ ਦੀ ਕਿਡਨੀ ਵੱਡੀ ਹੋ ਗਈ, ਸੁੱਜ ਗਈ ਹੈ ਕਿਡਨੀ। ਪਰ ਜਦੋਂ ਤੁਹਾਨੂੰ ਸਟਾਰਟ ਤੁਸੀਂ ਦੱਸਿਆ ਸੀ ਕਿ ਕਿੰਨੇ ਪਰਸੈਂਟ ਪਤਾ ਲੱਗਦਾ ਤੁਹਾਡਾ ਕਿਡਨੀ ਦਾ, ਇਹ ਕੁਝ ਐਦਾਂ ਨਹੀਂ ਹੈ ਕਿ ਤੁਸੀਂ ਡਾਇਲਿਸਿਸ ਸਿੱਧਾ ਹੀ ਚਲੇ ਗਏ ਹੋ। ਨਹੀਂ, ਇਹ ਲੰਬਾ ਪ੍ਰੋਸੈਸ, ਕਮ ਅਸ ਕਮ ਇਹਦੇ ਵਿੱਚ 7-7 6-6 ਸਾਲ ਲੱਗ ਜਾਂਦੇ ਨੇ। ਬੜਾ ਟਾਈਮ ਹੈ। ਯਾਨੀ ਤੁਹਾਨੂੰ ਤੁਹਾਡਾ ਡਾਕਟਰ ਜਿਹੜਾ ਹੈ ਉਹ 5-5 6-6 ਸਾਲ ਪਹਿਲੇ ਦੱਸਣਾ ਸ਼ੁਰੂ ਕਰ ਤੁਹਾਡਾ ਕਿਡਨੀ ਫੰਕਸ਼ਨ ਸਲੋ ਹੋ ਰਿਹਾ ਹੈ, ਠੀਕ ਕਰੋ। ਲੇਕਿਨ ਅਨਫੋਰਚੂਨੇਟਲੀ ਉਸ ਸਿਸਟਮ ਕੋਲ ਟੂਲਸ ਨਹੀਂ ਹੈ। ਉਹ ਤੇ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਇਹੀ ਕਰ ਸਕਦੇ ਨੇ ਨਾ ਕਿ ਤੁਹਾਨੂੰ ਪੇਨ ਕਿਲਰ ਦੇ ਦੇਣਗੇ ਜਾਂ ਡਾਈਯੂਰੈਟਿਕ ਹੁੰਦੀ ਹੈ, ਉਹ ਪਿਸ਼ਾਬ ਕੱਢਣ ਵਾਲੀ ਜਿਹੜੀ ਗੋਲੀਆਂ ਨੇ ਉਹ ਦੇ ਦਿੰਦੇ ਨੇ। ਲੇਕਿਨ ਅਗਰ ਤੁਸੀਂ ਉਹ ਫਰੂਸਾਮਾਈਡ ਜਿਹੜੀ ਹੈ, ਪਿਸ਼ਾਬ ਕੱਢਣ ਵਾਲੀ ਗੋਲੀ ਹੈ, ਤੁਸੀਂ ਮਜ਼ੇਦਾਰੀ ਦੀ ਗੱਲ ਹੈ ਕਿ ਉਹਦਾ ਸਭ ਤੋਂ ਵੱਡਾ ਸਾਈਡ ਇਫੈਕਟ ਕਿਡਨੀ ਡੈਮੇਜ ਹੈ। ਤੁਸੀਂ ਅਗਰ ਪੜੋਗੇ ਤੇ ਉਲਟਾ ਕਿਡਨੀ ਡੈਮੇਜ ਹੋਏਗੀ। ਹੁਣ ਮੈਂ ਲੋਕਾਂ ਨੂੰ ਕਹਿੰਦਾ ਹੁੰਦਾ ਕਿ ਦੇਖੋ ਨਾ ਪੌਲ ਜੀ, ਇੱਕ ਮਜ਼ੇ ਦੀ ਗੱਲ ਤੁਹਾਨੂੰ ਮੈਂ ਮਿਸਾਲ ਦਿੰਨਾ ਕਿ ਇੱਕ ਬੰਦਾ ਰੋਡ ਤੇ ਟੁਰਿਆ ਜਾ ਰਿਹਾ ਹੋਵੇ ਔਰ ਅਸੀਂ ਦੇਖੀਏ ਕਿ ਉਸ ਵਿਚਾਰੇ ਨੂੰ ਛਿੱਕਾਂ ਆ ਰਹੀਆਂ ਨੇ, ਖੰਘਦਾ ਜਾ ਰਿਹਾ, ਉਹਨੂੰ ਬੁਖਾਰ ਹੈ, ਉਹਨੇ ਹੱਥ 'ਚ ਟਿਸ਼ੂ ਫੜਿਆ ਹੈ, ਦਰਦਾਂ ਹੋ ਰਹੀਆਂ ਨੇ, ਹਾਲਤ ਖਰਾਬ ਹੈ ਉਹਦੀ, ਤੇ ਮੈਂ ਜਾ ਕੇ ਉਹਦੇ ਸਿਰ ਤੇ 40 ਕਿਲੋ ਦੀ ਪੰਡ ਵੀ ਰੱਖ ਦਿਆਂ ਕਿ ਯਾਰ ਤੂੰ ਉਧਰ ਨੂੰ ਜਾ ਰਿਹਾ ਨਾ, ਜ਼ਰਾ ਇਹ ਵੀ ਸਿਰ ਤੇ ਰੱਖ ਕੇ ਲੈ ਜਾ, ਉਹ ਤੇ ਡਿੱਗ ਪਏਗਾ ਨਾ। ਬਿਲਕੁਲ। ਹੁਣ ਤੁਹਾਡੀ ਕਿਡਨੀ ਜਿਹੜੀ ਹੈ ਉਹ ਬਿਮਾਰ ਹੈ, ਤੁਹਾਡਾ EGFR ਦਾ ਲੈਵਲ 50 ਤੋਂ ਥੱਲੇ ਆ ਗਿਆ, ਠੀਕ ਹੈ। ਹੁਣ ਤੁਸੀਂ ਸ਼ਦੀਦ ਟੈਨਸ਼ਨ 'ਚ ਹੋ ਕਿ ਮੈਂ ਹੁਣ ਕੀ ਕਰਾਂ ਆਪਣੀ ਕਿਡਨੀ ਨੂੰ, ਲੇਕਿਨ ਨਾਲ ਹੀ ਤੁਸੀਂ ਡਰੱਗਸ ਲਈ ਜਾ ਰਹੇ ਹੋ, ਹੈ ਤੁਸੀਂ ਪੇਨ ਕਿਲਰ ਲਈ ਜਾ ਰਹੇ ਹੋ। ਤੁਸੀਂ ਇਹਨਾਂ ਨੂੰ ਕਿਹਨੇ ਫਿਲਟਰ ਕਰਨਾ ਹੈ? ਉਸੇ ਕਿਡਨੀ ਨੇ ਹੀ ਕਰਨਾ ਹੈ ਨਾ। ਉਹੀ ਗੱਲ ਹੀ ਹੋ ਗਈ ਕਿ ਇੱਕ ਬਿਮਾਰ ਬੰਦਾ ਹੈ, ਉਹਦੇ ਸਿਰ ਤੇ ਫਿਰ ਤੁਸੀਂ ਪੰਡ ਵੀ ਰੱਖ ਦਿਓਗੇ ਕਿ ਇਹ ਲੈ ਤੂੰ ਬਿਮਾਰ ਹੈ ਨਾ, ਇਹ ਲੈ ਹੁਣ ਤੇਰੇ ਅੰਦਰ ਮੈਂ 5-7 ਹੋਰ ਜ਼ਹਿਰਾਂ ਵੀ ਲੈ ਕੇ ਜਾ ਰਿਹਾ ਵਾਂ, ਮੈਂ ਪਰਫਿਊਮ ਵੀ ਲਾ ਲੈਣੇ, ਮੈਂ ਇਹ ਕਰੀਮ ਵੀ ਬਾਜ਼ਾਰੋਂ ਲੈ ਕੇ ਲਾ ਲਈ ਹੈ, ਇਹ ਸਾਰਾ ਕੁਝ ਤੂੰ ਫਿਲਟਰ ਕਰਨਾ ਹੈ। ਕੀ ਹੋਏਗਾ ਕਿ ਉਹਦਾ ਡਿਸਟਰਕਸ਼ਨ ਦਾ ਪ੍ਰੋਸੈਸ ਸਪੀਡ ਅਪ ਹੋ ਜਾਏਗਾ, ਠੀਕ ਹੈ ਨਾ। ਇਹਦੇ ਲਈ ਬੈਸਟ ਤਰੀਕਾ ਜਿਹੜਾ ਹੈ ਉਹ ਆਪਾਂ ਐਕਸਪਲੇਨ ਕਰਾਂਗੇ, ਬ੍ਰੇਕ ਤੋਂ ਬਾਅਦ ਵੀ ਐਕਸਪਲੇਨੇਸ਼ਨ ਮੈਂ ਦਿਆਂਗਾ। ਲੇਕਿਨ ਯਾਦ ਰੱਖੋ ਕਿ ਐਸਿਡਿਕ ਬਲੱਡ ਜਿਹੜਾ ਹੈ ਉਹ ਕਿਡਨੀ ਲਈ ਹਾਈਲੀ ਡੈਮੇਜਿੰਗ ਹੈ। ਔਰ ਬਲੱਡ ਅਲਕਲਾਈਨ ਕਿਵੇਂ ਹੋ ਜਾਂਦਾ ਹੈ? ਬਲੱਡ ਅਲਕਲਾਈਨ ਹੁੰਦਾ ਸਬਜ਼ੀਆਂ ਖਾਣ ਨਾਲ। ਸਮੂਦੀ ਪੀਓ ਸਵੇਰ ਜਿਹਨਾਂ ਲੋਕਾਂ ਨੂੰ ਕਿਡਨੀ ਦਾ ਪ੍ਰੋਬਲਮ ਹੈ ਉਹਨਾਂ ਨੂੰ ਮੈਂ ਕਹਾਂਗਾ ਸਵੇਰੇ ਗ੍ਰੀਨ ਸਮੂਦੀ ਪੀਓ, ਤੁਸੀਂ ਗ੍ਰੀਨ ਜੂਸ ਪੀਓ, ਬਜਾਏ ਦੇ ਕਿ ਫਰੂਟ ਦੇ ਜੂਸ ਪੀਓ, ਤੁਸੀਂ ਗ੍ਰੀਨ ਸਮੂਦੀ ਪੀਓ, ਆਦਤ ਪਾਓ। ਤੁਸੀਂ ਆਪਣੇ ਬਲੱਡ ਨੂੰ ਹਰ ਵਕਤ ਕੋਸ਼ਿਸ਼ ਕਰੋ ਅਲਕਲਾਈਨ ਔਰ ਆਈਡੀਅਲ ਰੇਂਜ ਵਿੱਚ ਰਵੇ, ਠੀਕ ਹੈ ਨਾ। ਅਗਰ ਤੁਹਾਡੀ ਬਲੱਡ ਦੇ ਵਿੱਚ ਮੈਗਨੀਸ਼ੀਅਮ ਦਾ ਲੈਵਲ ਪੂਰਾ ਹੈ, ਤੁਹਾਡਾ ਬਲੱਡ ਅਲਕਲਾਈਨ ਰਹੇਗਾ। ਅਗਰ ਤੁਹਾਡੇ ਬਲੱਡ ਦੇ ਵਿੱਚ ਆਇਓਡੀਨ ਦਾ ਲੈਵਲ ਪੂਰਾ ਹੈ, ਤੁਹਾਡਾ ਬਲੱਡ ਅਲਕਲਾਈਨ ਰਹੇਗਾ, ਥਿਕ ਨਹੀਂ ਹੋਏਗਾ। ਕਿਉਂਕਿ ਇਹ ਜਿਹੜੇ ਨਿਊਟ੍ਰੀਐਂਟਸ ਨੇ ਜਿਹੜੇ ਸਾਡੇ ਖਾਣਿਆਂ 'ਚ ਸਾਨੂੰ ਮਿਲ ਜਾਂਦੇ ਨੇ, ਯਾਨੀ ਇਹ ਮੈਗਨੀਸ਼ੀਅਮ ਹੋ ਗਿਆ, ਆਇਓਡੀਨ ਹੋ ਗਿਆ, ਆਇਰਨ ਹੋ ਗਿਆ, ਕੈਲਸ਼ੀਅਮ ਹੋ ਗਿਆ, ਇਹ ਸਾਰੀਆਂ ਚੀਜ਼ਾਂ ਸਾਨੂੰ ਸਬਜ਼ੀਆਂ 'ਚੋਂ ਮਿਲ ਜਾਂਦੀਆਂ। ਪਰ ਆਮ ਦੇਖਿਆ ਡਾਕਟਰ ਉਹ ਐਸਪਰੀਨ ਦੇ ਉੱਪਰ ਲਗਾ ਦਿੰਦੇ ਨੇ। ਹਾਂਜੀ, ਉਹ ਇੱਕ ਆਰਟੀਫੀਸ਼ੀਅਲ ਚੀਜ਼ ਹੈ। ਔਰ ਐਸਪਰੀਨ ਦੇ ਬਾਰੇ 'ਚ ਪੜੋ, ਤੁਹਾਨੂੰ ਪਤਾ ਲੱਗੇਗਾ ਕਿ ਐਸਪਰੀਨ ਕਿਡਨੀ ਨੂੰ ਵੀ ਡੈਮੇਜ ਕਰਦੀ ਹੈ, ਐਸਪਰੀਨ ਤੁਹਾਡੇ ਸਟੋਮਕ ਨੂੰ ਵੀ ਡੈਮੇਜ, ਸਟੋਮਕ ਅਲਸਰ ਹੋ ਜਾਂਦਾ ਹੈ। ਤੁਸੀਂ ਜ਼ਰੂਰ ਆਰਟੀਫੀਸ਼ੀਅਲ ਚੀਜ਼ ਲੈਣੀ ਹੈ, ਠੀਕ ਹੈ। ਤੁਸੀਂ ਪਹਿਲੇ ਨੈਚੁਰਲ ਫੂਡ ਦੇ ਜ਼ਰੀਏ ਤੁਸੀਂ ਟਰਾਈ ਕਰੋ ਕਿ ਉਹਨੂੰ ਅਸੀਂ ਠੀਕ ਕਰੀਏ। ਪਰ ਭਜਨ ਇਹ ਬੜਾ ਤੁਸੀਂ ਜਿੱਦਾਂ ਗੱਲਾਂ ਦੱਸਦੇ, ਓਨੈਸਟਲੀ ਮੈਂ ਅੱਜ ਸਵੇਰ ਮੈਨੇ ਧਿਆਨ ਨਾਲ ਸੁਣਿਆ, ਮੇਰੀ ਅੱਖਾਂ ਖੁੱਲ ਗਈਆਂ ਕਿ ਅਸੀਂ ਕਿੰਨਾ ਜ਼ੁਲਮ ਹੋ ਰਿਹਾ ਹੈ। ਅਸੀਂ ਇੰਨੇ ਅਣਜਾਣਾ ਚੀਜ਼ਾਂ ਦੇ ਵਿੱਚ ਇੱਕ ਚੀਜ਼ ਖਰਾਬ ਨੂੰ ਅਸੀਂ ਉਹਨੂੰ ਠੀਕ ਨਹੀਂ ਕਰਦੇ, ਉਹਨੂੰ ਹੋਰ ਨੁਕਸਾਨ। ਉਹੀ ਗੱਲ ਹੈ ਨਾ, ਜਿਵੇਂ ਮੈਂ ਤੁਹਾਨੂੰ ਮਿਸਾਲ ਦਿੱਤੀ ਕਿ ਇੱਕ ਬਿਮਾਰ ਆਦਮੀ ਹੈ, ਉਹਨੂੰ ਤੇ ਰੈਸਟ ਦੇਣਾ ਚਾਹੀਦਾ ਹੈ। ਉਹਨੂੰ ਤੁਸੀਂ ਤਾਕਤ ਵਾਲੀਆਂ ਖੁਰਾਕਾਂ ਦਿਓ, ਰੈਸਟ ਦਿਓ, ਉਹਨੂੰ ਕਹੋ ਤੈਨੂੰ ਟੈਨਸ਼ਨ ਨਹੀਂ ਹੈ, ਤੂੰ ਫਿਕਰ ਹੀ ਨਾ ਕਰ, ਤੈਨੂੰ ਕੁਝ ਵੀ ਨਹੀਂ ਆਉਣ ਲੱਗਾ। ਲੇਕਿਨ ਬਜਾਏ ਦੇ ਅਸੀਂ ਉਹਨੂੰ ਕਹਾਂਗੇ ਤੂੰ ਇਹ ਡਰੱਗ ਖਾ, ਉਹ ਡਰੱਗ ਖਾ, ਇਹ ਦਵਾਈ ਖਾ, ਉਹ ਗੋਲੀ ਖਾ, ਨਾਲ ਹੀ ਗੰਦੀਆਂ ਉਹਨੂੰ ਖਾਣੇ ਘਰ 'ਚ ਬਣੇ ਹੋਏ, ਬਾਜ਼ਾਰ 'ਚ ਬਣੇ ਹੋਏ ਉਹ ਉਹਨੂੰ ਦੇਣੇ ਸ਼ੁਰੂ ਕਰ ਦੇਣ, ਗੰਦੇ ਤੇਲਾਂ 'ਚ ਬਣੀਆਂ ਹੋਈਆਂ ਚੀਜ਼ਾਂ ਦੇਵਾਂਗੇ, ਉਹਨੂੰ ਕੋਈ ਅਸੀਂ ਐਜੂਕੇਟ ਨਹੀਂ ਕਰਾਂਗੇ। ਕਿ ਜਦੋਂ ਤੁਹਾਨੂੰ ਮੈਂ ਇੱਕ ਪਹਿਲੇ ਵੀ ਮਿਸਾਲ ਦਿੱਤੀ ਸੀ ਕਿ ਔਰਤਾਂ ਨੂੰ ਖਾਸ ਤੌਰ ਤੇ ਪਤਾ ਹੋਏਗਾ ਕਿ ਇਹ ਜਿਹੜਾ ਆਟਾ ਹੁੰਦਾ, ਕਣਕ ਦਾ ਆਟਾ ਜਿਹੜਾ
ਇਹਨੂੰ ਜਦੋਂ ਅਸੀਂ ਗੁੰਨਦੇ ਆ ਉਸ ਤੋਂ ਬਾਅਦ ਸਾਡੇ ਹੱਥ ਜਿਹੜੇ ਨੇ ਚਿੰਬੜਨਾ ਸ਼ੁਰੂ ਹੋ ਜਾਂਦੇ ਨੇ। ਇਹ ਚਿੰਬੜਦਾ ਹੈ, ਚਿੰਬੜਦਾ ਹੈ, ਹੱਥ ਗਿੱਲਾ ਕਰ ਲੈਂਦੇ ਨਾ। ਹਾਂ, ਚਿੰਬੜਦਾ ਹੈ। ਕਿਉਂ ਚਿੰਬੜਦਾ ਹੈ? ਤੁਸੀਂ ਕਦੇ ਮਿਠਾਈ ਨੂੰ ਹੱਥ 'ਚ ਫੜੋ ਨਾ, ਉਹ ਵੀ ਚਿੰਬੜਦੀ ਹੈ। ਮਿੱਠੀ ਚੀਜ਼ ਜਿਹੜੀ ਵੀ ਹੋਏਗੀ ਉਹ ਚਿੰਬੜੇਗੀ, ਉਹ ਸਟਿੱਕੀ ਹੋ ਜਾਏਗੀ, ਠੀਕ ਹੈ ਨਾ। ਇਹ ਕਣਕ ਜਿਹੜੀ ਹੈ ਇਹ ਬਹੁਤ ਜ਼ਿਆਦਾ ਮਿੱਠੀ ਚੀਜ਼ ਹੈ। ਇਸ ਲਈ ਜਿਹੜੇ ਔਰ ਤੁਸੀਂ ਇੱਕ ਚੀਜ਼ ਹੋਰ ਮੈਂ ਤੁਹਾਨੂੰ ਦੱਸਾਂ, ਹੁਣ ਜਦੋਂ ਇਹ ਨੈਫਰੋਨ ਜਿਹੜੇ ਹੁੰਦੇ ਨੇ ਨਾ, ਨੈਫਰੋਨ ਜਿਹੜੇ ਕਿਡਨੀ ਦੇ ਫਿਲਟਰੇਸ਼ਨ ਯੂਨਿਟ ਹੈ, ਐ ਸਮਝੋ ਛਾਣੀ ਦੀ ਜਿਹੜੀ ਇੱਕ ਇੱਕ ਮੋਰੀ ਹੈ, ਉਹ ਅਗਰ ਛਾਣੀ ਦੀ ਤਰ੍ਹਾਂ ਤਾਂ ਨਹੀਂ, ਲੇਕਿਨ ਮੈਂ ਮਿਸਾਲ ਤੁਹਾਨੂੰ ਦੇ ਰਿਹਾ ਕਿ ਇੱਕ ਇੱਕ ਛਾਣੀ ਦਾ ਜਿਹੜਾ ਮੋਰਾ ਹੈ ਉਹਨੂੰ ਅਸੀਂ ਨੈਫਰੋਨ ਕਹਿੰਦੇ ਆ। ਉਹ ਮਾਈਕਰੋ ਸਟਰਕਚਰ ਹੈ, ਉਹਨੂੰ ਤੁਸੀਂ ਆਮ ਨਜ਼ਰ ਤੋਂ ਦੇਖ ਵੀ ਨਹੀਂ ਸਕਦੇ। ਬੜੀ ਪਾਵਰਫੁਲ ਤੁਸੀਂ ਮਾਈਕਰੋਸਕੋਪ ਦੇ ਥੱਲੇ ਤੁਹਾਨੂੰ ਨਜ਼ਰ ਆਏਗਾ। ਅਜਰ ਬਹੁਤ ਮਾਫੀ ਚਾਹਾਂਗਾ, ਸੌਰੀ ਬ੍ਰੇਕ ਲੈਣੀ ਪਏਗੀ। ਇਹ ਗੱਲ ਯਾਦ ਰੱਖਣੀ ਹੈ, ਬਹੁਤ ਇੰਟਰਸਟਿੰਗ। ਪਲੀਜ਼ ਸੇ ਟਿਊਨਡ ਇਨ, ਬਹੁਤ ਹੀ ਦੂਰ ਨਾ ਜਾਇਓ। ਬ੍ਰੇਕ ਬਾਅਦ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਇਨ ਦ ਸੈਕੰਡ ਪਾਰਟ। ਅਗਰ ਤੁਸੀਂ ਹੁਣੇ ਦੇਖਣਾ ਸ਼ੁਰੂ ਕੀਤਾ, ਓਨੈਸਟਲੀ ਮੈਂ ਤੁਹਾਨੂੰ ਸੱਚ ਕਹਿਣਾ ਪਿਆ, ਯੂ ਮਿਸਡ ਅ ਲੋਟ। ਬਹੁਤ ਯੂ ਨੋ, ਅਸੀਂ ਡਾਕਟਰ ਸਾਹਿਬ ਵੀ ਕਹਿੰਦੇ ਨੇ, ਮੈਂ ਵੀ ਹਮੇਸ਼ਾ ਕਹਿੰਦਾ, ਉਹ ਕਹਿੰਦੇ ਤੁਸੀਂ ਮੇਰੇ ਕੋਲ ਇਲਾਜ ਕਰਾਉਣ ਦੀ ਲੋੜ ਨਹੀਂ ਹੈ, ਤੁਸੀਂ ਜੋ ਗੱਲਾਂ ਕਹਿੰਦੇ ਉਹਨਾਂ ਨੂੰ ਆਪਣੀ ਜ਼ਿੰਦਗੀ ਨੂੰ ਨਾ ਇੰਪਲੀਮੈਂਟ ਕਰੋ ਐਂਡ ਯੂ ਸੀ ਦ ਡਿਫਰੈਂਸ ਯੂਰ ਲਾਈਫ। ਡਾਕਟਰ ਸਹੀ ਕਿ ਨਹੀਂ ਹੈਗੀ? ਬਿਲਕੁਲ ਸਹੀ ਗੱਲ ਹੈ। ਅਸਲ ਸਾਰੀ ਜਿਹੜੀ ਕਹਾਣੀ ਹੈ ਨਾ, ਉਹ ਇੱਥੋਂ ਸ਼ੁਰੂ ਹੁੰਦੀ ਹੈ ਕਿ ਅੰਦਰ ਜਾ ਰਿਹਾ। ਬਿਲਕੁਲ ਠੀਕ ਹੈ ਨਾ। ਅਗਰ ਅਸੀਂ ਇਸ ਚੀਜ਼ ਨੂੰ ਕੰਟਰੋਲ ਕਰ ਲਈਏ ਔਰ ਸਾਨੂੰ ਪਤਾ ਲੱਗ ਜਾਏ ਕਿ ਜਿਹੜੀ ਚੀਜ਼ ਸਾਡੇ ਅੰਦਰ ਜਾ ਰਹੀ ਹੈ ਉਹ ਸਾਡੇ ਲਈ ਫਾਇਦਾਮੰਦ ਹੈ ਜਾਂ ਨੁਕਸਾਨ ਦੇਣ ਵਾਲੀ ਹੈ, ਅਸੀਂ ਡੈਫੀਨਿਟਲੀ ਫਿਰ ਨੁਕਸਾਨ ਦੇਣ ਵਾਲੀਆਂ ਚੀਜ਼ਾਂ ਤੋਂ ਸਾਈਡ ਤੋਂ ਹੋ ਜਾਵਾਂਗੇ ਔਰ ਫਿਰ ਸਾਨੂੰ ਫਾਇਦਾ ਹੀ ਫਾਇਦਾ ਹੋਏਗਾ। ਹੁਣ ਮੈਂ ਗੱਲ ਕਰ ਰਿਹਾ ਸੀ ਪੌਲ ਜੀ ਦੇ ਨਾਲ ਕਿ ਸਾਡਾ ਬਲੱਡ ਜਿਹੜਾ ਹੈ ਉਹ ਥਿਕ ਔਰ ਸਟਿੱਕੀ ਕਿਉਂ ਹੁੰਦਾ ਹੈ। ਔਰ ਮੈਂ ਐਗਜ਼ਾਮਪਲ ਦੇ ਰਿਹਾ ਸੀ ਕਿ ਜਦੋਂ ਅਸੀਂ ਆਟਾ ਗੁੰਨਦੇ ਹਾਂ ਹੱਥ ਸਟਿੱਕੀ ਹੋ ਜਾਂਦੇ ਨੇ ਜਾਂ ਮਿੱਠੀ ਚੀਜ਼ ਨੂੰ ਲਾਉਂਦੇ ਹਾਂ। ਹੁਣ ਜਦੋਂ ਸਾਡਾ ਬਲੱਡ ਜਿਹੜਾ ਹੈ ਉਹ ਸਟਿੱਕੀ ਹੋ ਜਾਂਦਾ ਹੈ, ਜਦੋਂ ਅਸੀਂ ਮਿੱਠਾ ਖਾਵਾਂਗੇ, ਕਣਕ ਦੀ ਰੋਟੀ ਖਾਧੀ ਹੈ, ਅਸੀਂ ਬ੍ਰੈਡ ਖਾਧੀ ਹੈ ਕਣਕ ਦੀ ਬਣੀ, ਉਹਦੇ ਨਾਲ ਸਾਡਾ ਬਲੱਡ ਥਿਕ ਔਰ ਸਟਿੱਕੀ ਹੋ ਗਿਆ। ਜਦੋਂ ਉਹ ਉਸ ਛਾਣਨੀ ਚੋਂ ਗੁਜ਼ਰੇਗਾ ਨਾ, ਉਸ ਛਾਣਨੀ ਨੂੰ ਬਲੌਕ ਕਰ ਦੇਗਾ, ਉਹਨੂੰ ਕਲੌਗਡ ਕਰ ਦੇ, ਉਹ ਚਿੰਬੜ ਜਾਏਗੀ। ਜਦੋਂ ਮਿੱਠੀ ਚੀਜ਼ ਗੁਜ਼ਰੇਗੀ ਨਾ, ਉਹਦੇ ਦੋਵੇਂ ਚੀਜ਼ਾਂ ਚਿੰਬੜ ਜਾਣਗੀਆਂ, ਯਾਨੀ ਉਹ ਬਲੌਕ ਹੋ ਜਾਏਗੀ। ਇੱਕ ਚੀਜ਼ ਹੋਰ ਵੀ ਇੱਥੇ ਮੈਂ ਦੱਸ ਦਿੰਦਾ, ਜਦੋਂ ਸਾਨੂੰ ਇਹ ਕਿਹਾ ਜਾਂਦਾ ਹੈ ਕਿ ਜੀ ਤੁਹਾਡੀ ਕਿਡਨੀ 40% ਰਹਿ ਗਈ ਹੈ, ਤੁਹਾਡੀ ਕਿਡਨੀ 60% ਰਹਿ ਗਈ ਹੈ ਜਾਂ ਤੁਹਾਡੀ ਕਿਡਨੀ 20% ਰਹਿ ਗਈ ਹੈ, ਯਾਦ ਰੱਖੋ ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਬਾਕੀ 80% ਮਰ ਗਈ ਹੈ। ਬਿਲਕੁਲ ਨਹੀਂ ਹੈ। ਕਨਸੈਪਟ ਸਾਨੂੰ ਇਹ ਹੁੰਦਾ ਕਿ ਉਹ ਮੇਰੀ ਤੇ 80% ਕਿਡਨੀ ਖਤਮ ਹੋ ਗਈ ਹੈ ਜੀ, ਲੋਕ ਮੈਨੂੰ ਆ ਕੇ ਕਹਿੰਦੇ ਨੇ। ਬਿਲਕੁਲ ਐਸੀ ਗੱਲ ਨਹੀਂ, ਉਹ ਖਤਮ ਨਹੀਂ ਹੋਈ ਹੁੰਦੀ, ਉਹ ਕਲੌਗਡ ਹੋ ਜਾਂਦੀ ਹੈ, ਜੈਮ ਹੋ ਜਾਂਦੀ ਹੈ, ਉਹਦੇ ਚ ਗੰਦ ਫਸ ਗਿਆ, ਉਹ ਇਨਫਲੇਮ ਹੋ ਗਈ ਹੈ, ਉਹਦੇ ਫੰਕਸ਼ਨ ਨੂੰ ਰਿਸਟੋਰ ਕੀਤਾ ਜਾ ਸਕਦਾ ਹੈ। ਅਸੀਂ ਗੱਲ ਕਰਦੇ, ਪਹਿਲਾਂ ਅਸੀਂ ਕਾਲ ਲੈ ਲਈਏ। ਜੀ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ, ਮੈਂ ਨੋਟਿੰਗ ਤੋਂ, ਮੇਰਾ ਨਾਮ ਕਿਰਪਾਲ ਕੌਰ ਹੈ। ਹਾਂਜੀ, ਮੈਂ ਡਾਕਟਰ ਬਲੀ ਨਾਲ ਗੱਲ ਕਰਨੀ ਹੈ। ਬਿਲਕੁਲ ਭਾਜੀ, ਡਾਕਟਰ ਬਲੀ ਸੁਣ ਰਹੇ, ਸਵਾਗਤ ਕਰਦੇ ਹਾਂ। ਕੀ ਪੁੱਛਣਾ ਚਾਹੁੰਦੇ ਹੋ? ਹਾਂਜੀ, ਮੈਂ ਉਹਨਾਂ ਨੂੰ ਕਹਿਣਾ ਚਾਹੁੰਦੀ ਹਾਂ ਵੀ ਡਾਕਟਰ ਸਾਹਿਬ, ਮੇਰਾ ਨਾ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਹਾਂਜੀ, ਮੈਨੂੰ ਕਾਫੀ ਪ੍ਰੋਬਲਮ ਸੀ, ਐਂਜ਼ਾਇਟੀ ਬਹੁਤ ਸੀ, ਮੇਰੇ ਕੰਨਾਂ ਤੋਂ ਆਵਾਜ਼ ਆਉਂਦੀ ਸੀਗੀ, ਬੈਕ ਦੁਖਦੀ ਸੀ, ਗਰਦਨ ਬਹੁਤ ਦੁਖਦੀ ਹੈ। ਹਾਂਜੀ, ਬਹੁਤ ਹਾਂਜੀ, ਮੇਰੀ ਐਂਜ਼ਾਇਟੀ ਤਾਂ ਜਿਹੜੀ 80% ਤੱਕ ਠੀਕ ਹੋ ਚੁੱਕੀ ਹੈ। ਸ਼ੁਕਰ। ਹਾਂਜੀ, ਪਰ ਤੁਹਾਡਾ ਬਹੁਤ ਹੀ ਮੇਰੇ ਤੋਂ ਕੰਮ ਬਿਲਕੁਲ ਨਹੀਂ ਸੀ ਹੁੰਦਾ, ਉੱਠ ਨਹੀਂ ਸੀ ਹੁੰਦਾ। ਆਮ ਵੈਰੀ ਐਕਟਿਵ ਪਰਸਨ ਬਿਫੋਰ, ਤੇ ਹੁਣ ਮੇਰਾ ਕੰਮ ਕਰਨ ਨੂੰ ਵੀ ਜੀ ਕਰਦਾ, ਮੈਂ ਸਾਰੀ ਦਿਹਾੜੀ ਕੰਮ ਕਰਦੀ ਹੈਗੀ ਹਾਂ। ਵੈਰੀ ਗੁੱਡ। ਹਾਂਜੀ, ਤੁਹਾਡਾ ਬਹੁਤ ਕੀ ਕਹਾਂ। ਹਾਂਜੀ, ਮੈਨੂੰ ਲੱਗਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ, ਪਰ ਮੈਂ ਬਾਕੀ ਵੀ ਸਾਰੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਬਈ ਸਿਹਤ ਨਾਲੋਂ ਕੋਈ ਚੰਗੀ ਚੀਜ਼ ਨਹੀਂ ਹੈਗੀ ਦੁਨੀਆ ਦੀਆਂ। ਬਾਕੀ ਸਾਰੀਆਂ ਚੀਜ਼ਾਂ ਛੱਡ ਦੋ, ਕੱਪੜੇ ਛੱਡ ਦੋ ਲੈਣੇ, ਔਰ ਜਿੰਨੀਆਂ ਵੀ ਬੰਦਾ ਕਹਿੰਦਾ ਮੇਰੇ ਕੋਲ ਲਗਜ਼ਰੀ ਵਗੈਰਾ ਸਾਰੀਆਂ ਛੱਡ ਦੋ, ਪਰ ਜੇ ਤੁਸੀਂ ਬਿਮਾਰ ਹੋ ਤਾਂ ਜ਼ਰੂਰ ਤੋਂ ਦਵਾਈ ਉਹਨਾਂ ਨੂੰ ਲੈਣੀ ਚਾਹੀਦੀ ਹੈਗੀ ਆ। ਹਾਂਜੀ, ਬਿਲਕੁਲ ਠੀਕ ਹੈ। ਥੈਂਕ ਯੂ ਵੈਰੀ ਮਚ। ਅੱਜ ਵੀ ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਹਾਂ ਕਿਡਨੀਆਂ ਤੇ ਆ ਰਿਹਾ, ਪਰ ਮੈਂ ਇੱਕ ਤੁਹਾਨੂੰ ਜ਼ਰੂਰ ਕਹੂੰਗੀ ਵੀ ਤੁਸੀਂ ਜਿਹੜੀ ਕੰਨਾਂ ਤੋਂ ਆਵਾਜ਼ ਆਉਂਦੀ ਹੈ ਕਿਸੇ ਦਿਨ, ਇਹਦੇ ਤੇ ਵੀ ਤੁਸੀਂ ਪ੍ਰੋਗਰਾਮ ਕਰੋ। ਠੀਕ ਹੈ, ਇਹਦੇ ਬਾਰੇ ਥੋੜੀ ਜੀ ਗੱਲ ਮੈਂ ਹੁਣ ਵੀ ਕਰਾਂਗਾ
ਤੇ ਹਿੰਟ ਦੇ ਦਿਆਂਗਾ, ਲੇਕਿਨ ਇਹਦੇ ਉੱਤੇ ਪੂਰਾ ਪ੍ਰੋਗਰਾਮ ਕਰਾਂਗੇ। ਸਮਝ ਆਈ ਹੈ ਕੀ ਕਹਿ ਰਹੇ ਹੋ? ਟੈਨਾਈਟਸ ਜਿਹੜਾ ਕੰਨਾਂ 'ਚ ਆਵਾਜ਼ਾਂ ਆਉਂਦੀਆਂ। ਬਿਲਕੁਲ, ਅਸੀਂ ਇਹਦੀ ਗੱਲ ਥੋੜੀ ਬਹੁਤੀ ਕੀਤੀ ਸੀਗੀ। ਹਾਂਜੀ, ਜ਼ਰੂਰ ਕਰਾਂਗੇ। ਥੈਂਕ ਯੂ, ਤੁਸੀਂ ਯਾਦ ਦਿਲਾ ਦਿੱਤਾ। ਥੈਂਕ ਯੂ ਭੈਣ ਜੀ, ਬਹੁਤ ਬਹੁਤ ਹਾਂਜੀ, ਬਾਕੀ ਵੀ ਸਾਰੇ ਲੋਕਾਂ ਨੂੰ ਚਾਹੀਦਾ ਕਿ ਜਿਵੇਂ ਤੁਸੀਂ ਫੂਡ ਵਗੈਰਾ ਖਾਣਾ ਦੱਸਦੇ ਹੋ, ਉਹ ਸਾਰੇ ਨਿਯਮ ਪੂਰੇ ਹੋਣੇ ਚਾਹੀਦੇ। ਹਾਂਜੀ ਹਾਂਜੀ, ਮੈਂ 100% ਸਾਰਿਆਂ ਨੂੰ, ਜਿੰਨੇ ਵੀ ਮੇਰੇ ਭੈਣ ਭਾਈ ਸੁਣ ਰਹੇ ਨੇ, ਵੀ ਜਿਹੜਾ ਪਰਹੇਜ਼ ਹੈ ਇੱਕ ਬਹੁਤ ਵੱਡੀ ਚੀਜ਼ ਹੈਗੀ ਹੈ। ਬਿਲਕੁਲ, ਬਿਲਕੁਲ ਉਹ ਕੋਈ ਬਹੁਤੀ ਔਖੀ ਗੱਲ ਨਹੀਂ, ਸਿਰਫ ਇੱਕ ਮੂੰਹ ਦਾ ਕੰਟਰੋਲ ਹੀ ਹੈ। ਹਾਂਜੀ ਹਾਂਜੀ, ਕਿਉਂਕਿ ਬੰਦੇ ਨੇ ਜੇ ਠੀਕ ਹੋਣਾ ਹੋਵੇ ਨਾ, ਹਾਂਜੀ ਹਾਂਜੀ, ਜਿਵੇਂ ਵੀ ਫਿਰ ਉਹ ਸਭ ਕੁਝ ਕਰ ਸਕਦਾ ਜੇ ਮਨ ਨੂੰ ਬਣਾ ਲਵੇ ਆਪਣੇ। ਬਿਲਕੁਲ ਬਿਲਕੁਲ, ਠੀਕ ਹੈ। ਥੈਂਕ ਯੂ, ਬੜੀ ਨਵਾਜ਼ਿਸ਼ ਤੁਹਾਡੀ। ਥੈਂਕ ਯੂ ਵੈਰੀ ਮਚ, ਤੁਸੀਂ ਆਏ ਹੋ। ਬਹੁਤ ਅੱਛਾ ਲੱਗਿਆ। ਮੈਂ ਸਾਰਿਆਂ ਨੂੰ ਕਹਾਂਗਾ, ਜੋ ਵੀ ਤੁਸੀਂ ਆਪਣਾ ਇਲਾਜ ਕਰ ਰਹੇ ਹੋ, ਜੋ ਉੱਧਰ ਵੀ ਆਪਣੀ ਫੀਡਬੈਕ ਦੇਖ ਚਾਹੁੰਦੇ ਹੋ, ਪਲੀਜ਼ ਕਾਲ ਕਰਕੇ ਆਪਣਾ ਦੱਸਿਆ ਕਰੋ, ਫੀਡਬੈਕ ਦਿਆ ਕਰੋ ਜ਼ਰੂਰ। ਡਾਕਟਰ ਸਾਹਿਬ, ਆਪਾਂ ਇੱਥੇ ਜਾਰੀ ਰੱਖਦੇ, ਮੈਂ ਇੰਟਰਪਟ ਨਹੀਂ ਕਰਨਾ। ਬਹੁਤ ਇੰਟਰਸਟਿੰਗ ਟੌਪਿਕ ਹੈ। ਟੌਪਿਕ ਤਾਂ ਹਮੇਸ਼ਾ ਇੰਟਰਸਟਿੰਗ ਹੁੰਦੇ ਨੇ। ਤੁਸੀਂ ਬਾਕੀ ਲੋਕ ਤੁਹਾਨੂੰ ਦੱਸ ਦਿੰਦੇ, ਜਦੋਂ ਤੁਸੀਂ ਐਗਜ਼ਾਮਪਲ ਦਿੰਦੇ ਹੋ ਨਾ, ਗੱਲਾਂ ਕਰਦੇ ਕਰਦੇ ਕਿੱਥੋਂ ਸੋਚ ਲੈਂਦੇ, ਮੈਨੂੰ ਸਮਝ ਨਹੀਂ ਆ ਰਹੀ। ਬਹੁਤ ਜ਼ਬਰ। ਅੱਛਾ ਡਾਕਟਰ, ਕੁਇਕਲੀ, ਇਹ ਜਿਹੜਾ ਹੁਣ ਤੁਸੀਂ ਸਾਰਾ ਕੁਝ ਦੱਸਦੇ ਆ ਖੁਰਾਕ ਬਾਰੇ, ਆਟੇ ਵਗੈਰਾ ਹੋਰ ਚੀਜ਼ਾਂ, ਮੈਂ ਨਾ ਫੇਰ ਨਾਮ ਨਹੀਂ ਲੈਣਾ, ਯੰਗਸਟਰ ਜਿਹੜੇ ਹੈਗੇ ਨੇ 25 26 30 ਸਾਲ ਤੋਂ ਥੱਲੇ, ਉਹ ਕਹਿੰਦੇ ਮੈਂ ਤਾਂ ਹਾਲੇ ਯੰਗ, ਮੈਨੂੰ ਲੋੜ ਨਹੀਂ ਹੈ, ਮੈਂ ਕੱਲ ਵੀ ਖਾਂਗਾ। ਤੇ ਉਹਨਾਂ ਨੂੰ ਹੀ ਸਾਰਿਆਂ ਤੋਂ ਜ਼ਿਆਦਾ ਲੋੜ ਹੈ ਪੌਲ ਜੀ। ਸਭ ਤੋਂ ਬੜੀ ਬਦਕਿਸਮਤੀ ਦੀ ਗੱਲ ਜਿਹੜੀ ਹੈ, ਮੈਂ ਤਾਂ ਬਾਰ-ਬਾਰ ਕਹਿੰਦਾ ਪੌਲ ਜੀ, ਆਪਾਂ ਗੁਜ਼ਰ ਗਏ। ਅਸੀਂ ਆਪਣਾ ਜੋ ਅਚੀਵ ਕਰਨਾ ਸੀ, ਜਿਹੜੇ ਬੱਚੇ ਅੱਜ 15 ਤੋਂ 20 ਸਾਲ ਦੀ ਏਜ ਵਿੱਚ ਨੇ, ਉਹਨਾਂ ਦਾ ਫਿਊਚਰ ਕੀ ਹੈ? ਉਹਨਾਂ ਨੂੰ ਟਾਈਪ 2 ਡਾਇਬੀਟੀਜ਼ ਹੋ ਰਹੀ ਹੈ, ਉਹ ਮੋਟੇ ਨੇ, ਉਹ ਡੰਮ ਹੋ ਗਏ ਨੇ, ਉਹਨਾਂ ਦੇ ਦਿਮਾਗ ਕੰਮ ਨਹੀਂ ਕਰਦੇ, ਉਹਨਾਂ ਨੂੰ ਡਿਪਰੈਸ਼ਨ ਹੋਣੀ ਸ਼ੁਰੂ ਹੋ ਗਈ ਹੈ, ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈ। ਅਗਰ ਉਹ ਸਮਝਦੇ ਨੇ ਕਿ ਮੈਨੂੰ ਕੁਝ ਵੀ ਨਹੀਂ ਹੋ ਰਿਹਾ, ਮੈਂ ਤਾਂ ਠੀਕ ਹਾਂ, ਤੇ ਫਿਰ ਜਦੋਂ ਤੁਸੀਂ 30 ਸਾਲ ਤੇ ਪਹੁੰਚੋਗੇ ਨਾ, ਤੁਹਾਡੀ ਬਾਡੀ ਕਹੇਗੀ ਹੁਣ ਕੰਮ ਨਹੀਂ ਹੁੰਦਾ। ਅੱਜ ਤੁਹਾਡੇ ਕੋਲ ਟਾਈਮ ਹੈ, ਕਿਉਂਕਿ ਤੁਸੀਂ ਯੰਗ ਹੋ। ਅਗਰ ਆਪਣੀ ਕੇਅਰ ਕਰੋ, ਤੁਹਾਡੀ ਬਾਡੀ ਫੌਰੀ ਤੌਰ ਤੇ, ਇਹ ਇਤਨੀ ਸਮਾਰਟ ਬਾਡੀ ਹੈ, ਜੋ ਹੀ ਤੁਸੀਂ ਇਹਨੂੰ ਕਰੈਕਟ ਔਰ ਪ੍ਰੋਪਰ ਫੂਡ ਦੇਣੀ ਸ਼ੁਰੂ ਕਰ ਦਿੰਦੇ ਹੋ, ਇਹ ਤੁਹਾਡੇ ਲਿਵਰ ਨੂੰ ਨਵਾਂ ਬਣਾ ਦਿੰਦੀ ਹੈ, ਤੁਹਾਡੀ ਕਿਡਨੀ ਨੂੰ ਨਵਾਂ ਬਣਾ ਦਿੰਦੀ ਹੈ, ਤੁਹਾਡੇ ਲੰਗਸ ਨੂੰ, ਹਰ ਚੀਜ਼ ਨਵੀਂ ਬਣ ਜਾਂਦੀ ਹੈ। ਪਰ ਜਿਹੜੀ ਮੈਂ ਆਪਾਂ ਸ਼ੁਰੂ ਤੋਂ ਗੱਲ ਕੀਤੀ ਸੀ, ਮੈਂ ਬਲੱਡ ਦੀ ਤੁਸੀਂ ਕੀਤਾ ਸੀ, ਪਹਿਲਾਂ ਦੀ ਗੱਲ ਕਰਾਂਗੇ, ਮੈਂ ਜ਼ਰੂਰ ਤੁਹਾਡੇ ਕੋਲ ਆਨਸਰ ਲੈਣਾ। ਪਰ ਆਪਾਂ ਹੁਣ ਜਿਹੜੀ ਗੱਲ ਕਰਦੇ ਸੀਗੇ, ਕਿਡਨੀ ਜਿਹੜੀ ਡੈਮੇਜ ਹੁੰਦੀ ਹੈ 40% 80 ਹੈਗੀ ਹੈ, ਉਹਦੇ ਬਾਰੇ ਥੋੜਾ ਆਪਾਂ ਜਾਰੀ ਰੱਖੋ ਗੱਲ। ਹਾਂ, ਹੁਣ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਅਗਰ ਤੁਸੀਂ ਮਿੱਠਾ ਖਾਓਗੇ, ਬਲੱਡ ਥਿਕ ਹੋਏਗਾ, ਥਿਕ ਬਲੱਡ ਨੂੰ ਜਦੋਂ ਕਿਡਨੀ ਨੇ ਫਿਲਟਰ ਕਰਨਾ ਹੈ, ਕਿਡਨੀ ਡੈਮੇਜ ਹੋਏਗੀ। ਠੀਕ ਹੈ ਨਾ? ਹੁਣ ਅਸੀਂ ਆਨੇ ਆ, ਔਰ ਯਾਦ ਰੱਖੋ, ਕਿਡਨੀ ਨੂੰ ਡੈਮੇਜ ਕਰਨ ਦੇ ਵਿੱਚ ਇਹ ਹੁਣ ਸਾਨੂੰ ਕਿਹਾ ਜਾਂਦਾ ਜੀ ਇਹਨਾਂ ਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਸੀ। ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਬਲੱਡ ਪ੍ਰੈਸ਼ਰ ਬਹੁਤ ਹਾਈ, ਬਲੱਡ ਪ੍ਰੈਸ਼ਰ ਦਾ ਜੈਨੇਟਿਕ ਪ੍ਰੋਬਲਮ ਹੁੰਦਾ ਹੈ, ਉਹਨਾਂ ਦੇ ਹਾਈ ਬਲੱਡ ਪ੍ਰੈਸ਼ਰ ਦੀ ਵਜ੍ਹਾ ਨਾਲ ਕਿਡਨੀ ਡੈਮੇਜ ਹੋ ਸਕਦੀ ਹੈ। ਠੀਕ ਹੈ ਨਾ? ਵਰਨਾ ਅਗਰ ਕੁਝ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਹੈ, ਤੇ ਮੈਂ ਉਹਨਾਂ ਨੂੰ ਇਹੀ ਸੁਜੈਸਟ ਕਰਾਂਗਾ ਕਿ ਬਜਾਏ ਇਹਦੇ ਕਿ ਅੰਨ੍ਹੇਵਾਹ ਬਲੱਡ ਪ੍ਰੈਸ਼ਰ ਦੀ ਦਵਾਈ ਖਾਓ, ਕਮ ਸੇ ਕਮ ਦੇਖੋ ਕਿ ਬਲੱਡ ਪ੍ਰੈਸ਼ਰ ਹਾਈ ਕਿਉਂ ਹੈ, ਕਿ ਕਿਡਨੀ ਫੰਕਸ਼ਨ ਕੰਪਰੋਮਾਈਜ਼ ਹੋ ਰਿਹਾ ਹੈ। ਠੀਕ ਹੈ ਨਾ? ਇਹ ਚੀਜ਼ਾਂ ਦੇ ਉੱਤੇ ਗੌਰ ਕਰੋ। ਅੱਛਾ, ਦੂਸਰਾ ਹੁਣ ਅਸੀਂ ਆਉਂਦੇ ਹਾਂ ਕਿ ਸੋਲੂਸ਼ਨ ਕੀ ਹੋਣਾ ਚਾਹੀਦਾ ਇਹਦਾ। ਇਹਦੇ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕਿ ਖਾਸ ਤੌਰ ਤੇ ਕਿਡਨੀ ਦੇ ਪ੍ਰੋਬਲਮ ਦੇ ਵਿੱਚ 80-90% ਉਹ ਲੋਕ, ਉਹਨਾਂ ਦੀ ਕਿਡਨੀ ਚਲੀ ਜਾਂਦੀ ਹੈ ਜਿਨ੍ਹਾਂ ਨੂੰ ਟਾਈਪ 2 ਡਾਇਬੀਟੀਜ਼ ਹੋ ਜਾਂਦੀ ਹੈ। ਠੀਕ ਹੈ ਨਾ? ਟਾਈਪ 2 ਡਾਇਬੀਟੀਜ਼ ਕੀ ਹੈ? ਉਹੀ ਚੀਜ਼ ਹੀ ਹੈ ਕਿ ਬਲੱਡ ਮਿੱਠਾ ਹੋ ਜਾਂਦਾ, ਖੂਨ ਤੁਹਾਡਾ ਜਿਹੜਾ ਹੈ ਉਹਦੇ 'ਚ ਮਿੱਠਾ ਬਹੁਤ ਆ ਜਾਂਦਾ ਹੈ। ਜਦੋਂ ਮਿੱਠਾ ਆਉਂਦਾ ਤਾਂ ਉਹ ਚਿੰਬੜਦਾ ਹੈ, ਜਦੋਂ ਚਿੰਬਦਾ ਹੈ ਤੇ ਕਿਡਨੀ ਦੇ ਵਿੱਚ ਜਿਹੜੇ ਨੈਫਰੋਨ ਹੁੰਦੇ ਨੇ, ਜਿਵੇਂ ਤੁਹਾਨੂੰ ਕਿਹਾ ਕਿ ਉਹ ਮਾਈਕਰੋਸਕੋਪ ਤੋਂ ਨਜ਼ਰ ਆਉਂਦੇ ਨੇ, ਇੰਨੇ ਟਾਈਨੀ ਹੁੰਦੇ ਨੇ, ਉਹ ਕੀ ਕਰਦੇ ਨੇ, ਉਹ ਚਿੰਬੜ ਜਾਂਦੇ ਨੇ। ਉਹਨਾਂ 'ਚ ਜਦੋਂ ਮਿੱਠਾ ਬਲੱਡ ਨਿਕਲੇਗਾ, ਉਹ ਚਿੰਬੜ ਜਾਣਗੇ, ਉਹ ਕਲੌਗਡ ਹੋ ਜਾਣਗੇ, ਉਹ ਜੈਮ ਹੋ ਜਾਣਗੇ, ਉਹ ਇਨਫਲੇਮ ਹੋ ਜਾਣਗੇ। ਔਰ ਉਹਨਾਂ ਨੂੰ ਅਗਰ ਅਸੀਂ ਅੱਛੀਆਂ ਖੁਰਾਕਾਂ ਲਵਾਂਗੇ, ਮਸਲਨ ਇਹਦੇ ਵਿੱਚ ਸਭ ਤੋਂ ਬੜੀ ਚੀਜ਼ ਜਿਹੜੀ ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ ਕਿ ਬਲੱਡ ਨੂੰ ਥਿਨ ਕਰਨ ਲਈ ਔਰ ਅਲਕਲਾਈਨ ਕਰਨ ਲਈ ਸਬਜ਼ੀਆਂ ਜਿਹੜੀਆਂ ਨੇ, ਗ੍ਰੀਨ ਵੈਜੀਟੇਬਲਸ ਜਿਹੜੀਆਂ ਨੇ, ਉਹ ਬੜੀਆਂ ਪਾਵਰਫੁਲ ਨੇ। ਠੀਕ ਹੈ ਨਾ? ਕਿੰਨਾ ਕੁ ਮੁਸ਼ਕਿਲ ਕੰਮ ਹੈ ਕਿ ਅਗਰ ਅਸੀਂ ਕੋਈ 5-7 ਸਬਜ਼ੀਆਂ ਲੈ ਕੇ ਉਹਦੀ ਸਮੂਦੀ ਬਣਾ ਕੇ ਸਵੇਰ ਪੀ ਲਿਆ ਕਰੀਏ। ਠੀਕ ਹੈ ਨਾ? ਤੁਹਾਡਾ ਬਲੱਡ ਥਿਨ ਹੋਣਾ ਸ਼ੁਰੂ ਹੋ ਜਾਏਗਾ। ਗਾਰਲਿਕ ਹੈ, ਕੱਚਾ ਗਾਰਲਿਕ ਜਿਹੜਾ ਹੈ ਬਹੁਤ ਅੱਛੀ ਚੀਜ਼ ਹੈ, ਲੇਕਿਨ ਕੱਚੇ ਗਾਰਲਿਕ ਦੇ ਬਾਰੇ 'ਚ ਇੱਕ ਚੀਜ਼ ਮੈਂ ਦੱਸ ਦਿਆਂਗਾ। ਇਹਨੂੰ ਜਦੋਂ ਤੱਕ ਮੂੰਹ ਦੇ ਵਿੱਚ ਚੱਬ ਕੇ ਨਹੀਂ ਖਾਓਗੇ, ਗਾਰਲਿਕ ਨੂੰ, ਜਿਹੜਾ ਥੋਮ ਅਸੀਂ ਕਹਿੰਦੇ ਹਾਂ ਜਿਹਨੂੰ, ਇਹਨੂੰ ਜਦੋਂ ਤੱਕ ਸਵੇਰੇ ਚੱਬ ਕੇ ਮੂੰਹ 'ਚ ਨਹੀਂ ਖਾਓਗੇ, ਇਹ ਫਾਇਦਾ ਨਹੀਂ ਦਿੰਦਾ। ਬਾਸ ਲੋਕ ਨਿਗਲ ਲੈਂਦੇ ਨੇ, ਉਹ ਕਹਿੰਦੇ ਨੇ ਜੀ ਮੈਂ ਤਾਂ ਗਾਰਲਿਕ ਲਿਆ, ਨਿਗਲਿਆ ਤਾਂ ਪਾਣੀ ਪੀ ਲਿਆ, ਉਹ ਤੁਹਾਨੂੰ ਫਾਇਦਾ ਨਹੀਂ ਹੋਏਗਾ, ਕਿਉਂਕਿ ਇਹਦੇ ਵਿੱਚ ਇੱਕ ਖਾਸ ਕਿਸਮ ਦਾ ਕੈਮੀਕਲ ਹੁੰਦਾ ਹੈ, ਐਲੀਸਿਨ ਉਹਨੂੰ ਅਸੀਂ ਕਹਿੰਦੇ ਹਾਂ। ਉਹ ਐਕਟੀਵੇਟ ਹੀ ਉਦੋਂ ਹੁੰਦਾ ਹੈ ਜਦੋਂ ਮੂੰਹ ਦੇ ਵਿੱਚ ਸਲਾਈਵਾ ਉਹਦੇ ਨਾਲ ਮਿਕਸ ਹੁੰਦਾ ਹੈ, ਅਸੀਂ ਇਹਨੂੰ ਚੱਬਦੇ ਹਾਂ। ਲਿਹਾਜ਼ਾ ਗਾਰਲਿਕ ਖਾਓ, ਉਹਦੇ ਨਾਲ ਬਲੱਡ ਥਿਨ ਹੁੰਦਾ ਹੈ।
ਅੱਛਾ, ਬਲੱਡ ਥਿਨ ਕਰਨ ਦੀਆਂ ਨੇਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਰ ਜਿਹੜੀ ਸਬਜ਼ੀ ਦੀ ਗੱਲ ਕਰਦੇ ਹੋ ਸੌਰੀ ਕੁਇਕਲੀ, ਜੋ ਤੁਸੀਂ ਉਹਦਾ ਜੂਸ ਬਣਾ ਲੈਣਾ ਉਹਨੂੰ ਟੇਸਟ ਕਿਦਾਂ ਕਰ ਸਕਦੇ, ਬਿਕੋਜ਼ ਦੇ ਨੋਟ ਈਜ਼ੀ ਹਾਂਜੀ, ਟੂ। ਉਹਦੇ ਵਿੱਚ ਤੁਸੀਂ ਬੇਸ਼ੱਕ ਚਾਹੋ ਤੇ ਲੈਮਨ ਪਾਓ, ਹਾਂ ਥੋੜਾ ਜਿਹਾ ਤੁਸੀਂ ਉਹਦੇ 'ਚ ਗਾਜਰ ਪਾ ਲਓ, ਹਲਕਾ ਜਿਹਾ ਉਹਦੇ 'ਚ ਇੱਕ ਦੋ ਫਾੜੀਆਂ ਉਹਦੇ 'ਚ ਸੇਬ ਦੇ ਟੁਕੜੇ ਪਾ ਲਓ, ਤੁਸੀਂ ਬਹੁਤ ਮਾਮੂਲੀ ਚੈਰੀ ਹੈ, ਬੈਰੀਜ਼ ਨੇ, ਇਹ ਵੀ ਵਿੱਚ ਪਾ ਥੋੜਾ ਲਓ, ਟੇਸਟ ਦੇਣ ਨੂੰ ਟੇਸਟ ਬਣਾਓ ਉਹਦਾ ਟੇਸਟ, ਉਹਦੇ ਤੋਂ ਅਸੀਂ ਨਹੀਂ ਇਨਕਾਰ ਕਰਦੇ, ਉਹਨੂੰ ਟੇਸਟੀ ਬਣਾਓ। ਲੇਕਿਨ ਉਹ ਲੋਕ ਜਿਨ੍ਹਾਂ ਦੀ ਕਿਡਨੀ ਥੋੜੀ ਜੀ ਹੁਣ ਕੰਪਰੋਮਾਈਜ਼ ਹੋਣੀ ਸ਼ੁਰੂ ਹੋ ਗਈ ਹੈ, ਉਹ ਡਰੇ ਹੋਏ ਨੇ, ਜਾਂ ਜਿਹੜੇ ਡਾਇਬੈਟਿਕ ਨੇ, ਉਹਨਾਂ ਨੂੰ ਵੀ ਮੈਂ ਦੱਸ ਰਿਹਾ, ਜਿਨ੍ਹਾਂ ਲੋਕਾਂ ਨੂੰ ਟਾਈਪ 2 ਡਾਇਬੀਟੀਜ਼ ਹੈ, ਸ਼ੂਗਰ ਦੀ ਬਿਮਾਰੀ ਹੈ, ਔਰ ਉਹਨਾਂ ਚੋਂ ਵੀ ਖਾਸ ਤੌਰ ਤੇ ਉਹ ਲੋਕ ਜਿਹੜੇ ਇਨਸੂਲਿਨ ਦੇ ਟੀਕੇ ਲਗਾ ਰਹੇ ਨੇ, ਤੁਹਾਨੂੰ ਮੈਂ ਦੱਸਾਂਗਾ ਕਿ ਤੁਹਾਡੀ, ਕਿਉਂਕਿ ਇਨਸੂਲਿਨ ਜਿਹੜੀ ਹੈ ਉਹ ਬਲੱਡ ਨੂੰ ਐਸਿਡਿਕ ਬਣਾਉਂਦੀ ਹੈ, ਤੁਸੀਂ ਜਦੋਂ ਵੀ ਇਨਸੂਲਿਨ ਲਗਾਣੀ ਹੈ ਤੁਹਾਡੇ ਬਲੱਡ ਨੇ ਐਸਿਡਿਕ ਹੋਣਾ ਸ਼ੁਰੂ ਹੋ ਜਾਣਾ, ਤੁਹਾਡੀ ਕਿਡਨੀਆਂ ਨੂੰ ਬਹੁਤ ਬੜਾ ਖਤਰਾ ਹੈ। ਠੀਕ ਹੈ, ਤੁਸੀਂ ਇਸ ਚੀਜ਼ ਤੋਂ ਮੁਤਮਿਨ ਨਾ ਹੋਵੋ ਕਿ ਮੈਂ ਸਵੇਰੇ ਉੱਠ ਕੇ ਦੇਖਦਾ ਵਾਂ ਜਾਂ ਦੇਖਦੀ ਹਾਂ ਮੇਰੀ ਸ਼ੂਗਰ 5 ਆ ਰਹੀ ਹੈ, ਮੈਂ ਬੜਾ ਖੁਸ਼ ਹਾਂ, ਮੇਰਾ ਡਾਕਟਰ ਵੀ ਬੜਾ ਖੁਸ਼ ਹੈ, ਪਤਾ ਵੀ ਨਹੀਂ ਲੱਗੇਗਾ ਕਿਡਨੀ ਨੂੰ ਡੈਮੇਜ ਹੋਣਾ ਸ਼ੁਰੂ ਹੋ ਜਾਏਗਾ। ਠੀਕ ਹੈ, ਤੁਸੀਂ ਆਪਣੀ ਬਲੱਡ ਸ਼ੂਗਰ ਨੂੰ ਕੰਟਰੋਲ ਕਰੋ, ਠੀਕ ਹੈ ਨਾ, ਔਰ ਉਹ ਥਰੂ ਫੂਡ ਹੋ ਸਕਦੀ ਹੈ। ਔਰ ਬਾਕੀ ਬਲੱਡ ਨੂੰ ਥਿਨ ਕਰਨ ਦੇ ਜਿਹੜੇ ਤਰੀਕੇ ਨੇ, ਉਹਦੇ 'ਚ ਮੈਂ ਪੌਲ ਜੀ ਦੇ ਉਸ ਕੁਐਸਚਨ ਦਾ ਵੀ ਜਵਾਬ ਦੇ ਦੇਣਾ। ਅਸੀਂ ਜਿਹੜੇ ਨੇਚਰ ਵਿੱਚ ਕਰਦੇ ਹਾਂ, ਅਸੀਂ ਐਸਪਰੀਨ ਵਗੈਰਾ ਤੇ ਬਲੀਵ ਨਹੀਂ ਕਰਦੇ, ਉਹ ਮਾਡਰਨ ਮੈਡੀਕਲ ਸਿਸਟਮ ਦਾ ਟੂਲ ਹੈ, ਉਹ ਲੋਕ ਯੂਜ਼ ਕਰਦੇ ਨੇ। ਅਸੀਂ ਕੀ ਕਰਦੇ ਹਾਂ, ਹੁਣ ਮਸਲਨ ਪੌਲ ਜੀ ਮੇਰੇ ਕੋਲ ਜਦੋਂ ਆਏ ਨੇ ਤੇ ਇਹਨਾਂ ਨੂੰ ਅਸੀਂ ਲੰਮਿਆਂ ਪਾ ਲਿਆ, ਇਹਨਾਂ ਦੀ ਬੋਡੀ 'ਚੋਂ ਅਸੀਂ 200 ml ਬਲੱਡ ਕੱਢਿਆ, ਉਸ 200 ml ਬਲੱਡ ਦੇ ਵਿੱਚ ਅਸੀਂ ਇੱਕ ਗੈਸ ਮਿਕਸ ਕੀਤੀ, ਓਜ਼ੋਨ ਗੈਸ ਉਹਨੂੰ ਕਹਿੰਦੇ ਆ। ਓਜ਼ੋਨ ਕੀ ਹੈ, ਇਹ ਆਕਸੀਜਨ ਹੁੰਦੀ ਹੈ, ਉਹਦੇ ਨਾਲ ਇੱਕ ਹੋਰ ਆਕਸੀਜਨ ਦਾ ਮਾਲੀਕੂਲ ਚਿੰਬੜਿਆ ਹੁੰਦਾ ਹੈ। ਜਦੋਂ ਅਸੀਂ ਇਹਨਾਂ ਨੂੰ, ਔਰ ਇਹ ਮਜ਼ਦਾਰੀ ਦੀ ਗੱਲ ਹੈ ਕਿ ਇਹਨਾਂ ਨੂੰ ਦਿਖਾਇਆ ਅਸੀਂ, ਔਰ ਇਹ ਹੈਰਾਨ ਹੋ ਗਏ ਕਿ 2 ਪਾਈਪ ਸਨ, ਇੱਕ ਪਾਈਪ ਚੋਂ ਇਹਨਾਂ ਦਾ ਉਹ ਜਿਹੜਾ ਪੁਰਾਣਾ ਬਲੱਡ ਸੀ ਉਹ ਆ ਰਿਹਾ ਸੀ, ਉਹਦਾ ਜਿਵੇਂ ਸਾਰਿਆਂ ਦਾ ਹੁੰਦਾ ਸ਼ਹਿਰ 'ਚ ਰਹਿਣ ਵਾਲੇ ਖਾਸ ਤੌਰ ਤੇ ਲੋਕਾਂ ਦਾ ਬਲੱਡ ਥਿਕ ਹੋ ਜਾਂਦਾ ਹੈ, ਜਿਹੜੀ ਅਸੀਂ ਗੱਲ ਕਰ ਰਹੇ ਸੀ ਐਵੇਂ ਹੁੰਦਾ ਜਿਵੇਂ ਮੋਬਾਈਲ ਦਾ ਰੰਗ ਹੁੰਦਾ, ਮੋਬਾਈਲ ਦਾ ਰੰਗ ਸੀ ਬਲੱਡ ਦਾ। ਲੇਕਿਨ ਜਦੋਂ ਅਸੀਂ ਉਹਨੂੰ ਟ੍ਰੀਟ ਕੀਤਾ, ਉਹਦੇ ਵਿੱਚ ਅਸੀਂ ਉਹ ਐਡ ਕੀਤੀ ਹੈ ਆਕਸੀਜਨ, ਇੱਕਦਮ ਉਹਦਾ ਕਲਰ ਜਿਹੜਾ ਹੈ ਜਿਵੇਂ ਇੱਕ ਰੈੱਡ ਵਾਈਨ ਹੁੰਦੀ ਹੈ ਨਾ, ਰੈੱਡ ਕਲਰ ਦਾ ਕਲਰ ਹੋ ਗਿਆ, ਬਿਲਕੁਲ ਜਵਾਨ ਬਲੱਡ ਹੋ ਗਿਆ। ਉਹਨੂੰ ਅਸੀਂ ਫਿਰ ਰੀ-ਇੰਜੈਕਟ ਕੀਤਾ। ਦੋਨੇ ਪਾਈਪ ਨਾਲ ਸੀਗੇ, ਯੂ ਕੁਡ ਸੀ ਦ ਵਾਸਟ ਡਿਫਰੈਂਸ। ਹਾਂਜੀ ਬਿਲਕੁਲ, ਕਾਲਾ ਔਰ ਲਾਲ, ਇੱਕ ਕਾਲਾ ਰੰਗ ਹੈ, ਇੱਕ ਲਾਲ ਹੈ। ਕੀ ਸੀ ਕਿ ਅਸੀਂ ਜਦੋਂ ਤੁਹਾਡੀ ਬਲੱਡ ਨੂੰ ਟ੍ਰੀਟ ਕੀਤਾ ਓਜ਼ੋਨ ਦਾ, ਔਰ ਇਹ ਬਹੁਤ ਪਾਵਰਫੁਲ ਥੈਰੇਪੀ ਹੈ, ਇਸ ਥੈਰੇਪੀ ਨੂੰ ਯਾਨੀ ਜਰਮਨ ਦੇ ਹਰ ਹਸਪੀਟਲ ਵਿੱਚ ਹੈ। ਹੁਣ ਮੈਨੂੰ ਦੁੱਖ ਹੁੰਦਾ ਹੈ ਕਿ ਇੱਥੇ ਕਿਉਂ ਨਹੀਂ ਹੈ, ਇੱਥੇ ਨਹੀਂ ਹੈ, ਇੱਥੇ ਸਿਰਫ ਪ੍ਰਾਈਵੇਟ ਪ੍ਰੈਕਟੀਸ਼ਨਰ ਨੇ ਜਿਹੜੇ ਓਜ਼ੋਨ ਥੈਰੇਪੀ ਕਰਦੇ ਨੇ। ਇਹਨੂੰ ਅਸਲ 'ਚ ਕਹਿੰਦੇ ਨੇ ਬਲੱਡ ਓਜ਼ੋਨ ਥੈਰੇਪੀ। ਔਰ ਸਾਡੇ ਕੋਲ ਜਿਹੜੇ ਵੀ ਪੇਸ਼ੈਂਟ ਹਸਪੀਟਲ ਆਉਂਦੇ ਨੇ, ਈਵਨ ਕਿ ਜਿਹੜੇ MOT ਵਾਲੇ ਵੀ ਹੋਣ, ਅਸੀਂ ਵੀ ਉਹਨਾਂ ਨੂੰ ਵੀ ਵੀਕ 'ਚ ਇੱਕ ਅਸੀਂ ਕਰ ਦਿੰਨੇ ਆ, ਕਿਉਂਕਿ ਇਹਦੇ ਨਾਲ ਜਿਹੜਾ ਬੂਸਟ ਮਿਲਦਾ ਹੈ, ਉਹ ਤੁਸੀਂ ਐਕਸਪੀਰੀਅੰਸ ਕੀਤਾ ਸੀ, ਐਬਸੋਲੂਟਲੀ ਪੱਕੀ ਗੱਲ ਹੈ, ਉਹ ਬੂਸਟ ਅਨਇਮੈਜਿਨੇਬਲ ਹੁੰਦਾ ਹੈ। ਯਾਨੀ ਤੁਸੀਂ ਇਹ ਸਮਝ ਲਓ ਕਿ ਤੁਸੀਂ ਇੱਕ ਬੰਦਾ ਜਿਹਦੇ ਕੋਲ ਉੱਠਿਆ ਬੈਠੇ ਹੀ ਨਾ ਜਾ ਰਿਹਾ ਹੋਏ, ਅਸੀਂ ਉਹਦੀ ਉਹ ਟ੍ਰੀਟਮੈਂਟ ਕਰਾਂਗੇ ਨਾ, ਉਸ ਤੋਂ ਬਾਅਦ ਅਗਲੇ 2 ਦਿਨ ਤੱਕ ਤੇ ਉਹਨੂੰ ਲੱਗੇਗਾ ਕਿ ਮੈਂ ਹਵਾ 'ਚ ਉੱਡ ਰਿਹਾ ਹਾਂ। ਪਰ ਬਿਲਕੁਲ ਗੱਲ ਅਸੀਂ ਕੰਟਰੀਆਂ 'ਚ ਨਹੀਂ ਸੁਣੀ, ਜਿੱਦਾਂ ਤੁਸੀਂ ਗੱਲ ਬੜੀ ਸਹੀ ਕਹੀ ਹੈ। ਜਿਨ੍ਹਾਂ ਨੇ ਮੇਰੀ ਤਸਵੀਰ ਭੇਜੀ, ਮੈਨੂੰ ਸਭ ਕਹਿਣ ਲੱਗੇ ਉਹ ਤੈਨੂੰ ਖੂਨ ਦੀ ਕੀ ਲੋੜ ਪੈ ਗਈ, ਪਰ ਉਹਨਾਂ ਨੂੰ ਕਿਸੇ ਨੂੰ ਨਹੀਂ ਪਤਾ ਕਿ ਇੱਕ ਟ੍ਰੀਟਮੈਂਟ ਹੋ ਰਹੀ ਹੈ ਜਿੱਥੇ ਖੂਨ ਦਾ। ਹਾਂਜੀ, ਅਸੀਂ ਤੁਹਾਡਾ ਖੂਨ ਲਿਆ, ਉਹਨੂੰ ਅਸੀਂ ਟ੍ਰੀਟ ਕਰਕੇ ਦੁਬਾਰਾ ਤੁਹਾਡੀ ਬਾਡੀ 'ਚ ਪਾਇਆ, ਔਰ ਉਹ ਇੱਕ ਤੇ ਨਾ ਸਿਰਫ ਇਹ ਹੈ ਕਿ ਫੌਰਨ ਉਹ ਪਤਲਾ ਹੋ ਗਿਆ, ਆਕਸੀਜਨੇਟ ਹੋ ਗਿਆ, ਉਹਦੇ ਵਿੱਚ ਇੱਕ ਖਾਸ ਕਿਸਮ ਦਾ ਕੈਮੀਕਲ ਬਣ ਗਿਆ, ਉਹਨੂੰ ਓਜ਼ੋਨਾਈਟ ਕਹਿੰਦੇ ਨੇ। ਉਹ ਤੁਹਾਡੇ ਬਲੱਡ ਵਿੱਚ 3 ਤੋਂ 6 ਦਿਨ ਤੱਕ ਰਹਿੰਦਾ ਹੈ, ਔਰ ਉਹਦੀ ਮੌਜੂਦਗੀ 'ਚ ਕੋਈ ਵਾਇਰਸ, ਕੋਈ ਬੈਕਟੀਰੀਆ ਤੁਹਾਡੇ ਬਲੱਡ 'ਚ, ਜਿਵੇਂ ਹੁਣ ਕਹਿ ਰਹੇ ਸੀ ਕਰੋਨਾ ਵਾਇਰਸ ਖਤਮ ਹੋ ਜਾਂਦਾ ਹੁੰਦਾ। ਭਾਜੀ ਕਿੰਨੀ ਕੁ ਦਫਾ ਕਰਾਉਣਾ ਚਾਹੀਦਾ ਸਾਲ ਦੇ ਵਿੱਚ? ਮੈਂ ਤਕਰੀਬਨ ਮਹੀਨੇ 'ਚ 1 ਤੋਂ 2 ਦਫਾ ਮੈਂ ਕਰਾਉਂਦਾ ਹੁੰਦਾ, ਜਦੋਂ ਮਹੀਨੇ 'ਚ ਮੈਂ ਕਰ ਲੈਂਦਾ ਹੁੰਦਾ, ਜਾਂ ਮੈਂ ਜਦੋਂ ਥੱਕ ਜਾਵਾਂ, ਮੈਂ ਸਪੋਰਟਸ ਬਹੁਤ ਕਰਾਂ, ਕਿਉਂਕਿ ਇਹ ਬਹੁਤ ਅੱਛੀ ਪੇਨ ਕਿਲਰ ਥੈਰੇਪੀ ਹੈ। ਨੈਚੁਰਲ ਵੇਜ ਤੁਹਾਡੀ ਇਨਫਲੇਮੇਸ਼ਨ ਖਤਮ ਹੋ ਜਾਂਦੀ ਹੈ, ਤੁਹਾਡੇ ਗੋਡਿਆਂ 'ਚ ਹੈ, ਇੱਧਰ ਬੈਕ 'ਚ ਹੈ, ਤੁਸੀਂ ਓਜ਼ੋਨ ਥੈਰੇਪੀ ਕਰਾਈ, ਇੱਕਦਮ ਤੁਹਾਨੂੰ ਲੱਗਦਾ ਹੈ ਕਿ ਮੈਂ ਤਾਂ ਨਿਕਲ ਆਇਆ ਮੁਸੀਬਤ 'ਚ। ਵੈਸੇ ਮੈਂ ਦੱਸਦਾ ਜਾਵਾਂ, ਇਹ ਤੁਸੀਂ ਇਹਨੂੰ ਕਹਿ ਸਕਦੇ ਹੋ ਤੁਹਾਡੀ ਬੋਡੀ ਡੀਟੌਕਸ ਕਰ ਰਹੇ ਹੋ। ਹਾਂਜੀ ਹਾਂਜੀ, ਤੇ ਓਨੈਸਟਲੀ ਮੈਂ ਤੁਹਾਨੂੰ ਕਹਿਣਾ ਪਿਆ, ਇਹ ਮੇਕਸ ਵੰਡਰ, ਇੰਨਾ ਡਿਫਰੈਂਟ ਹੁੰਦਾ ਹੈ, ਬਹੁਤ ਡਿਫਰੈਂਟ ਹੁੰਦਾ ਹੈ। ਮੈਨੂੰ ਇੱਕ ਆਪਣੇ ਬਹੁਤ ਸ਼ੁਰੂ 'ਚ ਇੱਕ ਆਦਮੀ ਨੇ ਸਟੇਟਮੈਂਟ ਦਿੱਤੀ ਸੀ ਕਿ ਮੈਂ ਗਧੇ ਤੋਂ ਘੋੜਾ ਬਣ ਗਿਆ। ਔਰ ਪਤਾ ਭਾਜੀ ਸੱਚੀ ਗੱਲ ਹੈ, ਮੈਂ ਤੇ ਫਾਰਮ ਦੇ ਵਿੱਚ ਨਾ ਕਦੀ ਉਧਰ ਤੇ ਡਾਕਟਰ ਮੈਨੂੰ ਲੱਭਦੇ ਰਹਿੰਦੇ ਸੀ ਕਿ ਕਿੱਥੇ ਚਲੇ ਗਿਆ। ਫਰੈਸ਼ ਉੱਥੋਂ ਮੈਂ ਸੰਤਰੇ ਤੋੜ ਕੇ ਖਾਂਦੇ, ਗੰਨੇ ਖਾਂਦੇ,
ਕਮ ਸੇ ਕਮ 2 ਘੰਟੇ ਤੁਸੀਂ ਉਸ ਦਿਨ ਧੁੱਪ 'ਚ ਫਿਰਦੇ ਰਹੇ ਭਾਜੀ, ਔਰ ਤੁਸੀਂ 1 ਮਿੰਟ ਲਈ ਨਹੀਂ ਬੈਠੇ ਔਰ ਉਸ ਤੋਂ ਬਾਅਦ ਤੁਹਾਨੂੰ ਖਿਆਲ ਆਇਆ ਫਿਰ ਤੁਸੀਂ ਮੈਨੂੰ ਖੜੇ ਹੋ ਕੇ ਕਿਹਾ ਕਿ ਮੈਂ ਇੰਨਾ ਜ਼ਿਆਦਾ ਟੁਰ ਕਿਵੇਂ ਲਿਆ। ਮੈਂ ਹੈਰਾਨ ਰਹਿ ਗਿਆ ਸੀਗਾ ਬਿਕਾਜ਼ ਬੈਕ ਟਰਬਲ ਕਰਕੇ ਨਹੀਂ ਤੁਰਿਆ ਜਾਂਦਾ ਹਾਂਜੀ ਸੀ। ਹਾਂਜੀ ਅਸੀਂ ਗੱਲਾਂ ਜਾਰੀ ਰੱਖਦੇ ਹਾਂ, ਪਹਿਲੇ ਕਾਲ ਲੈ ਲੈਂਦੇ ਹਾਂ। ਹੈਲੋ ਹੈਲੋ ਭਾਜੀ, ਸਤਿ ਸ਼੍ਰੀ ਅਕਾਲ। ਕੌਣ ਬੋਲਦੇ ਹੋ, ਕਿੱਥੋਂ ਬੋਲ ਰਹੇ ਹੋ? ਹਾਂਜੀ ਮੈਂ ਸ਼ਰਨ ਬੋਲਦੀ ਲੰਡਨ ਤੋਂ। ਹਾਂਜੀ ਹਾਂਜੀ ਤੇ ਮੈਂ ਕਹਿਣਾ ਸੀ ਕਿ ਮੈਂ ਡਾਕਟਰ ਬਲੀ ਨਾਲ ਬਿਲਕੁਲ, ਥੋੜੀ ਆਵਾਜ਼ ਮੱਧਮ ਜਰਾ ਉੱਚੀ ਬੋਲੋਗੇ, ਡਾਕਟਰ ਵਾਲੀ ਸੁਣ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਨਹੀਂ ਮੈਂ ਕਹਿਣਾ ਸੀ ਮੈਂ ਡਾਕਟਰ ਬਲੀ ਦੀ ਦਵਾਈ ਲਈ ਸੀ ਹਾਂ ਤੇ I was really happy। ਮੈਂ ਮੇਰੇ ਹਾਰਮੋਨਲ ਇੰਬੈਲੈਂਸ ਸੀਗੇ ਤੇ ਡਾਕਟਰ ਬਲੀ ਨੇ ਮੈਨੂੰ ਸੁਜੈਸਟ ਕੀਤਾ ਸੀ ਮੈਂ ਡਾਈਟ ਚੇਂਜ ਕਰਾਂ, ਦਵਾਈਆਂ ਸਪਲੀਮੈਂਟਸ ਲਈਆਂ, ਕਾਫੀ ਚੀਜ਼ਾਂ ਚੇਂਜ ਕੀਤੀਆਂ। ਸਟਾਪਡ ਈਟਿੰਗ ਵੀਟ, ਘਿਓ ਦੇ ਨਾਲ ਰੋਟੀ ਬਣਾਉਣੀ ਪਕਾਣੀ and just general diet change kita really good। I'm so happy and hun meri problem theek ho gaya hai and yeah I'm really happy doctor। ਥੈਂਕ ਯੂ। ਇਹਨਾਂ ਦੇ ਡੈਡੀ ਵੀ ਲੈਂਦੇ ਨੇ ਸਾਡੇ ਕੋਲ ਸਪਲੀਮੈਂਟ, ਸ਼ਰਨ। ਹਾਂਜੀ ਮੇਰੇ ਡੈਡ ਵੀ ਲੈਂਦੇ। ਹਾਂਜੀ ਤੁਸੀਂ ਹਾਂਜੀ ਤੁਹਾਨੂੰ ਪਤਾ ਹੈ। ਥੈਂਕ ਯੂ ਸ਼ਰਨ। ਮੈਂ ਇਹਨਾਂ ਨਾਲ ਮੇਰੀ 2-3 ਦਿਨ ਪਹਿਲੇ ਹੀ ਗੱਲ ਹੋਈ ਸੀ। ਇਹਨਾਂ ਦੀ ਬੇਸਿਕਲੀ ਟ੍ਰੀਟਮੈਂਟ ਅਸੀਂ ਡਿਸਕੰਟੀਨਿਊ ਕਰ ਦਿੱਤੀ ਹੈ, ਬਿਲਕੁਲ ਠੀਕ ਹੋ ਗਏ ਨੇ। ਬੜਾ ਸੋਹਣੇ ਰੱਬ ਨੇ ਕਰਮ ਕੀਤਾ ਹੈ। ਤੇ ਇਹ ਮੈਨੂੰ ਕਰ ਰਹੇ ਸੀ ਇਹ ਗੱਲਾਂ ਕਿ ਡਾਕਟਰ ਜੀ ਮੈਂ ਤੇ ਮੈਨੂੰ ਦੇਖਣ ਵਾਲੇ ਵੀ ਬੜੇ ਅਮੇਜ਼ਡ ਹੁੰਦੇ ਨੇ ਕਿ ਕੀ ਹੋ ਗਿਆ। ਮੈਂ ਫਿਰ ਇਹਨੂੰ ਕਿਹਾ ਕਿ ਤੁਸੀਂ ਪਲੀਜ਼ ਟੀਵੀ ਤੇ ਆ ਕੇ ਸਾਰਿਆਂ ਨਾਲ ਸ਼ੇਅਰ ਕਰੋ ਕਿ ਕੀ ਚੇਂਜਸ ਆਈਆਂ ਨੇ ਤੁਹਾਡੀ ਆਵਾਜ਼ ਤੋਂ ਯੰਗ ਲੱਗਦੇ ਹੋ। ਉਮਰ ਮੈਂ ਪੁੱਛਣਾ ਨਹੀਂ ਚਾਹਾਂਗਾ ਲੇਕਿਨ ਹਾਂਜੀ ਏਜ ਸ਼ਰਨ ਕਿੰਨੀ ਏਜ ਹੈ ਤੁਹਾਡੀ ਦੱਸੋਗੇ? ਹਾਂਜੀ ਮੇਰੀ ਏਜ 45 ਹੈ। 45 ਹੈ। 45 ਸਾਊਂਡ ਵੈਰੀ ਯੰਗ ਐਕਚੁਅਲੀ। ਇਸ ਲਈ ਮੈਂ ਤਾਂ ਇਸ ਕਰਕੇ ਪੁੱਛਿਆ। ਮੈਂ ਕਿਹਾ ਨਹੀਂ ਯੰਗ ਦੇ ਵਿੱਚ ਕਿੱਥੋਂ ਬਿਮਾਰੀ ਸ਼ੁਰੂ ਹੋ ਗਈ, ਲੇਕਿਨ ਬਿਮਾਰੀ ਦਾ ਕੀ ਪਤਾ ਹੁੰਦਾ ਐਨੀਵੇ। ਹਰ ਏਜ ਵਿੱਚ ਬਿਮਾਰ ਹੋ ਰਹੇ ਹਾਂ ਬਿਲਕੁਲ। ਤੇ ਸ਼ਰਨ ਤੁਸੀਂ ਖਾਣ ਪੀਣ 'ਚ ਕੀ ਚੇਂਜਸ ਕੀਤੀਆਂ ਨੇ, ਕੀ ਦੱਸੋਗੇ ਲੋਕਾਂ ਨੂੰ? ਹਾਂਜੀ ਡੈਫੀਨਿਟਲੀ ਖਾਣ ਪੀਣ 'ਚ ਬਹੁਤ ਚੇਂਜ ਕੀਤਾ। ਤੁਸੀਂ ਜਿੱਦਾਂ ਤੁਸੀਂ ਲਿਸਟ ਭੇਜੀ ਸੀ ਕਿ ਤੁਸੀਂ ਇਹ ਚੀਜ਼ਾਂ ਖਾਣੀਆਂ ਨਹੀਂ ਖਾਣੀਆਂ, ਹੁਣ ਵੀਟ ਦਾ ਤੇ ਕੰਪਲੀਟਲੀ ਵੀਟ ਫ੍ਰੀ ਹੋ ਗਿਆ ਸੀ ਸਾਰੇ, ਸਿਰਫ ਮੈਂ ਨਹੀਂ ਬਟ ਮੇਰੀ ਸਾਰੇ ਫੈਮਿਲੀ ਅਸੀਂ ਵੀਟ ਤੇ ਕੰਪਲੀਟਲੀ ਬੰਦ ਕੀਤਾ ਹੈ। ਕਣਕ ਬਿਲਕੁਲ ਨਹੀਂ ਲੈਂਦੇ ਯਾਨੀ ਤੁਸੀਂ? No, not at all। ਅਸੀਂ completely substitute ਅਸੀਂ ਕਰ ਦਿੰਦੇ ਹਾਂ but we don't have wheat at all। ਫੈਂਟਾਸਟਿਕ। ਤੇ ਦੇਸੀ ਘਿਓ ਵੀ ਰਾਜ ਕੇ ਖਾਂਦੇ ਹੋ? ਹਾਂਜੀ ਦੇਸੀ ਘਿਓ ਵੀ ਰਾਜ ਕੇ ਖਾਂਦੇ ਹੋ ਮੈਂ ਕਿਹਾ? ਹਾਂਜੀ everyone ਹੁਣ ਸਾਰੇ ਸਿਰਫ ਮੈਂ ਨਹੀਂ ਸਾਰੀ ਫੈਮਿਲੀ ਨੂੰ ਹੁਣ ਤੁਹਾਨੂੰ ਪਤਾ ਤੁਸੀਂ ਮੇਰੇ ਡੈਡ ਨੂੰ ਵੀ ਟ੍ਰੀਟ ਕਰਦੇ ਆ ਤੇ ਉਹਨਾਂ ਨੇ ਵੀ ਸੇਮ ਡਾਈਟ ਚੇਂਜ ਕੀਤੀ ਸਾਰਾ ਕੁਝ ਤੇ ਅਸੀਂ ਘਿਓ 'ਚ ਬਣਾਉਂਦੇ ਆ ਕੋਕੋਨਟ ਆਇਲ ਯੂਜ਼ ਕਰਦੇ ਆ। ਫੈਂਟਾਸਟਿਕ ਫੈਂਟਾਸਟਿਕ। ਫਰੈਸ਼ ਹੁਣ ਆਰਗੈਨਿਕ ਫੂਡ ਤੁਹਾਡੇ ਕੋਲੋਂ ਵੀ ਲੈਂਦੇ ਆ, ਮਾਂ ਹੋਣੀ ਲੈਂਦੇ ਆ ਤੇ ਕੈਟ ਮੀਲਸ ਜਿਹੜੇ ਵੈਜੀਟੇਬਲਸ ਤੁਸੀਂ ਕਰਦੇ ਗਰੋ ਫਾਰਮ ਤੇ ਉਹ ਵੀ ਅਸੀਂ ਲੈਂਦੇ। ਗੁੱਡ ਗੁੱਡ। ਠੀਕ ਹੈ ਸ਼ਰਨ, ਥੈਂਕ ਯੂ ਵੈਰੀ ਮਚ। ਤੁਸੀਂ ਆਏ ਹੋ, ਕੋਈ ਹੋਰ ਗੱਲ ਕਰਨੀ ਹੈ ਤੇ? ਨਹੀਂ ਥੈਂਕ ਯੂ ਸੋ ਮਚ। I just wanted to say ਕਿ ਤੁਸੀਂ you're doing a great job and carry on with the good work। ਥੈਂਕ ਯੂ ਸ਼ਰਨ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ, ਬਹੁਤ ਅੱਛਾ ਲੱਗਦਾ। ਡਾਕਟਰ ਸਾਹਿਬ ਮੈਂ ਛੇਤੀ ਦੱਸਾਂ, ਇਹਨਾਂ ਨੇ ਤੁਸੀਂ ਖੁਰਾਕ ਦੀ ਗੱਲ ਕੀਤੀ। ਮੈਂ ਵਾਪਸ ਆਪਣੀ ਘੜੀ ਬੂੜੀ ਆਪਣੇ ਤੇ ਨਹੀਂ ਲੈ ਕੇ ਆ ਰਿਹਾ, ਲੇਕਿਨ ਇੰਪੋਰਟੈਂਟ ਗੱਲ ਹੈ। ਜਦੋਂ ਮੈਂ ਸਪੇਨ ਗਿਆ ਨਾ ਤੇ ਸੁਬਾਹ ਦਮਨ ਹੁਣੀ ਉਹਨਾਂ ਦੇ ਮਿਸਿਸ ਹੋਰ ਇੱਕ ਹੋਰ ਲੜਕੀ ਕਿਚਨ 'ਚ ਕੰਮ ਕਰਦੇ ਆ ਔਰ ਘਿਓ ਦੀ ਕਿਤੇ ਕਮੀ ਨਹੀਂ ਸੀ ਹੁੰਦੀ, ਖੁੱਲ ਕੇ ਪਾਇਆ ਜਾਂਦਾ ਸੀਗਾ। ਔਰ ਭਾਜੀ ਜਿਹੜੇ ਮੈਂ ਤੁਹਾਡੇ ਬੈਠ ਕੇ ਖਾਣਾ ਖਾਂਦਾ ਸੀ, ਮੈਂ ਕਦੀ ਸੋਚ ਨਹੀਂ ਸਕਦਾ ਕਿ ਮੈਂ ਇੰਗਲੈਂਡ 'ਚ ਏਦਾਂ ਦਾ ਖਾਣਾ ਖਾਵਾਂਗਾ। ਇਹਦੀ ਸੀਕ੍ਰੇਟ ਕੀ ਹੈਗੀ ਮੈਨੂੰ ਦੱਸੋ? ਇਹਦੀ ਸੀਕ੍ਰੇਟ ਦੇਸੀ ਘਿਓ ਹੈ। ਸਾਰੇ ਜਿੰਨੇ ਮਿਸਾਲੇ ਸਾਡੇ ਅਸੀਂ ਉੱਥੇ ਪਾਉਂਦੇ ਆ ਉਹ ਸਾਰੇ ਸਾਡੇ ਆਪਣੇ ਉੱਥੇ ਹੀ। ਭਾਜੀ ਸਾਰੇ ਨੂੰ ਵੱਡੀ ਗੱਲ ਪਤਾ ਕੀ, ਜਦੋਂ ਮੈਂ ਉੱਥੇ 3-4 ਦਿਨ ਰਿਹਾ, ਫਰੈਸ਼ ਫਰੂਟ ਵੈਜੀਟੇਬਲ ਫਾਰਮ ਤੋਂ ਲੈ ਕੇ ਆਣ ਕੇ ਦੇ ਸੁਬਾਹ ਲੈ ਕੇ ਤੇ ਦੁਪਹਿਰੇ ਬੰਦਾ ਸੀ, ਦੁਪਹਿਰ ਤੇ ਸ਼ਾਮ ਨੂੰ ਬੰਦਾ। ਹਾਂਜੀ, ਸੁਬਾਹ ਵਾਲਾ ਸ਼ਾਮ ਨੂੰ ਨਹੀਂ ਪਕੇਗਾ, ਸੁਬਾਹ ਵਾਲਾ ਦੁਪਹਿਰ ਤੱਕ ਪੱਕ ਜਾਏਗਾ, ਦੁਪਹਿਰ ਨੂੰ ਫਿਰ ਫਰੈਸ਼ ਆਏਗਾ, ਸ਼ਾਮ ਨੂੰ। ਯਾਰ ਉੱਥੋਂ ਜਾ ਕੇ ਪਤਾ ਲੱਗਦਾ ਭਾਜੀ ਤੁਸੀਂ ਇੱਥੋਂ ਸਬਜ਼ੀਆਂ ਲੈਣੇ ਦੇਖਦੇ ਜੀ ਬੜੀ ਫਰੈਸ਼ ਹੈ, ਵੱਡੇ ਵੱਡੇ ਸਟੋਰਾਂ 'ਚ ਦੇਖਦੇ ਆ ਇੱਕ ਉਹ ਸਬਜ਼ੀ ਪਈ ਜਿਹੜੀ ਕਿਤੇ ਹਫਤਾ ਉਹ ਟਰੈਵਲ ਕਰਕੇ ਪਹੁੰਚੀ ਹੈ, ਉਹਨੂੰ ਕੀ ਕੁਛ ਲਗਾ ਕੇ ਫਰੈਸ਼ ਰੱਖਿਆ। ਇੱਕ ਤੁਸੀਂ ਫਾਰਮ 'ਚੋਂ ਤੋੜ ਕੇ ਸਿੱਧਾ ਤੁਸੀਂ ਨਾ ਉਹਨੂੰ, ਉਹਦਾ ਤੇ ਕੋਈ ਕੰਪੈਰੀਜ਼ਨ ਪੌਲ ਜੀ ਹੈ ਹੀ ਨਹੀਂ। ਤੁਸੀਂ ਉਹਨੂੰ ਨਾ ਤੇ ਪ੍ਰਾਈਸ ਵਿੱਚ ਪੈਸਿਆਂ 'ਚ ਉਸ ਚੀਜ਼ ਨੂੰ ਤੋਲ ਸਕਦੇ ਹੋ ਜਿਹੜੀ ਉਹ ਫਰੈਸ਼ਨੈਸ ਤੁਸੀਂ ਪਿਕ ਕੀਤੀ ਔਰ ਕੁੱਕ ਕੀਤੀ ਹੈ। ਅਸਲ ਤੇ ਬੀਇੰਗ ਅ ਹਿਊਮਨ ਅਸੀਂ ਇਹੀ ਕਰਦੇ ਸੀ।
ਸਾਡੇ ਜਿਹੜੇ ਉਹ ਘਰਾਂ 'ਚ ਹੀ ਅਸੀਂ ਇਹ ਚੀਜ਼ਾਂ ਲਾਈਆਂ ਹੁੰਦੀਆਂ ਸੀ। ਉਸੇ ਵਕਤ ਗਏ 2 ਟਮਾਟਰ ਤੋੜੇ, ਉਸੇ ਵਕਤ ਇੱਕ ਗੰਡਾ ਲਿਆ ਔਰ ਆਪਣਾ ਜੋ ਵੀ ਕੱਦੂ ਸ਼ੱਦੂ ਹੈ ਤੋੜ ਕੇ ਪਕਾ ਲਿਆ। ਪਰ ਜੇ ਮੈਂ ਦੱਸਾਂ ਉੱਥੇ ਜਿਹੜੇ ਸੀ ਤੁਹਾਡੇ ਸੰਤਰੇ ਲੱਗੇ ਫਾਰਮ ਦੇ ਵਿੱਚ, ਮੈਂ ਇੱਥੇ ਕਦੀ 2 ਤੋਂ ਜ਼ਿਆਦਾ ਨਹੀਂ ਖਾਦੇ ਹੋਣੇ, ਮੈਨੂੰ ਲੱਗਦਾ 10-12 ਖਾਈ ਗਿਆ, ਉਹ ਤੋਂ ਤੋੜੀ ਗਿਆ ਤੇ ਖਾਈ ਗਿਆ, ਤੋੜੀ ਗਿਆ ਤੇ ਪਤਾ ਨਹੀਂ ਲੱਗਿਆ, ਕਿਉਂਕਿ ਫਰੈਸ਼ ਕਿੱਥੇ ਮਿਲਦਾ ਹੈ, ਤੁਹਾਨੂੰ ਕਿੱਥੋਂ ਮਿਲੇਗੀ ਏਦਾਂ ਦੀ ਚੀਜ਼, ਤੁਸੀਂ ਮੈਨੂੰ ਦੱਸੋ। ਅਸਲ 'ਚ ਮੈਂ ਇਹ ਟ੍ਰੈਂਡ ਇੰਟਰੋਡਿਊਸ ਕਰਨਾ ਚਾਹ ਰਿਹਾ ਆਪਣੀ ਏਸ਼ੀਅਨ ਕਮਿਊਨਿਟੀ ਵਿੱਚ, ਆਪਣੀ ਪੰਜਾਬੀਆਂ ਦੇ ਵਿੱਚ ਖਾਸ ਤੌਰ ਤੇ, ਕਿ ਤੁਸੀਂ ਆਪਣੇ ਹੌਲੀਡੇਜ਼ ਨੂੰ ਹੈਲਥ ਹੌਲੀਡੇ ਬਣਾਓ। ਬਿਲਕੁਲ ਠੀਕ ਹੈ ਨਾ। ਤੁਸੀਂ ਔਰ ਤੁਸੀਂ ਜਿਵੇਂ ਮੈਨੂੰ ਕਿਹਾ ਸੀ ਕਿ ਭਾਈਜਾਨ ਤੁਸੀਂ ਹੋਰ ਆਪਣੇ ਜਿਹੜੇ ਨੇ ਚਾਰजेस ਨੂੰ ਘੱਟ ਕਰੋ ਤਾਂ ਕਿ ਲੋਕ ਆ ਕੇ ਇੱਕ ਵਾਰੀ ਐਕਸਪੀਰੀਅੰਸ ਕਰਨ। ਅਸੀਂ ਉਹ ਵੀ ਮੰਨ ਲਿਆ। ਥੋੜੀ ਰੋਕਾਂਗਾ, ਮੈਂ ਓਨੈਸਟਲੀ ਕਹਿਣਾ ਪਿਆ, ਜਿਹੜਾ ਡੀਟੌਕਸ ਹੈਗਾ ਕੋਈ ਬਿਮਾਰੀ ਨਹੀਂ ਹੈਗੀ, ਜਿੱਦਾਂ ਮੈਂ ਕਰਾ ਕੇ ਆ ਨਾ ਭਾਈਚਾਰ ਨੂੰ ਮਨਾ ਕੇ ਬਹੁਤ ਗੱਲ ਮੰਨਦੇ ਨੇ ਮੇਰੀ। ਓਨੈਸਟਲੀ ਮੈਂ ਬਹੁਤ ਇਹਨਾਂ ਦੀ ਇੱਜ਼ਤ ਕਰਦਾ। ਇਹਨਾਂ ਨੇ ਕੋਈ ਸਪੈਸ਼ਲ ਪ੍ਰਾਈਜ਼ ਕੱਢਿਆ, ਤੁਸੀਂ ਆਫਿਸ ਨੂੰ ਰਿੰਗ ਕਰਿਓ ਤੇ ਇਟਸ ਸਮਥਿੰਗ ਰੀਅਲੀ ਗੁੱਡ। ਮੈਂ ਚਾਹਾਂਗਾ ਕਿ ਤੁਸੀਂ ਜਾ ਕੇ ਨਾ ਆਪਣੀ ਬੋਡੀ ਡੀਟੌਕਸ ਕਰਕੇ ਆਓ ਔਰ ਫਰੈਸ਼ ਖਾਣਾ ਖਾ ਕੇ ਉਹ ਤੁਸੀਂ ਉਹਦੇ 'ਚ ਮਜ਼ਾ ਦੇਖੋ। ਉਹਦੇ ਇਲਾਵਾ ਜਿਹੜੀਆਂ ਅਸੀਂ ਉੱਥੇ ਥੈਰੇਪੀਜ਼ ਕਰਦੇ ਹਾਂ, ਬਲਕਿ ਇਹ ਹੁਣ ਅਸੀਂ ਐਂਟੀ ਏਜਿੰਗ ਤੇ ਨਾ ਇੱਕ ਪ੍ਰੋਗਰਾਮ ਕਰਾਂਗੇ ਔਰ ਮੈਂ ਤੁਹਾਨੂੰ ਦੱਸਾਂਗਾ ਕਿ ਅਸੀਂ ਏਜ ਦੇ, ਅਸੀਂ ਜਿਹੜੀ ਸਾਡੀ ਏਜ ਅੱਗੇ ਨੂੰ ਜਾਂਦੀ ਹੈ, ਅਸੀਂ ਕਿੰਨੀ ਕਾਮਯਾਬੀ ਨਾਲ ਨਾ ਸਿਰਫ ਉਹਨੂੰ ਰੋਕ ਲਿਆ, ਅਸੀਂ ਉਹਨੂੰ ਪਿੱਛੇ ਕਰ ਰਹੇ ਹਾਂ। ਤੁਹਾਨੂੰ ਮੈਂ ਬਿਲਕੁਲ ਇਹ ਚੈਲੰਜ ਕਰਦਾ ਕਿ ਤੁਸੀਂ ਮੇਰੇ YouTube ਤੇ ਸ਼ਾਇਦ ਲੱਭ ਜਾਣਗੇ, ਅੱਜ ਤੋਂ 8 ਸਾਲ ਪਹਿਲੇ, ਮੈਂ 7 ਸਾਲ ਪਹਿਲੇ ਜਿਹੜੇ ਸ਼ੋਅ ਕਰਦਾ ਸੀ ਨਾ, ਤੁਸੀਂ ਉਹਦੇ 'ਚ ਮੈਨੂੰ ਦੇਖੋ ਔਰ ਅੱਜ ਦੇਖੋ। ਅਗਰ ਤੁਹਾਨੂੰ ਲੱਗੇ ਕਿ ਪਿਛਲੇ 8-9 ਸਾਲਾਂ 'ਚ ਮੈਂ ਆਪਣੀ ਏਜ ਨੂੰ ਨਾ ਸਿਰਫ ਇਹ ਕਿ ਰੋਕਿਆ ਬਲਕਿ ਰਿਵਰਸ ਕੀਤਾ ਹੈ, ਤੇ ਫਿਰ ਤੁਸੀਂ ਕਹਿਣਾ ਕਿ ਜੋ ਅਸੀਂ ਪ੍ਰੈਕਟਿਸ ਕਰ ਰਹੇ ਹਾਂ ਉਹਦੇ ਰਿਜ਼ਲਟ ਨੇ। ਅਸੀਂ ਐਂਟੀ ਏਜਿੰਗ ਥੈਰੇਪੀ ਜਿਹੜੀ ਸ਼ੁਰੂ ਕਰ ਰਹੇ ਹਾਂ ਨਾ ਪੌਲ ਜੀ, ਉਹ ਕੋਈ ਮਾਮੂਲੀ ਚੀਜ਼ ਨਹੀਂ ਹੈ। ਬਿਲਕੁਲ ਬਿਲਕੁਲ ਬਹੁਤ ਲੇਟੈਸਟ ਤਰੀਨ ਕੰਮ ਅਸੀਂ ਕਰ ਰਹੇ ਹਾਂ। ਠੀਕ ਹੈ ਨਾ। ਔਰ ਇਹ ਚੀਜ਼ ਅਸੀਂ ਚਾਹੁੰਦੇ ਹਾਂ ਕਿ ਲੋਕ ਆਣ, ਅਸੀਂ ਉਹਨਾਂ ਨੂੰ ਐਜੂਕੇਟ ਕਰੀਏ, ਉਹਨਾਂ ਨੂੰ ਸਿਖਾਈਏ ਇਹ ਚੀਜ਼ਾਂ। ਤੁਸੀਂ ਇਹ ਦੇਖ ਲਓ ਕਿ ਸਭ ਤੋਂ ਵੱਡੀ ਐਂਟੀ ਏਜਿੰਗ ਥੈਰੇਪੀ ਜਿਹੜੀ ਹੈ ਨਾ, ਉਹ ਕਿਚਨ 'ਚ ਸ਼ੁਰੂ ਹੁੰਦੀ ਹੈ ਔਰ ਅਸੀਂ ਉਹ ਐਕਸਪਲੇਨ ਕਰਨਾ ਚਾਹ ਰਹੇ ਹਾਂ। ਬਿਮਾਰੀ ਵੀ ਉੱਥੋਂ ਸ਼ੁਰੂ ਹੁੰਦੀ ਹੈ, ਇਲਾਜ ਵੀ ਉੱਥੋਂ ਇਲਾਜ ਹੁੰਦਾ ਵੀ ਹੈ। ਉੱਥੋਂ ਸ਼ੁਰੂ ਮੈਂ ਜਿਹੜਾ ਡਾਕਟਰ ਜਿਹੜਾ ਵੀ ਸ਼ੋਅ ਕਰਦੇ ਕਿਸੇ ਜਿੱਦਾਂ ਅੱਜ ਕਿਡਨੀ ਦੇ ਉੱਪਰ ਕੀਤਾ ਹੈਗਾ, ਇਹਨੂੰ 2 ਘੰਟੇ ਵੀ ਬਹੁਤ ਕੰਮ ਹੈਗੇ ਨੇ। ਵੀ ਕੈਨ ਰੀਅਲੀ ਟਾਕ ਲੋਟ। ਤੇ ਮਾਫੀ ਚਾਹਾਂਗਾ, ਅਸੀਂ ਕਾਫੀ ਗੱਲ ਕੀਤੀ, ਥੋੜੀ ਬਹੁਤੀ ਹੁਣ ਖੁਰਾਕ ਦੀ ਮੈਂ ਗੱਲ। ਡਾਕਟਰ ਸਾਹਿਬ ਜਦੋਂ ਦੇ 5 ਮਿੰਟ ਹੈਗੇ ਸਾਡੇ ਪਾਸ, ਆਪਾਂ ਕਿਡਨੀ ਤੇ ਵਾਪਸ ਗੱਲ ਕਰਾਂਗੇ। ਚਾਹ ਤੇ ਤੁਸੀਂ ਮੇਰੀ ਬੰਦ ਕਰਾ ਦਿੱਤੀ ਹੈ ਬਿਲਕੁਲ, ਲੇਕਿਨ ਮੈਂ ਸਵੇਰ 1 ਤੇ ਸ਼ਾਮ ਨੂੰ ਪੀਣਾ ਚਾਹੁੰਦਾ। ਤੇ ਅੱਜ ਜੋ ਡਾਕਟਰ ਜੀ ਸਵੇਰ, ਮੈਂ ਕਿਹਾ ਡਾਕਟਰ ਜੀ ਕੀ ਪੀਓਗੇ, ਮੈਂ ਡਰਦਾ ਪੁੱਛਦਾ ਔਰ ਡਾਕਟਰ ਨੇ ਚਾਹ ਦਾ ਕੱਪ ਮੰਗਿਆ। ਅੱਛਾ, ਮੈਂ ਤੁਹਾਨੂੰ ਇਹ ਦੱਸ ਦਿਆਂ ਕਿ ਚਾਹ ਜਿਹੜੀ ਹੈ, ਖਾਸ ਤੌਰ ਤੇ ਅਗਰ ਤੁਹਾਡੀ ਏਜ 50 ਤੋਂ ਉੱਪਰ ਹੈ ਖਾਸ ਤੌਰ ਤੇ ਮੈਂ ਇਹ ਸੁਜੈਸਟ ਕਰਾਂਗਾ, ਅਗਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਤੁਸੀਂ ਹਰ ਖਾਣੇ ਦੇ ਨਾਲ ਕਮ ਸੇ ਕਮ ਅੱਧਾ ਕੱਪ ਚਾਹ ਦਾ ਪੀਣਾ ਚਾਹੀਦਾ ਹੈ। ਲੇਕਿਨ ਖਾਣੇ ਦੇ ਨਾਲ ਪੀਣਾ ਚਾਹੀਦਾ ਹੈ। ਚਾਹ ਕਰਦੀ ਕੀ ਹੈ? ਸਭ ਤੋਂ ਇੰਪੋਰਟੈਂਟ ਤਰੀਨ ਕੰਮ ਜਿਹੜਾ ਮੇਰੀ ਨਜ਼ਰ 'ਚ ਚਾਹ ਦਾ, ਮੈਂ ਜਿਹਨੂੰ ਸਮਝਦਾ ਅੱਜ ਦੇ ਦੌਰ 'ਚ, ਕਿਉਂਕਿ ਅੱਜ ਦੇ ਦੌਰ 'ਚ ਇੱਕ ਚੀਜ਼ ਜ਼ਿਹਨ 'ਚ ਰੱਖੋ ਕਿ ਸਭ ਤੋਂ ਬੜਾ ਰਿਸਕ ਜਿਹੜਾ ਹੈ ਉਹ ਕੈਂਸਰ ਦਾ ਅੱਜ ਕੱਲ ਆ ਰਿਹਾ ਹੈ, ਕਿ ਕੈਂਸਰ ਇੱਕ ਬਹੁਤ ਬੜੀ ਵਬਾ ਔਰ ਬਿਮਾਰੀ, ਔਰ ਦੂਸਰਾ ਪ੍ਰੋਬਲਮ ਫੰਗਸ ਇਨਫੈਕਸ਼ਨ ਦਾ ਆ ਰਿਹਾ, ਔਰ ਇਹ ਕਨੈਕਟਡ ਹੋ ਰਹੀਆਂ ਨੇ ਦੋਵੇਂ ਚੀਜ਼ਾਂ। ਜਿਹੜਾ ਆਇਰਨ ਹੈ ਨਾ ਪੌਲ ਜੀ, ਸਾਡੀ ਹਰ ਖੁਰਾਕ ਵਿੱਚ ਆਇਰਨ ਹੁੰਦਾ, ਔਰ ਆਇਰਨ ਜਦੋਂ ਸਾਡੀ ਬਾਡੀ ਜਾਂਦਾ ਹੈ ਨਾ, ਉਹ ਨਿਕਲ ਨਹੀਂ ਸਕਦਾ। ਬਾਕੀ ਸਾਡੀ ਬਾਡੀ ਚੋਂ ਹਰ ਚੀਜ਼ ਨੂੰ ਬਾਹਰ ਨਿਕਲਣ ਦਾ ਸਾਡੀ ਬਾਡੀ ਕੋਲ ਟੂਲ ਹੈ। ਮੈਗਨੀਸ਼ੀਅਮ ਹਰ ਵਕਤ ਖਾਰਿਜ ਹੋ ਰਿਹਾ ਯੂਰਿਨ ਦੇ ਜ਼ਰੀਏ, ਕੈਲਸ਼ੀਅਮ ਖਾਰਿਜ ਹੋ ਰਿਹਾ ਹੈ, ਦੂਸਰੇ ਮਿਨਰਲ ਉਹ ਡਿਪਲੀਟ ਹੋ ਰਹੇ ਨੇ ਯੂਰਿਨ ਸਟੂਲ ਦੇ ਜ਼ਰੀਏ, ਬਾਡੀ ਕੱਢ ਰਹੀ ਹੈ ਔਰ ਸਾਨੂੰ ਹੋਰ ਲੈਣੇ ਪੈਂਦੇ ਨੇ। ਲੇਕਿਨ ਆਇਰਨ ਇੱਕ ਐਸੀ ਚੀਜ਼ ਹੈ, ਜਦੋਂ ਇੱਕ ਵਾਰੀ ਚਲਾ ਜਾਏ, ਇਹ ਨਾ ਸਟੂਲ ਚੋਂ ਨਿਕਲੇਗਾ ਨਾ ਯੂਰਿਨ ਚੋਂ ਨਿਕਲੇਗਾ। ਠੀਕ ਹੈ ਨਾ। ਬਹੁਤ ਘੱਟ ਹੈ ਤੁਹਾਡੇ ਪਸੀਨੇ ਚੋਂ ਨਿਕਲੇਗਾ। ਔਰ ਜਦੋਂ ਆਇਰਨ ਤੁਹਾਡੀ ਬਾਡੀ 'ਚ ਬਿਲਡ ਅਪ ਹੋਣਾ ਸ਼ੁਰੂ ਹੋ ਜਾਏ, ਯੂ ਕੈਨ ਬਿਕਮ ਅ ਕੈਂਡੀਡੇਟ, ਆਈਡੀਅਲ ਕੈਂਡੀਡੇਟ ਟੂ ਡਿਵੈਲਪ ਕੈਂਸਰ। ਇਹ ਲੇਟੈਸਟ ਰਿਸਰਚ ਹੈ। ਅੱਛਾ, ਚਾਹ ਕੀ ਕਰਦੀ ਹੈ? ਇਹਦਾ ਕੀ ਲਿੰਕ ਹੈ ਉਹਦੇ ਨਾਲ? ਜਦੋਂ ਤੁਸੀਂ ਖਾਣੇ ਦੇ ਨਾਲ ਚਾਹ ਪੀਂਦੇ ਹੋ ਨਾ, ਖਾਣੇ ਤੋਂ ਫੌਰਨ ਬਾਅਦ, ਚਾਹ ਕਰਦੀ ਹੈ ਕਿ ਤੁਹਾਡੀ ਉਸ ਫੂਡ ਦੇ ਵਿੱਚ ਜਿੰਨੀ ਆਇਰਨ ਸੀ ਨਾ, ਉਹਨੂੰ ਬਰਨ ਕਰ ਦਿੰਦੀ ਹੈ। ਉਹ ਤੁਹਾਡੇ ਲਈ ਨੁਕਸਾਨਦੇਹ ਨਹੀਂ ਰਹਿੰਦੀ। ਆਇਰਨ ਸਿਰਫ ਔਰ ਸਿਰਫ ਉਹਨਾਂ ਲੋਕਾਂ ਨੂੰ ਚਾਹੀਦੀ ਹੁੰਦੀ ਹੈ ਜਿਹੜੀਆਂ ਮਸਲਨ ਬੱਚੀਆਂ ਨੇ ਅਗਰ, ਔਰ ਉਹਨਾਂ ਪੀਰੀਅਡ ਆ ਰਹੇ ਨੇ ਔਰ ਹੈਵੀ ਪੀਰੀਅਡ ਆਉਂਦੇ ਨੇ, ਹੈਵੀਲੀ ਬਲੀਡ ਕਰਦੀਆਂ ਨੇ ਬੱਚੀਆਂ, ਉਹਨਾਂ 'ਚ ਆਇਰਨ ਦੀ ਕਮੀ ਹੋ ਗਈ ਹੈ ਖੂਨ ਦੀ, ਉਹਨਾਂ ਨੂੰ ਆਇਰਨ ਚਾਹੀਦਾ ਹੈ।
ਉਹਦੇ ਇਲਾਵਾ ਅਗਰ ਕੋਈ 50 ਸਾਲ ਤੋਂ ਉੱਪਰ ਦਾ ਮਰਦ ਹੈ ਖਾਸ ਤੌਰ ਤੇ ਔਰ ਔਰਤ ਹੈ ਕਿ ਉਹਨਾਂ ਦੇ ਪੀਰੀਅਡ ਰੁਕੇ ਨੇ, ਉਹਨਾਂ ਨੂੰ ਮੈਂ ਕਹਾਂਗਾ ਕਿ ਤੁਸੀਂ ਅਗਰ ਆਇਰਨ ਓਵਰਲੋਡ ਤੋਂ ਔਰ ਆਇਰਨ ਦੇ ਟੌਕਸਿਕ ਇਫੈਕਟ ਤੋਂ ਬਚਣਾ ਹੈ, ਹਰ ਖਾਣੇ ਦੇ ਨਾਲ 1 2 3 4 ਘੋਟੀ ਲੈ ਲਓ ਤੁਸੀਂ ਚਾय ਦੇ ਪੀਓ, ਉਹਦੇ ਨਾਲ ਤੁਸੀਂ ਉਸ ਆਇਰਨ ਨੂੰ ਬਰਨ ਕਰ ਦਿਓਗੇ। ਇਹਦੇ ਇਲਾਵਾ ਜਿਹੜਾ ਚਾय ਹੈ ਇਹਦੇ ਚ ਕੁਝ ਪੋਲੀਫੀਨੋਲਸ ਹੁੰਦੇ ਨੇ, ਉਹ ਬਹੁਤ ਅੱਛੇ ਨੇ, ਸਾਡੀ ਬਾਡੀ ਉਹਨਾਂ ਨੂੰ ਲੈ ਕੇ ਯੂਜ਼ ਕਰਦੀ ਹੈ। ਔਰ ਕੈਫੀਨ ਹੁੰਦੀ ਹੈ ਜਿਹੜੀ ਇੱਕ ਤਰ੍ਹਾਂ ਦਾ ਸਟਿਮੂਲੈਂਟ ਹੈ, ਮੈਂ ਉਹਨੂੰ ਪਸੰਦ ਨਹੀਂ ਕਰਦਾ ਆਰਟੀਫੀਸ਼ੀਅਲੀ ਸਟਿਮੂਲੇਟ ਕਰਨਾ, ਲੇਕਿਨ ਬਹਿਰਲ ਇੱਕ ਤਰ੍ਹਾਂ ਦਾ ਅਪਲਿਫਟ ਕਰ ਦਿੰਦੀ ਹੈ ਬਾਡੀ। ਡਾਕਟਰ ਸਾਹਿਬ ਕੁਝ 1.5 ਮਿੰਟ ਰਹਿੰਦਾ ਕੁਇਕਲੀ ਆਮ ਸੁਣਾਂਗੇ ਆਪਣੀ ਬਜ਼ੁਰਗ ਔਰਤਾਂ ਜਿਹੜੀਆਂ ਮਾਵਾਂ ਜਦੋਂ ਵੀ ਥੱਕੇ ਹੁੰਦੀਆਂ ਥੋੜਾ ਸਿਰ ਦਰਦ ਹੋਣਾ, ਕਹਿੰਦਾ ਪੁੱਤਰ ਮੇਰੀ ਚਾਹ ਦਾ ਕੱਪ ਲਾ, ਮੈਨੂੰ ਸਿਰ ਦਰਦ ਦਾ ਇਫੈਕਟ ਕਰਦਾ। ਨਹੀਂ, ਉਹਨਾਂ ਨੂੰ ਬੇਸਿਕਲੀ ਉਹ ਚਾय ਦੀ ਵਜ੍ਹਾ ਨਾਲ ਇਫੈਕਟ ਨਹੀਂ ਹੋ ਰਿਹਾ ਹੁੰਦਾ। ਚਾय ਦੇ ਵਿੱਚ ਜਿਹੜਾ ਮਿੱਠਾ ਪਾਇਆ ਹੋਇਆ ਜਾਂ ਕੈਫੀਨ ਜਿਹੜੀ ਹੈ ਉਹ ਉਹਨਾਂ ਦੇ ਬ੍ਰੇਨ ਨੂੰ ਥੋੜਾ ਜਿਹਾ ਸਟਿਮੂਲੇਟ ਕਰ ਦਿੰਦੀ ਹੈ, ਠੀਕ ਹੈ, ਐਕਟੀਵੇਟ ਕਰ ਦਿੰਦੀ ਹੈ। ਲੇਕਿਨ ਬ੍ਰੇਨ ਨੂੰ ਕੈਫੀਨ ਤੋਂ ਐਕਟੀਵੇਟ ਕਰਨ ਦਾ ਮੈਂ ਖਿਲਾਫ ਹਾਂ। ਮੈਂ ਬ੍ਰੇਨ ਨੂੰ ਨੈਚੁਰਲ ਵੇ 'ਚ ਮੈਂ ਚਾਹੁੰਦਾ ਐਕਟੀਵੇਟ ਕਰਨ। ਚਾय ਅਗਰ ਤੁਹਾਨੂੰ ਵੀਕਨੈਸ ਹੋ ਰਹੀ ਹੈ ਔਰ ਅਪਲਿਫਟ ਕਰਨਾ ਹੈ, ਮੇਰੀ ਨਜ਼ਰ 'ਚ ਉੱਥੇ ਚਾय ਦੀ ਜਗ੍ਹਾ ਕੋਈ ਗ੍ਰੀਨ ਜੂਸਸ ਵਗੈਰਾ ਅਗਰ ਪੀਓ ਤਾਂ ਉਹ ਜ਼ਿਆਦਾ ਅੱਛਾ ਵੇ ਹੈ ਬਾਡੀ ਨੂੰ ਸਟਿਮੂਲੇਟ ਕਰਨ ਦਾ ਚਾय ਨਾਲੋਂ। ਚਾय ਖਾਣੇ ਦੇ ਨਾਲ ਜ਼ਰੂਰ ਪੀਣੀ ਚਾਹੀਦੀ ਹੈ। ਨੋਰਮਲੀ ਕਹਿੰਦੇ ਨੇ ਕਿ ਗਰਮ ਪਾਣੀ ਪੀਓ ਤੇ ਉਹੀ ਹਿਸਾਬ ਹੋ ਗਿਆ। ਇਹ ਚਾय ਪੀ ਲਓ, ਉਹ ਫਿਰ ਤੁਹਾਡਾ ਜਿੰਨਾ ਵੀ ਆਇਰਨ ਗਿਆ ਹੈ, ਰੋਟੀ ਨਾਲ ਗਿਆ ਹੈ, ਸਬਜ਼ੀ ਨਾਲ ਗਿਆ ਹੈ, ਸਲਾਦ ਨਾਲ ਗਿਆ ਹੈ, ਜਿੰਨਾ ਆਇਰਨ ਗਿਆ ਹੈ ਉਸ ਮੈਕਸਿਮਮ ਨੂੰ ਇਹ ਚਾय ਤੁਹਾਡੀ ਉਸੇ ਵਕਤ ਬਰਨ ਕਰ ਦੇਗੀ ਔਰ ਤੁਸੀਂ ਸੇਫ ਰਹੋਗੇ। ਵਰਨਾ ਆਇਰਨ ਬਿਲਟ ਅਪ ਹੋਏਗਾ ਤੁਹਾਡੀ ਬਾਡੀ 'ਚ ਫੰਗਸ ਔਰ ਡਿਫਰੈਂਟ, ਕਿਉਂਕਿ ਆਇਰਨ ਜਿਹੜੀ ਹੈ ਖੁਰਾਕ ਹੈ। ਹਰ ਜਰਾਸੀਮ, ਚਾਹੇ ਬੈਕਟੀਰੀਆ ਹੈ, ਚਾਹੇ ਫੰਗਸ ਹੈ, ਚਾਹੇ ਕੈਂਸਰ ਸੈੱਲ ਹੈ, ਇਹਨਾਂ ਨੂੰ ਆਇਰਨ ਬਹੁਤ ਜ਼ਿਆਦਾ ਚਾਹੀਦੀ ਹੁੰਦੀ ਹੈ। ਜਦੋਂ ਇਹਨਾਂ ਨੂੰ ਮਿਲਦੀ ਹੈ ਇਹਨਾਂ ਦੀ ਐਕਟੀਵਿਟੀ ਤੇਜ਼ ਹੋ ਜਾਂਦੀ ਹੈ। ਤੁਸੀਂ ਫੂਡ ਨਾਲ ਕਿਹਾ, ਉੱਦਾਂ ਹੁਣੀ ਮੈਨੂੰ ਮੈਸੇਜ ਆਇਆ ਪੁੱਛਿਆ ਕਿ ਕੱਲੀ ਚਾਹ ਪੀ ਸਕਦੇ, ਜ਼ਰੂਰੀ ਕਿ ਫੂਡ ਨਾਲ ਹੀ ਲੈਣੀ ਪਏਗੀ? ਨਹੀਂ, ਕੱਲੀ ਚਾय ਦਾ ਤੁਹਾਨੂੰ ਮੈਂ ਦੱਸਿਆ ਕਿ ਉਹਦਾ ਸਿਰਫ ਬੈਨੀਫਿਟ ਸਟਿਮੂਲੇਟ ਕਰਦੀ ਹੈ, ਤੁਹਾਡੇ ਕੈਫੀਨ ਦਾ ਇੱਕ ਤਰ੍ਹਾਂ ਦਾ ਤੁਹਾਨੂੰ ਐਨਰਜੀ ਦਾ ਬਸਟ ਮਿਲ ਜਾਂਦਾ ਹੈ। ਵਰਨਾ ਕੱਲੀ ਚਾय ਦਾ ਮੇਰੀ ਨਜ਼ਰ 'ਚ ਕੋਈ ਬਹੁਤ ਜ਼ਿਆਦਾ ਫਾਇਦਾ ਨਹੀਂ। ਉਹਦੀ ਜਗ੍ਹਾ ਤੇ ਹਰਬਲ ਟੀਜ਼, ਬਰਗਮੋਟ ਟੀ ਪੀਓ, ਤੁਸੀਂ ਕੈਮੋਮਾਈਲ ਟੀ ਪੀਓ, ਤੁਸੀਂ ਗ੍ਰੀਨ ਟੀ ਵੀ ਪੀ ਸਕਦੇ ਹੋ, ਗ੍ਰੀਨ ਟੀ ਪੀਓ, ਤੁਸੀਂ ਇਹ ਚੀਜ਼ਾਂ ਪੀਓ। ਇਹਨਾਂ ਦਾ ਤੁਸੀਂ ਪੀ ਕੇ ਦੇਖੋ, ਤੁਹਾਨੂੰ ਮਜ਼ਾ ਆਏਗਾ। ਤੁਸੀਂ ਜਿਹੜੇ ਹਰਬਲ ਟੀਜ਼ ਨੇ ਇਹਦੀ ਆਦਤ ਕਰੋ। ਭਾਜੀ ਥੈਂਕ ਯੂ ਸੋ ਮਚ। ਅੱਜ ਬੜੇ ਹੱਥ ਆਏ, ਸਾਡੇ ਲਾਈਵ ਸ਼ੋਅ ਕੀਤਾ ਗਿਆ। ਉਮੀਦ ਰੱਖਦਾ ਤੁਸੀਂ ਸਾਰਿਆਂ ਨੇ ਪਸੰਦ ਕੀਤਾ ਹੋਵੇਗਾ। ਬਹੁਤ ਐਜੂਕੇਸ਼ਨਲ ਡਾਕਟਰ ਸਾਹਿਬ, ਹੋਪ ਤੁਸੀਂ ਵਾਪਸ ਮੁਲਾਕਾਤ ਹੋਏਗੀ ਜ਼ਰੂਰ ਜੀ। ਇਸੇ ਤਰ੍ਹਾਂ ਖਾਸ ਚੈਨਲ ਦੇਖਦੇ ਰਹੋ। ਇੱਦਾਂ ਹੀ ਡਾਕਟਰ ਵਲੀ ਦਾ ਪ੍ਰੋਗਰਾਮ। ਨੈਕਸਟ ਵੀਕ ਫਿਰ ਮੁਲਾਕਾਤ ਹੋगी सेम टाइम से। सत श्री अकाल जी।